ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਲੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਦੇ ਉੱਤੇ। ਗੱਲਬਾਤ ਕਰਾਂਗੇ, ਵਾਰਤਾਲਾਪ ਕਰਾਂਗੇ ਕਿ ਗੁਰੂ ਸਾਹਿਬ ਦਾ ਬਚਪਨ ਕਿਹੋ ਜਿਹਾ ਸੀ, ਬਚਪਨ ਤੋਂ ਅੱਗੇ ਦਾ ਸਫ਼ਰ, ਗੁਰਗੱਦੀ ਮਿਲਣੀ, ਸ਼ਹਾਦਤ ਦਾ ਜਾਮ ਪੀਣਾ। ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਮਨੁੱਖਤਾ ਦੇ ਰਾਖੇ ਕਿਹਾ ਜਾਂਦਾ ਹੈ। ਅੱਜ ਵੀ ਸਭ ਧਰਮਾਂ ਦੇ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਹੈ, ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਆ, ਸਮਝਾਇਆ ਜਾਂਦਾ ਹੈ ਕਿ ਜੇ ਸਿੱਖਾਂ ਦੇ 9ਵੇਂ ਪਾਤਸ਼ਾਹ ਨਾ ਹੁੰਦੇ ਤਾਂ ਅੱਜ ਹਿੰਦੂ ਧਰਮ ਵੀ ਨਾ ਹੁੰਦਾ। ਕਿਉਂਕਿ ਉਸ ਸਮੇਂ ਦੇ ਹਾਕਮ ਔਰੰਗਜ਼ੇਬ ਨੇ ਜੋ ਇੱਕ ਪ੍ਰਣ ਲਿਆ ਸੀ ਕਿ ਮੁਸਲਮਾਨ ਤੋਂ ਬਿਨਾਂ ਇਸ ਦੁਨੀਆ ਦੇ ਉੱਤੇ, ਇਸ ਦੇਸ਼ ਦੇ ਵਿੱਚ ਕੋਈ ਧਰਮ ਨਹੀਂ ਹੋਊਗਾ, ਉਸ ਨੂੰ ਜੇ ਕਿਸੇ ਨੇ ਠੱਲ ਪਾਈ ਤਾਂ ਉਹ ਸੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ। ਸੋ ਅੱਜ ਗੱਲਬਾਤ ਕਰਾਂਗੇ ਜੀ ਡਾਕਟਰ ਜਗਜੀਵਨ ਸਿੰਘ ਹੋਰਾਂ ਦੇ ਨਾਲ। ਡਾਕਟਰ ਸਾਹਿਬ ਬਾਰੇ ਮੈਂ ਤੁਹਾਨੂੰ ਮੋਟਾ ਦੱਸ ਦਿਆਂ ਕਿ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਬਤੌਰ ਪੰਜਾਬੀ ਦੇ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਨੇ। ਇਸ ਦੇ ਨਾਲ ਵੱਡੇ ਸਿੱਖ ਚਿੰਤਕ ਨੇ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਿੱਛੇ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਅਸੀਂ ਮਨਾਇਆ ਤਾਂ ਡਾਕਟਰ ਜਗਜੀਵਨ ਸਿੰਘ ਹੋਰਾਂ ਨੇ ਲਗਾਤਾਰ ਇੱਕ ਲੜੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਅਖਬਾਰਾਂ ਦੇ ਵਿੱਚ ਇੱਕ ਲੜੀ ਦੇ ਰੂਪ ਦੇ ਵਿੱਚ ਇਹਨਾਂ ਦੇ ਆਰਟੀਕਲ ਛਪਦੇ ਰਹੇ। ਸਿੱਖੀ ਦੇ ਉੱਤੇ ਅਕਸਰ ਇਹ ਸੈਮੀਨਾਰ ਜਿਹੜੇ ਨੇ ਉਹ ਕਰਦੇ ਨੇ, ਬੱਚਿਆਂ ਨੂੰ ਜਿਹੜਾ ਆ ਸੇਧ ਦੇਣ ਦੇ ਵਿੱਚ ਇਹਨਾਂ ਦਾ ਵੱਡਾ ਰੋਲ ਹੈ। ਸਾਹਿਤਕਾਰ ਨੇ 10 ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਨੇ, ਉਸ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਕਿਤਾਬਾਂ ਵੀ ਨੇ। ਹਾਲ ਹੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਵਰਤਾਂਤ ਦੇ ਉੱਤੇ ਇਹਨਾਂ ਦੀ ਕਿਤਾਬ ਜਿਹੜੀ ਉਹ ਰਿਲੀਜ਼ ਹੋਈ ਹੈ। ਸੋ ਇਹਨਾਂ ਤੋਂ ਬਿਹਤਰ ਸਕਾਲਰ ਇਸ ਸਮੇਂ ਨਹੀਂ ਹੋ ਸਕਦਾ ਜਿਨ੍ਹਾਂ ਦੇ ਕੋਲੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਾਣ ਸਕੀਏ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਹਿੰਦ ਦੀ ਚਾਦਰ ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਹਿੰਦੂ ਧਰਮ ਨਾ ਹੁੰਦਾ, ਹਿੰਦੁਸਤਾਨ ਨਾ ਹੁੰਦਾ, ਜਿਹਦਾ ਅੱਜ ਘਮੰਡ ਬਹੁਤ ਲੋਕ ਕਰ ਰਹੇ ਨੇ। ਕਿਵੇਂ ਦੀ ਸ਼ਖਸੀਅਤ, ਕਿਉਂਕਿ ਗੁਰੂ ਨੇ, ਸਿੱਖਾਂ ਦੇ ਤਾਂ 9ਵੇਂ ਗੁਰੂ ਨੇ, ਪਰ ਦੂਸਰੇ ਧਰਮਾਂ ਦੇ ਵਿੱਚ ਬਤੌਰ ਕਿਸੇ ਹੋਰ ਧਰਮ ਨੂੰ ਅਗਲਾ ਫੋਲੋ ਕਰਦਾ, ਪਰ ਇਸ ਗੱਲ ਦੀ ਉਹ ਇੱਜ਼ਤ ਕਰਦੇ ਨੇ। ਇਸ ਗੱਲ ਦਾ ਅੱਜ ਵੀ ਉਹਨਾਂ ਦੇ ਸਿਰ ਤੇ ਅਹਿਸਾਨ ਹੈ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਅੱਜ ਦਿੱਖ ਹੋਰ ਹੁੰਦੀ। ਮੈਂ ਚਾਹੂੰਗਾ ਵੀ ਆਪਾਂ ਸ਼ੁਰੂਆਤ ਕਰੀਏ, ਕਿਉਂਕਿ ਇਹ ਇੱਦਾਂ ਦਾ ਵਿਸ਼ਾ, ਇੱਦਾਂ ਦੀ ਗੱਲ ਆ ਜਿਹੜੀ ਇੱਕ ਐਪੀਸੋਡ ਦੇ ਵਿੱਚ ਨਹੀਂ ਸਮੇਟੀ ਜਾਣੀ। ਸੋ ਦਰਸ਼ਕਾਂ ਨਾਲ ਵੀ ਇਸ ਗੱਲ ਦੀ ਸਾਂਝ ਪਾਉਂਦੇ ਆ ਜੀ ਕਿ ਅਸੀਂ ਨਾ ਕੋਸ਼ਿਸ਼ ਕਰਾਂਗੇ ਕਿ ਤਿੰਨ ਐਪੀਸੋਡਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਗੱਲ ਕਰੀਏ। ਸੋ ਬਚਪਨ ਤੋਂ ਸ਼ੁਰੂਆਤ ਕਰਾਂਗੇ। ਕਿੱਥੇ ਜਨਮ ਹੁੰਦਾ, ਕਿਵੇਂ ਦਾ ਰਵੱਈਆ ਸੀ ਬਚਪਨ ਦੇ ਵਿੱਚ, ਮਾਤਾ ਪਿਤਾ ਨੂੰ ਕੀ ਅਨੁਭਵ ਹੁੰਦਾ ਉਸ ਵੇਲੇ, ਇੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਕਿ ਸਿੱਖਾਂ ਦੇ ਗੁਰੂ ਜਾਂ ਹਿੰਦ ਦੀ ਚਾਦਰ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਵੱਡ ਸ਼ਖਸੀਅਤ ਨੂੰ ਇਸ ਤਰ੍ਹਾਂ ਸੰਕੀਰਨ ਨਜ਼ਰੀਏ ਤੋਂ ਨਹੀਂ ਵੇਖਦਾ ਬਈ ਉਹ ਕੇਵਲ ਹਿੰਦ ਦੀ ਚਾਦਰ ਨੇ ਜਾਂ ਉਹ ਸਿੱਖਾਂ ਦੇ ਗੁਰੂ ਨੇ। ਉਹ ਕੁੱਲ ਦੁਨੀਆ ਦੇ ਗੁਰੂ ਨੇ। ਗੁਰੂ ਜਿਹੜਾ ਹੁੰਦਾ ਉਹ ਪਾਰ ਬ੍ਰਹਮ ਹੁੰਦਾ, ਉਹ ਬ੍ਰਹਮ ਗਿਆਨੀ ਹੁੰਦਾ, ਉਹ ਸੰਕੀਰਣਤਾਵਾਂ ਤੋਂ ਰਹਿਤ ਹੁੰਦਾ, ਲਿਬਰਲ ਹੁੰਦਾ, ਖੁੱਲ੍ਹ ਦਿਲਾ ਹੁੰਦਾ, ਉਹਦਾ ਹਿਰਦਾ ਬੜਾ ਵਿਸ਼ਾਲ ਹੁੰਦਾ। ਉਹ ਬੈਰੀਅਰਸ ਨੂੰ ਨਹੀਂ ਮੰਨਦਾ, ਸੰਕੀਰਣਤਾਵਾਂ ਨੂੰ ਨਹੀਂ ਮੰਨਦਾ, ਬੰਦਸ਼ਾਂ ਨੂੰ ਨਹੀਂ ਮੰਨਦਾ। ਬੰਦਸ਼ਾਂ ਤੋਂ ਉੱਪਰ ਉੱਠ ਕੇ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ। ਤਾਂ ਉਸ ਪੱਖ ਤੋਂ ਗੁਰੂ ਸਾਹਿਬ ਦੀ ਸ਼ਖਸੀਅਤ ਬਹੁਤ ਵੱਡੀ ਹੈ। ਉਹ ਨਾ ਤਾਂ ਕੇਵਲ ਹਿੰਦ ਦੀ ਚਾਦਰ ਨੇ, ਨਾ ਉਹ ਕੇਵਲ ਸਿੱਖਾਂ ਦੇ ਗੁਰੂ ਨੇ, ਉਹ ਤਾਂ ਕੁੱਲ ਕਾਇਨਾਤ ਦੇ ਗੁਰੂ ਨੇ, ਕੁੱਲ ਦੁਨੀਆ ਦੀ ਉਹ ਰਾਖੇ ਨੇ। ਜਿਵੇਂ ਬਹੁਤ ਵਾਰੀ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਤੱਕ ਰਿਡਿਊਸ ਕਰ ਦਿੰਦੇ ਹਾਂ, ਘਟਾ ਕੇ ਵੇਖਦੇ ਹਾਂ। ਅਸਲ 'ਚ ਨਾ ਸਾਡੇ ਕੋਲੇ ਜਿੰਨਾ ਕੁ ਸਾਹਿਤ ਆ ਮੋਟੇ ਤੌਰ ਤੇ, ਸਕੂਲ ਦੇ ਵਿੱਚ ਜਦੋਂ ਅਸੀਂ ਲੇਖ ਪੜ੍ਹਦੇ ਹਾਂ ਉੱਥੇ ਵੀ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਸੋ ਜੋ ਤੁਸੀਂ ਨੇ ਕਿਹਾ ਕਿ ਮੈਂ ਜੋ ਸ਼ਬਦ ਵਰਤੇ ਆ, ਉਹੀ ਚੀਜ਼ਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਮੇਰੇ ਵਰਗਿਆਂ ਦੇ ਉੱਤੇ ਵੀ ਆ, ਵੀ ਜੋ ਪੜ੍ਹਿਆ ਉਹੀ ਅਸੀਂ ਵਿਚਾਰਾਂਗੇ। ਸਾਡੀ ਸਕੂਲਿੰਗ ਹੀ ਇੱਦਾਂ ਦੀ ਹੋਈ ਹੈ ਕਿ ਅਸੀਂ ਉਹਨਾਂ ਦੀ ਸ਼ਖਸੀਅਤ ਨੂੰ ਫੈਲਾ ਕੇ ਵੇਖਣ ਦੀ ਥਾਂ 'ਤੇ ਜਾਂ ਜੋ ਉਹਨਾਂ ਦੀ ਸ਼ਖਸੀਅਤ ਦਾ ਅਸਲ ਰੰਗ ਹੈ ਉਹਨੂੰ ਉਘਾੜਨ ਦੀ ਥਾਂ 'ਤੇ
ਅਸੀਂ ਉਹਨਾਂ ਨੂੰ ਕਿਸੇ ਦਾਇਰੇ ਵਿੱਚ ਫਿੱਟ ਕਰਕੇ ਵੇਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਜਿਹਦੇ ਨਾਲ ਉਹਨਾਂ ਦੀ ਸ਼ਖਸੀਅਤ ਨਾਲ ਮੈਨੂੰ ਲੱਗਦਾ ਇਨਸਾਫ ਨਹੀਂ ਹੁੰਦਾ। ਕਿਉਂਕਿ ਸ਼ਖਸੀਅਤ ਬਹੁਤ ਬੁਲੰਦ ਕਿਰਦਾਰ ਵਾਲੀ ਹੈ, ਬਹੁਤ ਵੱਡੀ ਹੈ, ਉਹਨਾਂ ਦੀ ਕੰਟਰੀਬਿਊਸ਼ਨ, ਉਹਨਾਂ ਦਾ ਯੋਗਦਾਨ, ਉਹਨਾਂ ਦੀ ਦੇਣ ਇੰਨੀ ਵੱਡੀ ਹੈ। ਅਸੀਂ ਉਹਨੂੰ ਸਿਰਫ ਉਹ ਹਿੰਦ ਦੀ ਚਾਦਰ ਤੱਕ ਘਟਾ ਕੇ ਦੇਖਣ ਦੀ ਕਹਿ ਲਓ ਕਿ ਗੁਸਤਾਖੀ ਕਰ ਦਿੰਦੇ ਹਾਂ ਜੀ, ਜਾਂ ਕਹਿ ਲਓ ਕਿ ਸਾਡੀ ਸੀਮਾ ਹੈ, ਅਸੀਂ ਆਪਣੀ ਸੀਮਾ ਕਰਕੇ ਉਹਨਾਂ ਦੀ ਵੱਡ ਸਮਰੱਥਾ ਨੂੰ ਵੀ ਸੀਮਾਬੱਧ ਕਰ ਦਿੰਦੇ ਹਾਂ। ਜ਼ਰੂਰਤ ਇਹ ਹੈ ਕਿ ਅਸੀਂ ਉਹਨਾਂ ਦੀ ਵੱਡ ਸਮਰੱਥਾ ਨੂੰ ਦੇਖ ਸਕੀਏ, ਕਿਉਂਕਿ ਉਹਨਾਂ ਦੀ ਜਿਹੜੀ ਇਹ ਸਾਰੀ ਜਦੋਜਹਿਦ ਸੀ, ਸੰਘਰਸ਼ ਸੀ, ਉਹ ਮਨੁੱਖਤਾ ਦੇ ਲਈ ਸੀ, ਵੈਲਿਊਜ਼ ਦੇ ਲਈ ਸੀ, ਕਦਰਾਂ ਕੀਮਤਾਂ ਦੇ ਲਈ ਸੀ ਕਿ ਕਿਸੇ ਨਾਲ ਜ਼ਬਰ ਨਹੀਂ ਹੋਣਾ ਚਾਹੀਦਾ, ਜ਼ੁਲਮ ਨਹੀਂ ਹੋਣਾ ਚਾਹੀਦਾ, ਕਿਸੇ ਦਾ ਧਰਮ ਧੱਕੇ ਨਾਲ ਨਹੀਂ ਬਦਲਿਆ ਜਾਣਾ ਚਾਹੀਦਾ, ਉਹ ਭਾਵੇਂ ਕੋਈ ਵੀ ਹੈ। ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਉਸੇ ਨੂੰ ਹੀ ਅੱਗੇ ਤੋਰਦੇ ਹੈ। ਔਰ ਉਹ ਫਲਸਫੇ ਦੀ ਖਾਸੀਅਤ ਕੀ ਹੈ, ਤੁਸੀਂ ਦੇਖੋ ਵੀ ਗੁਰੂ ਨਾਨਕ ਸਾਹਿਬ ਜਿਹੜੇ ਹੈ ਉਹ ਜਨੇਊ ਦਾ ਵਿਰੋਧ ਕਰਦੇ ਆ ਨਾ ਜੀ, ਪਰ ਉਹ ਜਨੇਊ ਦਾ ਵਿਰੋਧ ਸਿਰਫ ਹਿੰਦੂ ਧਰਮ ਨੂੰ ਭੰਡਣ ਲਈ ਨਹੀਂ ਕਰਦੇ, ਉਹ ਧਰਮ ਦੇ ਵਿੱਚ ਆ ਚੁੱਕੇ ਪਖੰਡ ਦਾ ਵਿਰੋਧ ਕਰਦੇ ਆ, ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ। ਕਈ ਵਾਰੀ ਅਸੀਂ ਇਸ ਤਰ੍ਹਾਂ ਪੇਸ਼ ਕਰਦੇ ਹਾਂ ਬਈ ਗੁਰੂ ਸਾਹਿਬਾਨ ਨੇ ਸ਼ਾਇਦ ਇਸਲਾਮ ਦਾ ਵਿਰੋਧ ਕੀਤਾ ਹੈ, ਗੁਰੂ ਸਾਹਿਬ ਨੇ ਸ਼ਾਇਦ ਹਿੰਦੂ ਧਰਮ ਦਾ ਵਿਰੋਧ ਕੀਤਾ ਹੈ। ਗੁਰੂ ਸਾਹਿਬ ਨੇ ਕਿਸੇ ਦੇ ਤੋਂ ਵਿਰੋਧੀ ਹੈ ਹੀ ਨਹੀਂ ਗੇ। ਸਭ ਕੋ ਮੀਤ ਹਮ ਆਪਨ ਕੀਨਾ। ਚਾਹੇ ਮੱਕੇ ਮਦੀਨੇ ਦੀ ਘਟਨਾ ਹੋਵੇ, ਚਾਹੇ ਜੋ ਇਸ਼ਨਾਨ ਪਾਣੀ ਕਰਦੇ ਵੇਲੇ ਜਿਹੜਾ ਪਾਣੀ ਦਿੰਦੇ ਸੀਗੇ ਸੂਰਜ ਨੂੰ, ਉਸ ਵੇਲੇ ਜੋ ਉਹਨਾਂ ਨੇ ਸਮਝਾਉਣਾ ਕੀਤਾ, ਬਿਲਕੁਲ ਉਹ ਧਰਮ ਦੇ ਨਾਂ ਤੇ ਜੋ ਪਖੰਡ ਹੋ ਰਿਹਾ ਹੈ, ਅਡੰਬਰ, ਧਰਮ ਦੇ ਨਾਂ ਤੇ ਜੋ ਅਡੰਬਰ ਹੈ, ਉਹਦੇ ਉਹ ਕੱਟੜ ਵਿਰੋਧੀ ਨੇ, ਉਹਨੂੰ ਨਹੀਂ ਉਹ ਕਿਸੇ ਪੱਖੋਂ ਵੀ ਰਿਆਇਤ ਦਿੰਦੇ। ਠੀਕ ਹੈ ਨਾ, ਲੇਕਿਨ ਧਰਮ ਦੇ ਵਿਰੋਧੀ ਨਹੀਂ ਉਹ ਕਿਸੇ ਦੇ ਵੀ, ਨਾ ਹਿੰਦੂਆਂ ਦੇ, ਨਾ ਉਹ ਮੁਸਲਮਾਨਾਂ ਦੇ ਜਾਂ ਇਸਲਾਮ ਦੇ, ਕਿਸੇ ਧਰਮ ਦੇ ਵਿਰੁੱਧ ਕੋਈ ਲੜਾਈ ਨਹੀਂ ਹੈ। ਬਹੁਤ ਵਾਰੀ ਨਾ ਜਿਹੜਾ ਸਿੱਖ ਸਟਰਗਲ ਹੈ, ਪੂਰੀ ਸਿੱਖ ਸੰਘਰਸ਼ ਹੈ, ਉਹਨੂੰ ਵੀ ਇਸਲਾਮ ਵਿਰੋਧੀ ਜਿਹੜੇ ਔਸਤ ਬੁੱਧ ਇਤਿਹਾਸਕਾਰ ਵੀ ਨੇ, ਔਸਤ ਬੁੱਧ ਚਿੰਤਕ ਵੀ ਨੇ, ਉਹ ਵੀ ਇਸ ਤਰ੍ਹਾਂ ਪੇਸ਼ ਕਰਦੇ ਆ ਵੀ ਕਿਤੇ ਸਿੱਖ ਧਰਮ ਦੀ ਇਸਲਾਮ ਦੇ ਨਾਲ ਲੜਾਈ ਹੋ ਰਹੀ ਹੈ। ਇੱਦਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਉਹਦਾ ਮਤਲਬ ਕੀ ਹੈ ਵੀ ਮੇਰੇ ਲਈ ਮਨੁੱਖ ਸਭ ਤੋਂ ਵੱਡਾ ਹੈ। ਮੇਰੇ ਲਈ ਇਹ ਕੋਈ ਮਾਨੇ ਨਹੀਂ ਰੱਖਦਾ ਵੀ ਕੋਈ ਕਿਹੜੇ ਧਰਮ ਨਾਲ ਜੁੜਿਆ ਹੋਇਆ, ਕੋਈ ਕਿਹੜੇ ਧਰਮ ਨਾਲ ਜੁੜਿਆ ਹੋਇਆ। ਦੇਖਣ ਵਾਲੀ ਗੱਲ ਹੈ ਵੀ ਕੀ ਉਹ ਬੰਦਾ ਹੈਗਾ, ਮਨੁੱਖ ਹੈਗਾ। ਅੱਜ ਵੀ ਨਾ ਕਈ ਵਾਰੀ ਜਿਵੇਂ ਹੁਣ ਭਾਰਤ ਦੇ ਵਿੱਚ ਹਾਲਾਤ ਨੇ, ਜੇ ਕੋਈ ਬੰਦਾ ਨਰਿੰਦਰ ਮੋਦੀ ਦਾ ਵਿਰੋਧ ਕਰਦਾ, ਪ੍ਰਧਾਨ ਮੰਤਰੀ ਸਾਹਿਬ ਦਾ, ਜਾਂ ਕਿਸੇ ਵੀ ਹਿੰਦੂ ਪਖੰਡ, ਜਿਵੇਂ ਤੁਸੀਂ ਹਿੰਦੂ ਧਰਮ 'ਚ ਕੋਈ ਪਖੰਡ ਹੁੰਦਾ, ਤਾਂ ਉਸ ਬੰਦੇ ਨੂੰ ਨਾ, ਜੇ ਖਾਸ ਕਰਕੇ ਉਹ ਸਿੱਖ ਹੈ, ਤਾਂ ਇਹ ਕਿਹਾ ਜਾਂਦਾ ਕਿ ਤੁਸੀਂ ਆਪਣਾ ਇਤਿਹਾਸ ਵੇਖੋ, ਤੁਹਾਡੀ ਤਾਂ ਖੁਦ ਲੜਾਈ ਮੁਸਲਮਾਨਾਂ ਨਾਲ ਰਹੀ ਆ। ਗੱਲ ਉੱਥੇ ਹੀ ਆ ਗਈ ਕਿ ਸਾਨੂੰ ਇਸ ਤਰੀਕੇ ਦੇ ਨਾਲ ਜੋੜਿਆ ਜਾਂਦਾ ਵੀ ਤੁਸੀਂ ਤਾਂ ਮੁਸਲਮਾਨਾਂ ਦੇ ਵੈਰੀ ਹੋ। ਬਿਲਕੁਲ, ਉਹ ਖੁਦ ਜਿਹੜੇ ਆ ਨਾ, ਉਹ ਸੰਕੀਰਣ ਸੋਚਾਂ ਦੇ ਧਾਰਨੀ ਨੇ। ਉਹ ਅਸਲੀ ਅਰਥਾਂ ਵਿੱਚ ਧਾਰਮਿਕ ਹੈ ਹੀ ਨਹੀਂ। ਮੇਰੀ ਨਜ਼ਰ ਵਿੱਚ ਧਾਰਮਿਕ ਮਨੁੱਖ ਜਿਹੜਾ ਹੈ ਉਹ ਬਹੁਤ ਉਦਾਰਚਿਤ ਹੁੰਦਾ, ਲਿਬਰਲ ਹੁੰਦਾ, ਉਹ ਖੁੱਲ੍ਹੇ ਦਿਲ ਵਾਲਾ ਹੁੰਦਾ। ਉਹ ਬੈਰੀਅਰਸ ਨੂੰ ਤਾਂ ਤੋੜ ਦਿੰਦਾ, ਉਹ ਜਾਂ ਬੈਰੀਅਰ ਤੋਂ ਉੱਪਰ ਉੱਠ ਜਾਂਦਾ। ਉਹ ਬੰਧਨਾਂ ਤੋਂ ਬੰਧਨ ਮੁਕਤ ਸ਼ਖਸੀਅਤ ਹੁੰਦੀ ਹੈ। ਜਿਹੜਾ ਤੁਸੀਂ ਫੇਰ ਬੰਧਨਾਂ 'ਚ ਜੰਜਾਲਾਂ 'ਚ ਫਸ ਗਿਆ, ਹਿੰਦੂ ਹੈ, ਸਿੱਖ ਹੈ ਨਾ, ਇਹ ਪੰਜਾਬੀ ਹੈ, ਬੰਗਾਲੀ ਹੈ, ਉਹਦੇ ਤੋਂ ਉੱਪਰ ਉੱਠ ਜਾਂਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਤੋੜ ਦਿੱਤਾ ਸੀ ਗੁਰੂ ਸਾਹਿਬ ਨੇ, ਜਾਤ ਪਾਤ ਨੂੰ, ਹੈ ਨਾ, ਜਾਂ ਵੰਡੀਆਂ ਨੂੰ। ਤੋੜਿਆ ਨਹੀਂ ਜਾ ਸਕਦਾ ਹੁੰਦਾ। ਸਮਾਜ ਦੇ ਵਿੱਚ ਵਿਲੱਖਣਤਾਵਾਂ, ਵੱਖਰਤਾਵਾਂ ਰਹਿੰਦੀਆਂ ਹੁੰਦੀਆਂ ਨੇ, ਉਹਨਾਂ ਤੋਂ ਤੁਸੀਂ ਉੱਪਰ ਉੱਠਣਾ ਹੁੰਦਾ ਵੀ ਉਹ ਵੱਖਰਤਾਵਾਂ ਨੂੰ ਮੁੱਖ ਰੱਖ ਕੇ ਤੁਸੀਂ ਕਿਸੇ ਨਾਲ ਵਿਤਕਰਾ ਨਾ ਕਰੋ, ਤੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ। ਉਹਦੇ ਤੋਂ ਕੀ ਕਰਨਾ? ਟਰਾਂਸਕੈਂਡ ਕਰਨਾ, ਉੱਪਰ ਉੱਠਣਾ। ਔਰ ਉਹ ਤਾਂ ਉੱਠ ਸਕੋਗੇ ਜਦੋਂ ਤੁਸੀਂ ਆਤਮਿਕ ਪੱਧਰ 'ਤੇ ਜਿਹੜਾ ਹੈ ਉਹ ਪਰਮਾਤਮਾ ਨਾਲ ਜੁੜੋਗੇ। ਤੇ ਉੱਥੇ ਪਹੁੰਚ ਕੇ ਉੱਥੇ ਕੋਈ ਵੰਡੀਆਂ ਹੈ ਹੀ ਨਹੀਂ। ਉੱਥੇ ਸਾਈਂ ਮੀਆਂ ਮੀਰ ਜਿਹੜੇ ਹੈ ਉਹ ਗੁਰੂ ਅਰਜਨ ਪਾਤਸ਼ਾਹ ਦੇ ਸਭ ਤੋਂ ਨੇੜਲੇ ਜਿਹੜੇ ਆ ਉਹ ਦੋਸਤ ਹੈਗੇ ਆ, ਤੇ ਉਹਨਾਂ ਕੋਲ ਉਹ ਨੀਂਹ ਪੱਥਰ ਰਖਵਾ ਰਹੇ ਆ। ਹਾਂਜੀ, ਦਰਬਾਰ ਸਾਹਿਬ ਦਾ। ਠੀਕ ਹੈ ਨਾ, ਉੱਥੇ ਕੋਈ ਭੇਦਭਾਵ ਹੀ ਨਹੀਂ ਹੈ। ਇਸਲਾਮ ਨਾਲ ਕਾਹਦਾ ਵਿਰੋਧ ਹੈ? ਕੋਈ ਵਿਰੋਧ ਨਹੀਂ ਹੈ। ਵਿਰੋਧ ਧਰਮ ਦੇ ਨਾਂ 'ਤੇ ਹੋ ਰਹੇ ਅਡੰਬਰ ਤੇ ਪਖੰਡ ਦੇ ਵਿਰੁੱਧ ਹੈ, ਜਿਹਦੀ ਸ਼ੁਰੂਆਤ ਜਿਹੜੀ ਹੈ ਗੁਰਮਤਿ ਵਿਚਾਰਧਾਰਾ ਦੀ, ਉਹ ਭਗਤ ਰਵਿਦਾਸ ਤੋਂ ਹੋ ਜਾਂਦੀ ਹੈ, ਕਬੀਰ ਸਾਹਿਬ ਤੋਂ ਹੋ ਜਾਂਦੀ ਹੈ, ਗੁਰੂ ਨਾਨਕ ਸਾਹਿਬ ਤਾਂ ਉਹਨੂੰ ਅੱਗੇ ਤੋਰਦੇ ਆ। ਕਈ ਵਾਰੀ ਸਾਨੂੰ ਇਹ ਵੀ ਲੱਗਦਾ ਹੁੰਦਾ ਵੀ ਗੁਰਮਤਿ ਵਿਚਾਰਧਾਰਾ ਦਾ ਆਰੰਭ ਸ਼ਾਇਦ ਗੁਰੂ ਨਾਨਕ ਸਾਹਿਬ ਤੋਂ ਹੋਇਆ। ਹਾਂਜੀ, ਇਸ ਤਰ੍ਹਾਂ ਨਹੀਂ ਹੈ। ਗੁਰਮਤਿ ਵਿਚਾਰਧਾਰਾ ਦਾ ਆਰੰਭ ਕਬੀਰ ਸਾਹਿਬ ਤੋਂ, ਬਾਬਾ ਫਰੀਦ ਸਾਹਿਬ ਤੋਂ, ਗੁਰੂ ਰਵਿਦਾਸ ਜੀ ਤੋਂ ਹੋ ਜਾਂਦਾ। ਠੀਕ ਹੈ ਨਾ। ਉਹ ਜਿਹੜੀ ਐਡਾਲੋਜੀ ਹੈ ਨਾ, ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਭਗਤਾਂ ਦੀ ਬਾਣੀ ਦਰਜ ਹੈ, ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਉਹ ਗੁਰਮਤਿ ਵਿਚਾਰਧਾਰਾ ਦਾ ਸੰਗ੍ਰਹਿ ਹੈ। ਠੀਕ ਹੈ ਨਾ। ਔਰ ਉਹਦਾ ਜਿਹੜਾ ਦਾਇਰਾ ਹੈ ਉਹ ਇਕੱਲਾ ਪੰਜਾਬ ਤਾਂ ਹੈ ਨਹੀਂ, ਨਾ ਮਾਝਾ ਹੈ,
ਨਾ ਦੁਆਬਾ ਹੈ। ਉਹ ਸੰਬੋਧਨ ਕਿਹਨੂੰ ਹੈ? ਉਹ ਪੂਰੇ ਹਿੰਦੁਸਤਾਨ ਨੂੰ ਹੈ, ਪੂਰੇ ਭਾਰਤ ਨੂੰ ਹੈ, ਪੂਰੀ ਕਾਇਨਾਤ ਨੂੰ ਹੈ। ਤਾਂ ਉਸ ਪੱਖੋਂ ਉਹ ਪੂਰੀ ਕਾਇਨਾਤ ਦੇ, ਪੂਰੀ ਦੁਨੀਆ ਦੇ ਗੁਰੂ ਨੇ। ਉਹ ਅਸੀਂ ਸਾਡੇ ਨੇ, ਅਸੀਂ ਠੇਕਾ ਲਿਆ ਹੋਇਆ, ਠੀਕ ਹੈ ਨਾ। ਉਹ ਸਾਰਿਆਂ ਦੇ ਨੇ। ਸਾਬੇ ਸਾਂਝੀ ਵਾਲ ਸਦਾਇਣ, ਕੋਈ ਨਾ ਦੇਸੇ ਬਾਹਰ ਆ ਜੀ। ਹੁਣ ਕਈ ਕਹਿ ਦਿੰਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਹਿੰਦੂਆਂ ਲਈ ਸ਼ਹਾਦਤ ਦਿੱਤੀ ਹੈ, ਦੂਜਿਆਂ ਲਈ ਸ਼ਹਾਦਤ ਦਿੱਤੀ ਹੈ। ਦੂਜਿਆਂ ਲਈ ਸ਼ਹਾਦਤ ਨਹੀਂ ਦਿੱਤੀ ਹੈ। ਕਸ਼ਮੀਰੀ ਪੰਡਤ ਆਏ, ਇਤਿਹਾਸ ਦੇਖੋ। ਉਸ ਸਮੇਂ ਜਿਹੜਾ ਕਸ਼ਮੀਰ ਹੈ ਨਾ, ਹਾਂਜੀ, ਉਹ ਗੜ੍ਹ ਸੀਗਾ ਵਿਦਵਤਾ ਦਾ, ਵਿਦਵਾਨਾਂ ਦਾ, ਪੰਡਤਾਂ ਦਾ। ਪੰਡਤ ਮਤਲਬ ਇਹ ਨਹੀਂ ਵੀ ਜਿਹਨੇ ਬੋਧੀ ਰੱਖੀ ਹੋਈ ਹੈ ਉਹ ਪੰਡਤ ਹੈ। ਪੰਡਤ ਕੌਣ ਹੈ? ਜਿਹੜਾ ਵਿਦਵਾਨ ਹੈ, ਸਕਾਲਰ ਹੈ। ਗੁਰੂ ਸਾਹਿਬ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ ਉਹ ਕਹਿੰਦਾ ਸਾਂਝ ਕਰੀਜੈ ਗੁਣਾ ਕੇ। ਕਿਸੇ ਕੋਲ ਵੀ ਗੁਣ ਹੈ, ਉਹਨੂੰ ਕੀ ਕਰਨਾ? ਉਹਨੂੰ ਸਲੂਟ ਕਰਨਾ, ਉਹਨੂੰ ਸਜਦਾ ਕਰਨਾ, ਉਹਨੂੰ ਸਲਾਮ ਕਰਨਾ, ਉਹਨੂੰ ਮਾਨਤਾ ਦੇਣੀ ਹੈ, ਉਹਦਾ ਸਤਿਕਾਰ ਕਰਨਾ, ਗੁਣਵੱਤਾ ਦਾ। ਅਤੇ ਜੇ ਅਸੀਂ ਗੁਣਵੱਤਾ ਦਾ ਸਤਿਕਾਰ ਨਹੀਂ ਕਰਦੇ, ਉਹ ਕਸ਼ਮੀਰੀ ਪੰਡਤ ਆਏ ਗੁਰੂ ਸਾਹਿਬ ਕੋਲ, ਪੀੜਤ ਸੀਗੇ, ਬਿਲਕੁਲ, ਵੀ ਸਾਡੀ ਰਾਖੀ ਕਰੋ। ਉਹ ਹਿੰਦੂ ਧਰਮ ਦੀ ਰਾਖੀ ਨਹੀਂ ਕੀਤੀ, ਉਹਨਾਂ ਨੇ ਰਾਖੀ ਕੀਤੀ ਵੈਲਿਊਜ਼ ਦੀ, ਕਦਰਾਂ ਕੀਮਤਾਂ ਦੀ। ਭਾਈ ਤੈਨੂੰ ਕੀ ਹੱਕ ਹੈ? ਤੂੰ ਕਿਉਂ ਇਹਦੇ ਨਾਲ ਧੱਕਾ ਕਰਦਾ ਹੈ? ਇਹਨਾਂ ਨੂੰ ਆਪਣੇ ਢੰਗ ਨਾਲ ਜਿਉਣ ਦੇ, ਠੀਕ ਹੈ। ਜਿਸ ਜੋ ਇਹਨਾਂ ਦਾ ਧਰਮ ਹੈ ਉਹਨਾਂ ਨੂੰ, ਇਹਨਾਂ ਨੂੰ ਉਹ ਫੋਲੋ ਕਰਨ ਦਿਓ। ਤੁਸੀਂ ਕੌਣ ਹੁੰਦੇ ਹੋ? ਤਾਂ ਉਹਦੇ ਵਿੱਚ ਉਹਨਾਂ ਨੇ ਸਟੈਂਡ ਲਿਆ, ਉੱਥੇ ਖੜੇ ਰਹੇ ਫਿਰ, ਠੀਕ ਹੈ, ਸੀਸ ਦਿਆ। ਪਰ ਉਹਨਾਂ ਨੇ ਆਪਣੀ ਜਿਹੜੀ ਗੱਲ ਸੀਗੀ ਉਹਨੂੰ ਛੱਡਿਆ ਨਹੀਂ ਹੈ। ਬਿਲਕੁਲ, ਸਿਰ ਦੇਣਾ ਪ੍ਰਵਾਨ ਕਰ ਲਿਆ। ਕਿਉਂਕਿ ਵਾਅਦਾ ਕੀਤਾ ਸੀ ਵੀ ਜੇ ਮੈਨੂੰ ਔਰੰਗਜ਼ੇਬ ਮੁਸਲਮਾਨ ਬਣਾ ਲਏਗਾ, ਠੀਕ ਹੈ ਨਾ, ਫਿਰ ਤੁਸੀਂ ਸੋਚ ਲਿਓ। ਤਾਂ ਉਹਨਾਂ ਨੇ ਜਾ ਕੇ ਕਹਿ ਦਿੱਤਾ ਵੀ ਸਾਡਾ ਗੁਰੂ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇਕਰ ਤੁਸੀਂ ਉਹਨਾਂ ਨੂੰ ਇਸਲਾਮ ਵਿੱਚ ਸ਼ਾਮਲ ਕਰ ਲਓਗੇ ਤਾਂ ਅਸੀਂ ਆਪਣੇ ਆਪ ਸ਼ਾਮਲ ਹੋ ਜਾਵਾਂਗੇ। ਪਰ ਗੁਰੂ ਸਾਹਿਬ ਅਡੋਲ ਰਹੇ। ਉਹ ਜਿਹੜੀ ਅਡੋਲ ਸ਼ਖਸੀਅਤ ਹੈ, ਉਹਦੇ ਲਈ ਉਹਨਾਂ ਦਾ ਜਿਹੜਾ ਬਚਪਨ ਹੈ, ਆਪਾਂ ਜਿਹੜਾ ਮੁੱਖ ਮੁੱਦਾ ਉਹਦੇ 'ਤੇ ਆ ਜਾਈਏ ਕਿ ਉਹ ਬਚਪਨ ਦਾ ਜਿਹੜਾ ਰੋਲ ਹੈ ਉਹ ਬਹੁਤ ਵੱਡਾ ਹੈ। ਕਿਉਂਕਿ ਉਹ ਤਿਆਰੀ, ਮੈਂ ਅਕਸਰ ਕਹਿਣਾ ਹੁੰਦਾ ਕਿ ਜਿਹੜੀ ਪ੍ਰਾਪਤੀ ਹੈ ਜਾਂ ਸ਼ਹਾਦਤ ਹੈ ਗੁਰੂ ਸਾਹਿਬ ਦੀ, ਬਹੁਤ ਵੱਡੀ ਹੈ। ਉਸ ਸ਼ਹਾਦਤ ਦੀ ਜਿਹੜੀ ਵਡਵਡਿਆਈ ਹੈ, ਉਹਦੀ ਤਿਆਰੀ ਜਿਹੜੀ ਹੈ ਉਸੇ ਅਨੁਪਾਤ ਵਿੱਚ ਤਿਆਰੀ ਹੋਈ ਹੈ, ਤਾਂ ਉਹ ਇੱਥੋਂ ਤੱਕ ਪਹੁੰਚੇ ਹੈ। ਪ੍ਰਾਪਤੀ ਜਿਹੜੀ ਹੈ ਤਿਆਰੀ ਦੇ ਅਨੁਪਾਤ 'ਚ ਹੁੰਦੀ ਹੈ। ਤੋ ਤਿਆਰੀ ਦਾ ਜਿਹੜਾ ਸਮਾਂ ਹੈ ਉਹ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ। ਕਿ ਉਹਨਾਂ ਦੀ ਜਿਹੜੀ ਬਚਪਨ ਦੀ ਸ਼ਖਸੀਅਤ ਹੈ ਉਹ ਬੜੇ ਧਿਆਨੀ ਬਿਰਤੀ ਵਾਲੇ, ਬੜੇ ਖਾਮੋਸ਼ ਸ਼ਾਂਤ ਚਿੱਤ ਰਹਿਣ ਵਾਲੇ ਸੀਗੇ। ਬਾਕੀ ਉਹਨਾਂ ਦੇ ਵੱਡੇ ਭਰਾ ਵੀ ਸਾਰੇ ਬੜੇ ਤਪਸਵੀ ਸਨ, ਬੜੇ ਧਿਆਨੀ ਬਿਰਤੀ ਵਾਲੇ ਸਨ। ਬਾਬਾ ਗੁਰਦਿੱਤਾ ਜੀ ਬਹੁਤ ਵੱਡੇ ਤਪਸਵੀ ਸਨ। ਸੂਰਜਮਲ ਜੀ ਬਹੁਤ ਵੱਡੇ ਤਪਸਵੀ ਸਨ। ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ। ਬਾਬਾ ਅਟਲ ਰਾਏ ਜੀ ਬਾਰੇ ਤਾਂ ਬਹੁਤ ਸਾਰੇ ਲੋਕ ਜਾਣਦੇ ਵੀ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਕਿਸ ਢੰਗ ਨਾਲ ਜਿਹੜੀ ਹੈ ਉਹ ਆਪਣਾ ਜਿਹੜਾ ਦੋਸਤ ਹੈ ਇੱਕ, ਉਹਨੂੰ ਜਿਉਂਦਿਆਂ ਕਰ ਦਿੱਤਾ ਸੀ। ਅਚੇਤ ਹੀ ਕੋਈ ਕਰਾਮਾਤ ਵਿਖਾਉਣਾ ਉਹਨਾਂ ਦਾ ਮਕਸਦ ਨਹੀਂ ਸੀ, ਠੀਕ ਹੈ ਨਾ, ਪ੍ਰਦਰਸ਼ਨ ਕਰਨਾ ਕੋਈ ਮਕਸਦ ਨਹੀਂ ਸੀ। ਅਚੇਤ ਹੀ ਸਹਿਜ ਸੁਭਾਵਕ ਹੀ ਇਸ ਤਰ੍ਹਾਂ ਹੋ ਗਿਆ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਨਾਰਾਜ਼ਗੀ ਪ੍ਰਗਟ ਕੀਤੀ ਵੀ ਤੁਸੀਂ ਇਹ ਤਾਕਤਾਂ ਦਾ ਜਿਹੜਾ ਪ੍ਰਦਰਸ਼ਨ ਕੀਤਾ ਇਹ ਠੀਕ ਨਹੀਂ ਹੈ। ਕਿਉਂਕਿ ਕਰਾਮਾਤ ਦਾ ਤਾਂ ਕੋਈ ਥਾਂ ਹੀ ਨਹੀਂ ਹੈ ਨਾ ਸਿੱਖ ਧਰਮ ਦੇ ਜੋ ਸਿੱਖ ਫਲਸਫਾ ਉਹਦੇ ਵਿੱਚ ਹਮੇਸ਼ਾ ਇਸ ਚੀਜ਼ ਨੂੰ ਕਿਹਾ ਗਿਆ। ਭਗਤੀ 'ਚ ਜੇ ਸ਼ਕਤੀ ਨਹੀਂ ਹੈ ਫਿਰ ਭਗਤੀ ਕਾਹਦੀ ਹੈ? ਕਰਾਮਾਤ ਹੁੰਦੀ ਹੈ ਪਰ ਕਰਾਮਾਤਾਂ ਦਾ ਪ੍ਰਦਰਸ਼ਨ ਨਹੀਂ ਕਰਨਾ ਹੁੰਦਾ। ਕਰਾ ਰਿੱਧੀਆਂ ਸਿੱਧੀਆਂ ਗੁਰਮਤਿ ਵਿੱਚ ਸਾਰਾ ਸਿਧਾਂਤ ਹੈਗਾ, ਰਿੱਧੀਆਂ ਸਿੱਧੀਆਂ ਤਾਂ ਹੈਗੀਆਂ ਨਾ, ਤਾਕਤ ਆਉਂਦੀ ਹੈ ਉਹਦੇ ਨਾਲ। ਜਿਹੜੀ ਸਬਲ ਭਗਤੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਗੁਰਮਤਿ ਵਿਚਾਰਧਾਰਾ ਦੇ ਵਿੱਚ ਵੀ ਹੈ। ਭਗਤੀ ਕਦ ਲਈ ਹੈ? ਉਹਦੇ ਨਾਲ ਸ਼ਕਤੀ ਆਏਗੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਹੀ ਨੇ ਨਾ ਦੋ ਬਹੁਤ ਮਹੱਤਵਪੂਰਨ ਨੇ, ਜੁੜਵੇਂ। ਜਿਵੇਂ ਬਾਬਾ ਫਰੀਦ ਦੇ ਦੋ ਸ਼ਲੋਕ ਨੇ ਨਿਹੋਂ ਬਾਰੇ, ਪਿਆਰ ਬਾਰੇ, ਪਿਆਰ ਦੀ ਵਿਆਕਰਨ ਨੂੰ ਜਿਹੜੇ ਪੇਸ਼ ਕਰਦੇ ਆ ਜਾਂ ਸਮਝਾਉਂਦੇ ਆ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੋ, ਚਲਾਂ ਤਾਂ ਭਿੱਜੇ ਕੰਬਲੀ ਰਾਹ ਤਾਂ ਟੁੱਟੇ ਨਿਹੋ। ਦੂਜੇ ਸ਼ਲੋਕ 'ਚ ਫੈਸਲਾ ਹੋ ਜਾਂਦਾ, ਭਿੱਜੋ ਸਿਜੋ ਕੰਬਲੀ ਅੱਲਾਹ ਵਰਸਿਓ ਮੇ, ਜਾਏ ਮਿਲਾਂ ਤੈਨੂੰ ਸੱਜਣਾ ਟੁੱਟੂ ਨਾ ਹੀ ਨਹੀਂ। ਉਹ ਪਿਆਰ ਨੂੰ ਸਾਰੇ ਡਿਫਾਈਨ ਕੀਤਾ ਦੋ ਸ਼ਲੋਕਾਂ ਦੇ ਵਿੱਚ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਦੋ ਸ਼ਲੋਕ ਨੇ ਬੜੇ ਮਹੱਤਵਪੂਰਨ ਨੇ। ਮੈਂ ਸਮਝਦਾ ਉਹਨਾਂ ਦੀ ਜਿਹੜੀ ਪੂਰੀ ਦਰਸ਼ਨ ਹੈ, ਪੂਰਾ ਕਿਰਦਾਰ ਹੈ, ਉਹਨਾਂ ਦਾ ਚਰਿੱਤਰ ਹੈ, ਉਹਨੂੰ ਸਮਝਣ ਦੇ ਲਈ ਕਿ ਉਹ ਦੋਨੇ ਸ਼ਲੋਕ ਨੇ ਬਲ ਛੁੱਟ ਕੇ ਉਹ ਬੰਧਨ ਭਰੇ। ਇੱਕ ਸ਼ਲੋਕ ਵਿੱਚ ਬਲ ਛੁੱਟ ਕੇ ਉਹ, ਜਦੋਂ ਤੁਹਾਡੇ ਤੁਹਾਡੇ ਕੋਲ ਆਤਮਿਕ ਬਲ ਨਹੀਂ ਹੈ ਤਾਂ ਬੰਧਨ ਪੈਣਗੇ। ਬੰਧਨ ਕਦੋਂ ਟੁੱਟਣਗੇ? ਬਲ ਹੋਆ ਬੰਧਨ ਛੁੱਟੇ। ਤੇ ਉਹ ਬਲ ਕਿਹਦੇ ਨਾਲ ਆਉਣਾ? ਤਪੱਸਿਆ ਨਾਲ ਆਉਣਾ ਨਾ, ਭਗਤੀ ਨਾਲ ਆਉਣਾ।
ਦਸਮ ਪਾਤਸ਼ਾਹ ਦਾ ਐਡਾ ਬੁਲੰਦ ਕਿਰਦਾਰ ਜਿਹੜਾ ਹੈ, ਇੱਕ ਬੁਲੰਦ ਸ਼ਖਸੀਅਤ ਪੈਦਾ ਹੋਈ, ਉਹਦੇ ਲਈ ਬੜੀ ਵੱਡੀ ਤਪੱਸਿਆ ਪਿੱਛੇ ਮਾਤਾ ਗੁਜਰੀ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਤਪੱਸਿਆ ਬਾਬਾ ਬਕਾਲਾ ਵਿੱਚ ਜਿਹੜੀ ਉਹਨਾਂ ਨੇ ਕੀਤੀ, ਉਹ ਜਦੋਂ ਤੁਸੀਂ ਅਗਲੀ ਕਿਸ਼ਤ ਵਿੱਚ ਉਹਦੇ ਬਾਰੇ ਗੱਲ ਜਨਮ ਤਾਂ ਗੁਰੂ ਸਾਹਿਬ ਦਾ ਅੰਮ੍ਰਿਤਸਰ ਚ ਹੁੰਦਾ। ਹਾਂ, ਗੁਰੂ ਸਾਹਿਬ ਦਾ ਜਿਹੜਾ ਜਨਮ ਹੈ, ਕਿਉਂਕਿ ਮਾਝੇ ਦਾ ਕੇਂਦਰ ਗੁਰੂ ਹਰਗੋਬਿੰਦ ਸਾਹਿਬ ਦੀਆਂ ਗਤੀਵਿਧੀਆਂ ਦਾ ਕੇਂਦਰ ਛੇਹਰਟਾ ਸਾਹਿਬ ਰਿਹਾ, ਅੰਮ੍ਰਿਤਸਰ ਰਿਹਾ। ਅਕਾਲ ਤਖਤ ਦੀ ਸਿਰਜਣਾ ਉਹਨਾਂ ਨੇ ਕੀਤੀ। ਤੋ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਵੀ ਅੰਮ੍ਰਿਤਸਰ ਵਿਖੇ 1621 ਈਸਵੀ ਵਿੱਚ ਹੋਇਆ। ਔਰ ਗੁਰੂ ਦਰਬਾਰ ਵਿੱਚ ਅਕਸਰ ਗੁਰੂ ਤੇਗ ਬਹਾਦਰ ਸਾਹਿਬ, ਬਾਲ ਗੁਰੂ ਤੇਗ ਬਹਾਦਰ ਸਾਹਿਬ ਹਾਜ਼ਰੀ ਭਰਦੇ ਹੁੰਦੇ ਸੀਗੇ। ਔਰ ਉਹ ਹਮੇਸ਼ਾ ਸਮਾਧੀਲੀਨ ਰਹਿੰਦੇ ਸੀ, ਧਿਆਨ ਮਗਨ ਰਹਿੰਦੇ ਸੀ, ਖਾਮੋਸ਼ ਚਿੱਤ ਰਹਿੰਦੇ ਸੀ। ਉਂਦੀ ਪਾ ਕੇ ਅੱਖਾਂ ਹਮੇਸ਼ਾ, ਜਿਵੇਂ ਅਸੀਂ ਕਹਿੰਦੇ ਡਾਊਨ ਟੂ ਅਰਥ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਬਚਪਨ ਦੇ ਵਿੱਚ ਹੀ ਇਸ ਕਿਸਮ ਦੀ ਜਿਹੜੀ ਸ਼ਖਸੀਅਤ ਸੀ ਕਿ ਉਹ ਹਮੇਸ਼ਾ ਜਿਹੜਾ ਉਹਨਾਂ ਦੇ ਨਿੱਜ ਸਥਾਨ ਸੀ, ਜ਼ਿਆਦਾਤਰ ਉੱਥੇ ਬੈਠਦੇ ਸੀ। ਜ਼ਿਆਦਾਤਰ ਉਹ ਗੋਸ਼ਾ ਨਸ਼ੀਨ ਰਹਿੰਦੇ ਸੀ, ਜਿਹੜਾ ਉਰਦੂ ਦਾ ਸ਼ਬਦ ਹੈ ਕਿ ਇਕਾਂਤਵਾਸ। ਇਕਾਂਤਵਾਸ ਜਿਹੜਾ ਹੈ ਨਾ, ਇੱਥੇ ਵੀ ਦੋ ਸ਼ਬਦ ਨੇ, ਤੁਸੀਂ ਵੀ ਉਹਨਾਂ ਨੂੰ ਸਮਝਦੇ ਹੋਵੋਗੇ। ਇੱਕ ਸ਼ਬਦ ਹੈ ਇਕਾਂਤ, ਇੱਕ ਸ਼ਬਦ ਹੈ ਇਕਲਾਪਾ। ਅੰਗਰੇਜ਼ੀ ਵਿੱਚ ਅਸੀਂ ਇਹਨੂੰ ਨਿਖੇੜਦੇ ਹਾਂ ਅਲੋਨਨੈਸ ਐਂਡ ਲੋਨਲੀਨੈਸ। ਲੋਨਲੀਨੈਸ ਇੱਕ ਤਰ੍ਹਾਂ ਦਾ ਸਰਾਪ ਹੁੰਦਾ ਹੈ ਕਿ ਤੁਹਾਨੂੰ ਆਪਣਾ ਆਪ ਖਾਣ ਨੂੰ ਪੈਂਦਾ ਹੈ। ਦੂਜੇ ਪਾਸੇ ਜਿਹੜੀ ਇਕੱਲਤਾ ਹੈ, ਉਹ ਇੱਕ ਨਾਲ ਤੁਸੀਂ ਲੈ ਹੋ ਜਾਂਦੇ ਹੋ। ਇੱਕ ਕੌਣ ਹੈ? ਉਹ ਪਰਮਾਤਮਾ ਹੈ। ਉਹ ਸ਼ਖਸੀਅਤ ਜਿਹੜੀ ਇੱਕ ਨਾਲ ਸੁਰਬੱਧ ਹੋਈ ਹੈ। ਤੋ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਸੀ, ਭਾਵ ਪਰਮਾਤਮਾ ਨਾਲ ਜੁੜੇ ਹੋਏ ਰਹਿਣਾ ਪਸੰਦ ਕਰਦੇ ਸੀਗੇ ਹਮੇਸ਼ਾ। ਉਹ ਇਕਾਗਰਤਾ, ਧਿਆਨ ਮਗਨਤਾ, ਅਡੋਲਤਾ। ਤੁਸੀਂ ਦੇਖੋਗੇ ਏਡਾ ਵੱਡਾ ਜਿਹੜਾ ਜਾਬਰ ਬਾਦਸ਼ਾਹ ਹੈ, ਉਹਦੇ ਅੱਗੇ ਅਡੋਲ ਖੜੇ ਰਹਿਣਾ ਜੀ, ਇਹ ਜਿਹੜਾ ਹੈ, ਇਹ ਜਿਹੜਾ ਬਲ ਹੈ, ਇਹ ਜਿਹੜੀ ਤਾਕਤ ਹੈ, ਇਹ ਤਪੱਸਿਆ ਤੋਂ ਹੀ ਪ੍ਰਾਪਤ ਹੋਏਗੀ ਨਾ। ਇਹ ਇਸ ਤਰ੍ਹਾਂ ਤੁਸੀਂ ਖਲੋ ਨਹੀਂ ਸਕਦੇ। ਇੱਕ ਨਾ ਆਪਾਂ ਗੱਲ ਕਰਦੇ ਹੁੰਦੇ ਹਾਂ ਆਮ ਤੌਰ ਤੇ, ਕਥਾਵਾਚਕ ਬਹੁਤ ਸਾਂਝ ਪਾਉਂਦੇ ਹਾਂ। ਕਹਿੰਦੇ ਵੀ ਸਾਰੇ ਗੁਰੂਆਂ ਨੇ ਨਾ ਵੀ ਇਹੀ ਸੰਦੇਸ਼ ਦਿੱਤਾ ਵੀ ਜ਼ਿੰਦਗੀ ਜਿਵੇਂ ਆਪਾਂ ਜਿਉਂਦੇ ਹਾਂ ਗ੍ਰਸਥੀ ਦੇ ਵਿੱਚ, ਸਭ ਤਰ੍ਹਾਂ ਜ਼ਿੰਦਗੀ ਇਸੇ ਤਰੀਕੇ ਨਾਲ, ਮਤਲਬ ਇਹ ਨਹੀਂ ਹੈਗਾ ਕਿ ਗੁਰੂ ਸਾਹਿਬ ਨੇ ਵੀ ਉਸੇ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕੀਤੀ। ਹੁਣ ਗੱਲਬਾਤ ਤੁਸੀਂ ਦੱਸਿਆ ਕਿ ਉਹ ਇਕੱਲੇ ਰਹਿਣਾ ਪਸੰਦ ਕਰਦੇ ਸੀ, ਧਿਆਨ ਚਿੱਤ ਹੋ ਕੇ ਬੈਠਦੇ ਸੀਗੇ। ਮਤਲਬ ਉਦੋਂ ਇਹ ਨਹੀਂ ਸੀ ਲੱਗਦਾ ਵੀ ਬਾਕੀ ਬੱਚਿਆਂ ਵਾਂਗ ਬਾਹਰ ਜਾਂਦੇ ਹੋਣਗੇ, ਖੇਡਦੇ ਹੋਣਗੇ, ਜਾਂ ਬਚਪਨ ਜਿਹੜਾ ਹੁੰਦਾ ਆ, ਜਿਵੇਂ ਵੀ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਵੀ ਬਣੀਆਂ ਉਹਦੇ ਵਿੱਚ ਵੀ ਵਿਖਾਇਆ ਗਿਆ ਕਿ ਉਹ ਵੀ ਆਪਸ ਦੇ ਵਿੱਚ ਭਰਾ ਜਿਹੜੇ ਨੇ ਖੇਡਦੇ ਨੇ। ਪਤਾ ਗੁਰੂ ਸਾਹਿਬ ਨੂੰ ਵੀ ਸੀ, ਗੁਰੂ ਗੋਬਿੰਦ ਸਿੰਘ ਨੂੰ ਵੀ ਸੀਗਾ ਕਿ ਇਹ ਜਿਹੜੇ ਨੇ ਇਹ ਕੋਈ ਆਮ ਬੱਚੇ ਨਹੀਂ ਹੈਗੇ, ਪਰ ਇੱਕ ਜਿਹੜਾ ਉਹਨਾਂ ਦਾ ਦਿੱਖ ਦਿਖਾਈ ਜਾਂਦੀ ਹੈ ਉਹ ਆਮ ਬੱਚਿਆਂ ਵਰਗੀ ਦਿਖਾਈ ਜਾਂਦੀ ਹੈ ਕਿ ਉਹ ਵੀ ਉਸੇ ਤਰੀਕੇ ਦੇ ਨਾਲ ਖੇਡਣਾ, ਆਪਸ ਦੇ ਵਿੱਚ ਲੜਨਾ ਝਗੜਨਾ। ਇਸ ਸੰਦਰਭ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਜਿਹੜਾ ਸੀਗਾ ਆਪਣੇ ਭੈਣ ਭਰਾਵਾਂ ਨਾਲ ਕਿਵੇਂ ਸੀਗਾ? ਇਹ ਬੜਾ ਜਿਹੜਾ ਵੈਲਿਊਏਬਲ ਸਵਾਲ ਹੈ ਬਈ। ਸਧਾਰਨ ਹੁੰਦਿਆਂ ਹੋਇਆਂ ਵੀ ਅਸਧਾਰਨ ਸੀਗੇ, ਆਰਡੀਨਰੀ ਹੁੰਦਿਆਂ ਹੋਇਆਂ ਵੀ ਐਕਸਟਰਾ ਆਰਡੀਨਰੀ ਪਰਸਨੈਲਿਟੀ ਸੀਗੀ। ਇਹ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਬਚਪਨ ਦੇ ਵਿੱਚ ਹੀ ਕੋਈ ਬਹੁਤ ਅਲੋਕਾਰ ਗੱਲਾਂ ਕਰਨ ਲੱਗ ਪਏ ਸੀ। ਜਿਸ ਤਰ੍ਹਾਂ ਦੇ ਆਮ ਬੱਚੇ ਹੁੰਦੇ ਉਸੇ ਤਰ੍ਹਾਂ ਦਾ ਹੀ ਉਹਨਾਂ ਦਾ ਸਾਦਾ ਮੁਰਾਦਾ ਜੀਵਨ ਸੀ, ਸਰਲ ਤੇ ਸਾਦਾ। ਲੇਕਿਨ ਉਹ ਅੰਦਰਲੇ ਗੁਣਾਂ ਕਰਕੇ ਵਿਲੱਖਣ ਸੀਗੇ, ਐਕਸਟਰਾ ਆਰਡੀਨਰੀ ਸੀਗੇ, ਠੀਕ ਹੈ ਨਾ। ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਵਿਲੱਖਣ ਪੱਖ ਹੈ ਉਹ ਹੈਗਾ ਵੈਰਾਗ। ਸੰਸਾਰੀ ਕਾਰ ਵਿਹਾਰ ਜਾਂ ਸੰਸਾਰਕਤਾ ਨਾਲ ਉਹ ਜੁੜੇ ਰਹੇ ਜੀ, ਗ੍ਰਸਤ ਵੀ ਉਹਨਾਂ ਨੇ ਨਿਭਾਇਆ, ਲੇਕਿਨ ਉਹ ਇਸ ਤਰ੍ਹਾਂ ਨਹੀਂ, ਐਬਸੋਲਿਊਟ ਅਟੈਚਮੈਂਟ ਨਹੀਂ ਹੈ ਵੀ ਬਿਲਕੁਲ ਹੀ ਗ੍ਰਸਤ ਹੋ ਜਾਣਾ ਹੈ ਸੰਸਾਰ ਦੇ ਵਿੱਚ। ਸੰਸਾਰ ਪ੍ਰਤੀ ਉਪਰਾਮਤਾ, ਸੰਸਾਰ ਪ੍ਰਤੀ ਜਿਹੜਾ ਵੈਰਾਗ ਦਾ ਭਾਵ ਹੈ ਉਹ ਉਹਨਾਂ ਤੇ ਵੱਧ ਭਾਰੂ ਸੀ। ਉਹ ਭਾਰੂ ਹੋਣ ਦਾ ਕਾਰਨ ਇਹ ਸੀ ਕਿ ਉਹ ਨਿਰੰਕਾਰ ਨਾਲ ਜੁੜੇ ਹੋਏ ਸੀ। ਇੱਕ ਸੰਸਾਰ ਹੈ, ਇੱਕ ਨਿਰੰਕਾਰ ਹੈ। ਜੇ ਨਿਰੰਕਾਰ ਨਾਲ ਜੁੜਨਾ ਤਾਂ ਸੰਸਾਰ ਨਾਲੋਂ ਟੁੱਟਣਾ ਪਊਗਾ। ਜੇ ਤੁਸੀਂ ਕਹੋ ਵੀ ਮੈਂ ਸੰਸਾਰੀ ਵੀ ਰਹਾਂ, ਸੰਸਾਰ ਨਾਲ ਵੀ ਜੁੜਿਆ ਰਹਾਂ, ਉਹ ਇੱਕ ਹੱਦ ਤੱਕ ਤਾਂ ਹੋ ਸਕਦਾ ਸੰਸਾਰ ਨਾਲ ਜੁੜਾਓ, ਜੈਸੇ ਜਲ ਮੈਂ ਕਮਲ ਨਿਰਾਲਮ ਹੈ, ਠੀਕ ਹੈ, ਕਿਉਂਕਿ ਉਹ ਰਹਿਣਾ ਤਾਂ ਸੰਸਾਰ ਵਿੱਚ ਹੈ ਨਾ। ਉਸ ਹੱਦ ਤੱਕ ਇਹਨਾਂ ਨਹੀਂ ਸੰਸਾਰ ਵਿੱਚ ਗਰਕਣਾ ਕਿ ਨਿਰੰਕਾਰ ਹੀ ਭੁੱਲ ਜੇ, ਠੀਕ ਹੈ। ਤੋ ਨਿਰੰਕਾਰ ਨਾਲ ਜੁੜ ਕੇ ਹੀ ਜਿਹੜਾ ਸੰਸਾਰ ਪ੍ਰਤੀ ਵਿਰਾਗ ਦਾ ਭਾਵ ਪੈਦਾ ਹੁੰਦਾ, ਜਾਂ ਸੰਸਾਰ ਪ੍ਰਤੀ ਵਿਰਾਗ ਦਾ ਭਾਵ ਜਦੋਂ ਪੈਦਾ ਹੁੰਦਾ ਤਾਂ ਫਿਰ ਨਿਰੰਕਾਰ ਵੱਲ ਸਫ਼ਰ ਸ਼ੁਰੂ ਹੁੰਦਾ ਹੈ। ਅਦਰਵਾਈਜ਼ ਤਾਂ ਉਹ ਸੰਸਾਰ ਦੀ ਜਿਹੜੀ ਮਾਇਆ ਉਹੀ ਮਨੁੱਖ ਨੂੰ ਘੇਰੀ ਰੱਖਦੀ ਹੈ, ਉਹ ਨਿਰੰਕਾਰ ਵੱਲ ਜਾਣ ਹੀ ਨਹੀਂ ਦਿੰਦੀ। ਅਸੀਂ ਆਮ ਕਹਿ ਦਿੰਦੇ ਹਾਂ ਨਾ ਵੀ ਪਰਮਾਤਮਾ ਦਾ ਰਾਹ ਸੌਖਾ ਵੀ ਹੈ, ਔਖਾ ਵੀ ਹੈ। ਉਹ ਇਸ ਕਰਕੇ ਹੈ ਵੀ ਸੰਸਾਰ ਨੂੰ ਛੱਡਣਾ ਬੜਾ ਔਖਾ ਹੈ,
ਸੰਸਾਰਕ ਝਮੇਲੇ ਜੰਜਾਲ ਜਿਹੜੇ ਆ ਉਹ ਬਾਰ-ਬਾਰ ਸਾਨੂੰ ਆ ਕੇ ਘੇਰ ਲੈਂਦੇ ਆ। ਉਹਦੇ ਲਈ ਬੜੀ ਇਕਾਗਰ ਸ਼ਖਸੀਅਤ ਲੋੜੀਂਦੀ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਬਚਪਨ ਦੇ ਵਿੱਚ ਹੀ ਉਹ ਬਹੁਤ ਇਕਾਗਰ ਚਿੱਤ ਸੀਗੇ, ਬੜੇ ਅਡੋਲ ਚਿੱਤ ਸੀਗੇ, ਕਿਉਂਕਿ ਉਹਨਾਂ ਦੀ ਜਿਹੜੀ ਧਿਆਨ ਸਾਧਨਾ ਹੈ, ਤਪੱਸਿਆ ਹੈ, ਉਹ ਇੰਨੀ ਲੰਮੇਰੀ ਔਰ ਗਹਿਰੀ ਹੈ ਕਿ ਉੱਥੇ ਫਿਰ ਕੋਈ ਸੰਸਾਰ ਦਾ ਜਿਹੜਾ ਕੋਈ ਬਾਹਰੀ ਪ੍ਰਭਾਵ ਹੈ ਉਹਨਾਂ ਦੀ ਸ਼ਖਸੀਅਤ ਨੂੰ ਅਸਰਅੰਦਾਜ਼ ਨਹੀਂ ਕਰਦਾ। ਇਹੀ ਕਾਰਨ ਹੈ ਕਿ ਉਹ ਵਕਤ ਦੇ ਸਭ ਤੋਂ ਜ਼ਾਲਮ ਬਾਦਸ਼ਾਹ ਦੇ ਸਾਹਮਣੇ ਜਾ ਕੇ ਖੜਦੇ ਆ, ਖੜੇ ਰਹਿੰਦੇ ਆ। ਬਚਪਨ ਦਾ ਕੋਈ ਵਾਕਿਆ ਜਿਹਦੇ ਨਾਲ ਇੱਕ ਤਾਂ ਹੁੰਦਾ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਜਾਣੀ ਜਾਣ ਸੀਗੇ, ਉਹ ਤਾਂ ਉਸ ਸਮੇਂ ਉਹਨਾਂ ਨੂੰ ਤਾਂ ਪਤਾ ਸੀਗਾ, ਹੈ ਨਾ। ਤੇ ਇੱਕ ਹੁੰਦਾ ਕਿ ਬਾਕੀਆਂ ਨੂੰ ਪਤਾ ਚੱਲਦਾ ਵੀ ਇਹ ਬੰਦਾ ਆਮ ਨਹੀਂ ਹੈਗਾ, ਇਸ ਬੱਚੇ ਦੇ ਅੰਦਰ ਵੀ ਜਿਹੜਾ ਆ ਉਹ ਪਰਮਾਤਮਾ ਵਸਦਾ। ਬੇਸ਼ੱਕ ਪਰਮਾਤਮਾ ਹਰ ਕਿਸੇ 'ਚ ਵਸਦਾ। ਇੱਕ ਹੁੰਦਾ ਆ ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹਾਦਤ ਲਈ ਜਾਂਦੇ ਨੇ, ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਕਿ ਤੁਹਾਡੇ ਤੋਂ ਮਹਾਨ ਬੰਦਾ ਕਿਹੜਾ ਹੋ ਸਕਦਾ ਇਸ ਵੇਲੇ। ਉਸ ਵੇਲੇ ਉਸ ਮੌਕੇ ਤੇ ਜੋ ਲੋਕ ਮੌਜੂਦ ਸੀ ਸਭ ਹੈਰਾਨ ਰਹਿ ਜਾਂਦੇ ਨੇ ਕਿ ਇਸ ਬਾਲਕ ਨੇ ਕੀ ਕਹਿਤਾ। ਮੈਂ ਚਾਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੁੜੀ ਹੋਈ ਕੋਈ ਐਸੀ ਗੱਲ, ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਇਹ ਗੱਲ ਕਹੀ ਹੈ, ਬੜੀ ਭਾਵਪੂਰਤ ਹੈ ਵੀ ਤੁਹਾਡੇ ਤੋਂ ਵੱਡਾ। ਇਹਦਾ ਮਤਲਬ ਹੈ ਕਿ ਉਹ ਗੁਰੂ ਆਪਣੇ ਪਿਤਾ ਗੁਰੂ ਦੀ ਵੱਡੀ ਸ਼ਖਸੀਅਤ ਤੋਂ ਭਲੀ ਭਾਂਤ ਜਾਣੂ ਸੀਗੇ 9 ਸਾਲ ਦੀ ਉਮਰ ਦੇ ਵਿੱਚ ਹੀ। ਇਸੇ ਤਰ੍ਹਾਂ ਜਦੋਂ ਬਚਪਨ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਰਵੱਈਆ ਸੀ, ਆਪਣੇ ਸਭ ਤੋਂ ਛੋਟੇ ਪੁੱਤਰ ਪ੍ਰਤੀ ਰਵੱਈਆ ਸੀ, ਉਹ ਬੜਾ ਖਾਸ ਕਰਕੇ ਉਹਨਾਂ ਦੀ ਪਤਨੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨੇ ਨਾਨਕੀ ਜੀ, ਉਹਨਾਂ ਲਈ ਉਹ ਬੜਾ ਹੈਰਾਨੀ ਵਾਲਾ ਤੇ ਇੱਕ ਬੁਝਾਰਤ ਵਾਂਗ ਸੀਗਾ, ਕਿਉਂਕਿ ਉਹ ਬਾਰ-ਬਾਰ ਦੇਖਦੇ ਸੀਗੇ ਕਿ ਜਦੋਂ ਵੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲਾਂ ਖਾਸੀਅਤ ਇਹ ਸੀ ਕਿ ਉਹ ਪਹਿਲਾਂ ਤਾਂ ਬਹੁਤ ਘੱਟ ਗੁਰੂ ਦਰਬਾਰ ਵਿੱਚ ਆਉਂਦੇ ਸੀਗੇ। ਅੱਛਾ। ਉਹ ਆਪਣੇ ਨਿੱਜ ਸਥਾਨ 'ਤੇ ਇਕਾਂਤ ਰਹਿਣਾ ਪਸੰਦ ਕਰਦੇ ਸੀ। ਜਦੋਂ ਆਉਂਦੇ ਸੀ, ਜਦੋਂ ਉਹਨਾਂ ਦਾ ਦਿਲ ਕਰਦਾ ਸੀ ਆਪਣੇ ਪਿਤਾ ਗੁਰੂ ਨੂੰ ਮਿਲਣ ਦਾ, ਦਰਸ਼ਨ ਕਰਨ ਦਾ, ਤਾਂ ਆਉਂਦੇ ਸੀ ਦਰਬਾਰ ਵਿੱਚ ਔਰ ਚੁੱਪਚਾਪ ਉਹਨਾਂ ਨੂੰ ਚਰਨ ਬੰਦਨਾ ਕਰਕੇ ਇੱਕ ਪਾਸੇ ਬੈਠ ਜਾਂਦੇ ਸੀ, ਚੌਂਕੜਾ ਮਾਰ ਕੇ, ਔਰ ਸਮਾਧੀ ਲੀਨ ਹੋ ਜਾਂਦੇ ਸੀ। ਔਰ ਬਹੁਤੀ ਵਾਰੀ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਸੀ, ਇਤਿਹਾਸ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸਤਿਕਾਰ ਵਜੋਂ ਉੱਠ ਜਾਂਦੇ ਸੀ ਔਰ ਉੱਠ ਕੇ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਲੈਂਦੇ ਸੀ ਤੇ ਕੋਲ ਬਿਠਾ ਲੈਂਦੇ ਸੀ। ਅੱਛਾ। ਔਰ ਬਹੁਤ ਵਾਰੀ ਉਹਨਾਂ ਦਾ ਜਿਹੜਾ ਮੂਕ ਸੰਵਾਦ ਹੀ ਚੱਲਦਾ ਸੀ, ਬੋਲਦੇ ਨਹੀਂ ਸੀ, ਇੱਕ ਦੂਜੇ ਨੂੰ ਨਿਹਾਰਦੇ ਰਹਿੰਦੇ ਸੀ, ਦੇਖਦੇ ਰਹਿੰਦੇ ਸੀ। ਔਰ ਇਹ ਬਹੁਤ ਵਾਰੀ ਮਾਤਾ ਨਾਨਕੀ ਜੀ ਨੇ ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ, ਮੇਰੇ ਹੋਰ ਪੁੱਤਰ ਵੀ ਨੇ, ਬਾਬਾ ਗੁਰਦਿੱਤਾ ਜੀ ਵੀ ਰਹੇ ਨੇ, ਬਾਬਾ ਸੂਰਜਮਲ ਜੀ ਵੀ ਨੇ, ਅਣੀ ਰਾਏ ਵੀ ਨੇ, ਅਟਲ ਰਾਏ ਵੀ ਨੇ, ਉਹ ਵੀ ਤਪਸਵੀ ਨੇ ਬਹੁਤ ਵੱਡੇ, ਪਰ ਉਹਨਾਂ ਨੂੰ ਇੰਨਾ ਇੱਜ਼ਤ ਮਾਣ, ਉਹਨਾਂ ਸਤਿਕਾਰ ਨਹੀਂ ਦਿੰਦੇ ਜਿੰਨਾ ਇਹਨਾਂ ਨੂੰ ਦਿੰਦੇ ਨੇ। ਤਾਂ ਉਹਨਾਂ ਦੇ ਮਨ ਵਿੱਚ ਇਹ ਪ੍ਰਸ਼ਨ ਜਿਹੜਾ ਬਹੁਤ ਵਾਰੀ ਖੌਰੂ ਪਾਉਂਦਾ ਰਿਹਾ ਵੀ ਸਮਾਂ ਆਉਣ 'ਤੇ ਮੈਂ ਆਪਣੇ ਪਤੀ ਗੁਰੂ ਨੂੰ ਪੁੱਛਾਂਗੀ ਵੀ ਇਹਦਾ ਕੀ ਕਾਰਨ ਹੈ। ਤਾਂ ਇਤਿਹਾਸ ਦੱਸਦਾ ਕਿ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਹੀ ਸੀ ਬੈਠੇ ਘਰ ਦੇ ਵਿੱਚ, ਤੇ ਨਾਨਕੀ ਜੀ ਵੀ ਬੈਠੇ ਸਨ, ਤਾਂ ਆਏ ਤਾਂ ਮੱਥਾ ਟੇਕ ਕੇ ਜਿਹੜਾ ਸਾਈਡ 'ਤੇ ਬੈਠ ਗਏ, ਆਪਣੀ ਭਗਤੀ ਵਿੱਚ ਲੀਨ ਹੋ ਗਏ। ਤਾਂ ਮੌਕਾ ਦੇਖ ਕੇ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਵੀ ਮੈਂ ਇੱਕ ਸਵਾਲ ਪੁੱਛਣਾ, ਮੈਨੂੰ ਦੱਸੋ ਵੀ ਇਹ ਤੁਹਾਡਾ ਜਿਹੜਾ ਇਹ ਬੱਚੇ ਪ੍ਰਤੀ ਜਿਹੜਾ ਨਜ਼ਰੀਆ ਹੈ, ਰਵੱਈਆ ਹੈ, ਐਟੀਟਿਊਡ ਹੈ, ਉਹ ਵੱਖਰਾ ਹੈ, ਇਹਦੇ ਕੀ ਕਾਰਨ ਨੇ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ 2 ਕਾਰਨ ਦੱਸੇ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸ਼ਖਸ ਹੈ, ਇਹ ਜਿਹੜਾ ਮੇਰਾ ਪੁੱਤਰ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਸਿਦਕ, ਸਬਰ ਤੇ ਸਹਿਣਸ਼ੀਲਤਾ ਦਾ ਮੁਜੱਸਮਾ ਹੋਏਗਾ। ਇਹ ਵੱਡਾ ਕਾਰਨ ਹੈ ਜਿਹੜਾ ਮੈਂ ਇਹਨਾਂ ਨੂੰ ਇੰਨਾ ਸਤਿਕਾਰ ਦਿੰਦਾ। ਇਹ ਧੀਰ ਧੁਰੰਦਰ ਨੇ, ਧੀਰਜਵਾਨ ਨੇ, ਬਹੁਤ ਅਡੋਲ ਸ਼ਖਸੀਅਤ ਦੇ ਮਾਲਕ ਨੇ। ਇਸ ਕਰਕੇ ਭਵਿੱਖ ਦੇ ਵਿੱਚ ਇਹਨਾਂ ਨੇ ਸਾਬਤ ਵੀ ਕਰਨੀ ਹੈ ਆਪਣੀ ਅਡੋਲ ਸ਼ਖਸੀਅਤ। ਦੂਸਰਾ ਵੱਡਾ ਕਾਰਨ ਜਿਹੜਾ ਉਹਨਾਂ ਨੇ ਦੱਸਿਆ ਸਤਿਕਾਰ ਦਾ, ਕਿ ਭਵਿੱਖ ਦੇ ਵਿੱਚ ਇਹਨਾਂ ਦੇ ਘਰ ਇੱਕ ਬਾਦਸ਼ਾਹ ਦਰਵੇਸ਼ ਨੇ, ਇੱਕ ਯੋਧੇ ਪੁੱਤਰ ਨੇ, ਸੂਰਬੀਰ ਪੁੱਤਰ ਨੇ ਪੈਦਾ ਹੋਣਾ ਹੈ, ਔਰ ਜਿਹਦਾ ਨਾਂ ਦੁਨੀਆ ਦੇ ਇਤਿਹਾਸ ਵਿੱਚ ਹੋਏਗਾ, ਜਿਨ੍ਹਾਂ ਨੇ ਹਿੰਦੁਸਤਾਨ ਦੀ ਤਕਦੀਰ ਜਿਹੜੀ ਹੈ ਬਦਲ ਦੇਣੀ ਹੈ, ਔਰ ਇਹ ਜ਼ਾਲਮ ਰਾਜ ਦੀ ਜਿਹੜੀ ਨੀਂਹ ਹੈ ਉਹ ਪੁੱਟ ਦੇਣੀ ਹੈ। ਇਹ 2 ਕਾਰਨ ਨੇ ਜਿਸ ਕਾਰਨ ਮੈਂ ਇਸ ਭਵਿੱਖ ਦੇ ਵੱਡੇ ਸ਼ਖਸ ਨੂੰ ਕੀ ਕਰਦਾ, ਸਿਜਦਾ ਕਰਦਾ, ਸਲਾਮ ਕਰਦਾ ਜਾਂ ਸਤਿਕਾਰ ਪੇਸ਼ ਕਰਦਾ। ਇਹ ਕਾਰਨ ਹੈ। ਤੋ ਇਹ ਸੁਣ ਕੇ ਉਹਨਾਂ ਦੇ ਮਨ ਦੀ ਜਿਹੜੀ ਜਗਿਆਸਾ ਹੈ ਉਹ ਕਾਫੀ ਤ੍ਰਿਪਤ ਹੋਈ ਵੀ ਇਹ ਕਾਰਨ ਹੈ। ਹੁੰਦਾ ਹੀ ਹੈ ਕਿ ਕਿਉਂ ਇਹਨਾਂ ਦਾ ਵੱਖਰਾ ਰਵੱਈਆ ਹੈ ਬਾਕੀ ਪੁੱਤਰਾਂ ਦੇ ਮੁਕਾਬਲੇ ਮਾਂ ਨੂੰ। ਤਾਂ ਜਦੋਂ ਉਹਨਾਂ ਨੂੰ ਬੜੀ ਸੰਤੁਸ਼ਟੀ ਹੋਈ ਵੀ ਇਹ ਕਾਰਨ ਹੈ, ਜਦੋਂ ਪਤੀ ਗੁਰੂ ਨੇ ਉਹਨਾਂ ਨੂੰ
ਦੱਸਿਆ। ਕਿੰਨੇ ਵਰੇ ਜਿਹੜੇ ਆ ਉੱਥੇ ਬਤਾਏ ਨੇ, ਮਤਲਬ ਅੰਮ੍ਰਿਤਸਰ ਜਿੱਥੇ ਜਨਮ ਹੁੰਦਾ, ਕਿੰਨੇ ਸਾਲ ਤੱਕ ਉੱਥੇ ਹੀ ਰਹਿੰਦੇ ਨੇ? ਕਿਉਂਕਿ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਬੰਧ ਅੱਗੇ ਜਾ ਕੇ ਅਨੰਦਪੁਰ ਸਾਹਿਬ ਨਾਲ ਜੁੜਦਾ ਆ। ਹਾਂਜੀ, ਤਪੱਸਿਆ ਬਾਬਾ ਬਕਾਲੇ ਹੁੰਦੀ ਆ, ਬਿਲਕੁਲ ਬਿਲਕੁਲ। ਪਟਨਾ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ। ਬਚਪਨ ਦੇ ਉੱਤੇ ਆਪਾਂ ਕੇਂਦਰਿਤ ਆ ਵੀ ਬਚਪਨ ਦੇ ਜਿਹੜੇ ਕਿੰਨੇ ਵਰੇ ਜਿਹੜੇ ਉਹ ਅੰਮ੍ਰਿਤਸਰ ਦੇ ਵਿੱਚ ਬਿਤਾਉਂਦੇ ਨੇ। ਇਤਿਹਾਸ ਦੱਸਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਵਿਆਹ ਹੈ ਉਹ 1632 ਈਸਵੀ ਵਿੱਚ ਹੋਇਆ। 1621 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੁੰਦਾ ਹੈ। ਇਹਦਾ ਮਤਲਬ 11 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ। ਤਾਂ ਆਪਾਂ ਮੰਨ ਸਕਦੇ ਹਾਂ ਕਿ ਜਿਹੜਾ ਪੂਰਾ ਬਚਪਨ ਦਾ ਸਮਾਂ ਹੈ, ਹੋਸ਼ ਸੰਭਾਲਣ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਆਪਾਂ ਗਿਣ ਸਕਦੇ ਹਾਂ ਕਿ ਉਹ ਸਮਾਂ ਉਹਨਾਂ ਦਾ ਅੰਮ੍ਰਿਤਸਰ ਸਾਹਿਬ ਵਿਖੇ ਬੀਤਿਆ। ਫਿਰ ਇਹ ਵੀ ਇਤਿਹਾਸ ਦੱਸਦਾ ਕਿ 1635 ਦੇ ਕਰੀਬ ਕੀਰਤਪੁਰ ਸਾਹਿਬ ਨਗਰ ਵਸਾਇਆ ਗਿਆ, ਜਿਹੜਾ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਫਿਰ ਕੁਛ ਅਰਸੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਆ ਗਏ। 1644 ਈਸਵੀ ਤੱਕ ਉਹ ਉੱਥੇ ਹੀ ਰਹੇ, ਜਦੋਂ ਤੱਕ ਉਹਨਾਂ ਨੇ ਗੁਰਿਆਈ ਜਿਹੜੀ ਹੈ ਆਪਣੇ ਪੋਤਰੇ ਗੁਰੂ ਹਰ ਰਾਏ ਸਾਹਿਬ ਨੂੰ ਨਹੀਂ ਦਿੱਤੀ। ਉਸ ਤੋਂ ਪਹਿਲਾਂ ਤੱਕ ਦਾ ਜਿਹੜਾ ਸਮਾਂ ਉਹ ਕੀਰਤਪੁਰ ਸਾਹਿਬ ਦੇ ਇਰਦ ਗਿਰਦ ਹੀ ਘੁੰਮਦਾ। ਪਹਿਲਾਂ ਸਾਰਾ ਜਿਹੜਾ ਸਮਾਂ ਹੈ ਉਹ ਅੰਮ੍ਰਿਤਸਰ ਸਾਹਿਬ ਦਾ ਹੀ ਹੈ। ਤੋਂ ਬਚਪਨ ਜਿਹੜਾ ਹੈ ਮੋਟੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਵਿਖੇ ਬੀਤਦਾ। ਔਰ ਉਦੋਂ ਅਗਲਾ ਹਿੱਸਾ ਜਿਹੜਾ ਹੈ ਉਹਨਾਂ ਦੇ ਵਿਆਹ ਤੋਂ ਬਾਅਦ ਦਾ ਕਹਿ ਲਓ ਉਹ ਕੀਰਤਪੁਰ ਸਾਹਿਬ, ਉਹ ਉਸ ਥਾਂ ਦੇ ਉੱਤੇ ਉਹਨਾਂ ਦਾ ਸਮਾਂ ਬੀਤਦਾ। ਜਦੋਂ 1644 ਈਸਵੀ ਵਿੱਚ ਗੁਰਿਆਈ ਜਿਹੜੀ ਹੈ 6ਵੇਂ ਪਾਤਸ਼ਾਹ ਨੇ 7ਵੇਂ ਪਾਤਸ਼ਾਹ ਨੂੰ ਦੇਣੀ ਸੀ, ਗੁਰਿਆਈ ਦੀ ਜੋਤ ਅੱਗੇ ਚੱਲਣੀ ਸੀ, ਤਾਂ ਉਸ ਵੇਲੇ ਬੜੇ ਰਮਜਮਈ ਢੰਗ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਆਪਣੀ ਸੁਪਤਨੀ ਨੂੰ ਉਹਨਾਂ ਦੇ ਪੇਕੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਬਾਬਾ ਬਕਾਲਾ ਭੇਜ ਦਿੱਤਾ। ਸੋ ਸੰਗਤ ਜੀ, ਗੱਲਬਾਤ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਦੀ ਗੱਲਬਾਤ ਕੀਤੀ ਆ। ਦੇਖੋ, ਦਾਇਰਾ ਬਹੁਤ ਵੱਡਾ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਸਮੇਂ ਦੇ ਵਿੱਚ ਜਿੰਨਾ ਕੁ ਹੋ ਸਕੇ ਉਹਨਾਂ ਦੀ ਜ਼ਿੰਦਗੀ ਬਾਰੇ ਤੁਹਾਡੇ ਨਾਲ ਸਾਂਝ ਪਾਈਏ। ਸੋ ਬਚਪਨ ਦੇ ਵਿੱਚ ਹੀ ਕਿਵੇਂ ਉਹ ਪਰਮਾਤਮਾ ਦੇ ਨਾਲ ਲੀਨ ਰਹਿੰਦੇ ਸੀ, ਵਾਕਿਆ ਤੁਹਾਡੇ ਨਾਲ ਸਾਂਝਾ ਕੀਤਾ ਡਾਕਟਰ ਜਗਜੀਵਨ ਸਿੰਘ ਹੋਣਾ ਨੇ, ਕਿ ਕਿਵੇਂ ਮਾਤਾ ਨਾਨਕੀ ਹੋਰਾਂ ਨੇ ਸਵਾਲ ਕੀਤਾ 6ਵੇਂ ਪਾਤਸ਼ਾਹ ਨੂੰ ਕਿ ਤੁਹਾਡਾ ਰਵੱਈਆ ਕਿਉਂ ਵੱਖਰਾ। ਸੋ ਗੱਲਬਾਤ ਅਸੀਂ ਅਗਲੇ ਅੰਕ ਦੇ ਵਿੱਚ, ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਕਿ ਉਸ ਤੋਂ ਅੱਗੇ ਦਾ ਸਫ਼ਰ ਕਿਹੋ ਜਿਹਾ ਸੀ। ਗੁਰੂ ਸਾਹਿਬ ਜਦੋਂ ਵਿਆਹ ਹੋ ਜਾਂਦਾ, ਉਸ ਤੋਂ ਅੱਗੇ ਦਾ ਸਫ਼ਰ, ਤਪੱਸਿਆ ਬਾਬਾ ਬਕਾਲੇ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਕੀਤੀ, ਗੁਰਿਆਈ ਤੱਕ ਦਾ ਸਫ਼ਰ ਜਿਹੜਾ ਉਹ ਕਿਵੇਂ ਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਜਦੋਂ ਗੱਲ ਕਰਦੇ ਹਾਂ, ਬਚਪਨ ਸਮਾਧੀ ਦੇ ਵਿੱਚ ਬੀਤਾ। ਬਚਪਨ ਦੇ ਵਿੱਚ ਹੀ ਉਹਨਾਂ ਦਾ ਸੁਭਾਅ ਜਿਹੜਾ ਸੀਗਾ ਉਹ ਤਪੱਸਿਆ ਵਾਲਾ ਸੀਗਾ। ਵਿਚਰਦੇ ਸੀਗੇ, ਇਕੱਲੇ ਰਹਿ ਕੇ ਖੁਸ਼ ਸੀ। ਗੱਲਬਾਤ ਅਸੀਂ ਨੇ ਕੀਤੀ ਡਾਕਟਰ ਜਗਜੀਵਨ ਸਿੰਘ ਦੇ ਨਾਲ। ਅੱਗੇ ਦਾ ਸਫ਼ਰ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ 11 ਵਰ੍ਹਿਆਂ ਦੀ ਉਮਰ 'ਚ ਵਿਆਹ ਹੋ ਜਾਂਦਾ। ਵਿਆਹ ਤੋਂ ਬਾਅਦ ਉਹ ਅੰਮ੍ਰਿਤਸਰ ਰਹਿੰਦੇ ਨੇ ਜਾਂ ਕੀਰਤਪੁਰ ਸਾਹਿਬ ਜਦੋਂ ਉਹ ਜਾਂਦੇ ਨੇ, ਕਦੋਂ ਜਾਂਦੇ ਨੇ? ਬਾਬਾ ਬਕਾਲੇ ਦੇ ਵਿੱਚ ਜੋ ਤਪੱਸਿਆ ਹੁੰਦੀ ਆ, ਜੋ ਇਤਿਹਾਸਕਾਰਾਂ ਨੇ ਵੱਖ-ਵੱਖ ਲਿਖਿਆ, ਕੋਈ 20 ਸਾਲ ਲਿਖਦਾ, ਕੋਈ 25 ਸਾਲ ਲਿਖਦਾ। ਉਹ ਸਮਾਂ ਕਿਹੜਾ ਸੀ? ਫਿਰ ਗੁਰਗੱਦੀ ਮਿਲਦੀ ਆ ਬਾਬਾ ਬਕਾਲੇ ਦੇ ਵਿੱਚ, ਮੱਖਣ ਸ਼ਾਹ ਲੁਬਾਣਾ ਦਾ ਸੰਬੰਧ। ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਇਸ ਐਪੀਸੋਡ ਦੇ ਵਿੱਚ ਕਰਾਂਗੇ। ਡਾਕਟਰ ਸਾਹਿਬ, ਸਵਾਗਤ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਗੱਲਬਾਤ ਬਚਪਨ ਦੀ ਕੀਤੀ ਹਾਂਜੀ, ਪਿਛਲੀ ਵਾਰ ਆਪਾਂ ਉੱਥੋਂ ਹੀ ਜੋੜਾਂਗੇ ਜੀ ਕਿ ਵਿਆਹ ਹੋ ਜਾਂਦਾ 1632 ਦੇ ਵਿੱਚ, 32 ਈਸਵੀ ਵਿੱਚ 11 ਸਾਲ ਦੀ ਉਮਰ ਦੇ ਵਿੱਚ। ਕਰਤਾਰਪੁਰ 2 ਨੇ ਸਾਡੇ ਪੰਜਾਬ ਦੇ ਵਿੱਚ, ਇੱਕ ਰਾਵੀ ਵਾਲਾ ਕਰਤਾਰਪੁਰ, ਇੱਕ ਜਲੰਧਰ ਲਾਗੇ ਜਿਹੜਾ ਕਰਤਾਰਪੁਰ ਹੈ। ਮਾਤਾ ਗੁਜਰੀ ਜੀ ਦਾ ਜਿਹੜਾ ਪੇਕਾ ਪਿੰਡ ਹੈ, ਉਹਨਾਂ ਦੇ ਪਿਤਾ ਜੀ ਦਾ ਪਿੰਡ ਹੈ, ਉਹ ਕਰਤਾਰਪੁਰ ਜਲੰਧਰ ਵਾਲਾ ਹੈ। ਇੱਕ ਕਰਤਾਰਪੁਰ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ, ਰਾਵੀ ਦਰਿਆ ਦੇ ਕਿਨਾਰੇ, ਜਿੱਥੇ ਖੇਤੀ ਕੀਤੀ। ਉਹ ਬਹੁਤੀ ਵਾਰੀ ਰਲਗੱਡ ਹੋ ਜਾਂਦੇ ਆ ਵੀ ਕਰਤਾਰਪੁਰ ਕਿਹੜਾ ਹੈ। ਉਹ ਕਰਤਾਰਪੁਰ ਜਿਹੜਾ ਹੈ, ਮਾਤਾ ਗੁਜਰੀ ਜੀ ਦਾ ਜਿਹੜਾ ਪਿੰਡ ਹੈ, ਉਹ ਜਲੰਧਰ ਦੇ ਜਿਹੜਾ ਢਿਲਵਾਂ ਨੂੰ ਜਾਂਦੇ ਆ ਰਸਤੇ 'ਚ ਆਉਂਦਾ, ਉਹ ਕਰਤਾਰਪੁਰ ਹੈ। ਉੱਥੋਂ ਦੇ ਉਹ ਰਹਿਣ ਵਾਲੇ ਸੀ। ਉਹਨਾਂ ਨਾਲ 11 ਸਾਲ ਦੀ ਉਮਰ ਵਿੱਚ, ਉਸ ਸਮੇਂ ਵਿਆਹ ਛੋਟੀ ਉਮਰ 'ਚ ਹੋ ਜਾਂਦੇ ਸੀ, ਉਸ ਸਮੇਂ ਦਾ ਦਸਤੂਰ ਸੀ। ਔਰ ਉਸ ਵੇਲੇ ਸ਼ਾਇਦ ਸਾਡਾ ਜਿਹੜਾ ਜਲਵਾਯੂ ਹੈ
ਵਾਤਾਵਰਨ ਹੈ ਉਹ ਵੀ ਇਸ ਕਿਸਮ ਦਾ ਸੀ ਕਿ ਬੱਚੇ ਸ਼ਾਇਦ ਜਲਦੀ ਜਵਾਨ ਹੋ ਜਾਂਦੇ ਸੀ, ਜਾਂ ਕਹਿ ਲਓ ਮੋਟੇ ਰੂਪ ਵਿੱਚ ਸਮਾਜਿਕ ਦਸਤੂਰ ਸੀ ਛੋਟੀ ਉਮਰ ਦੇ ਵਿੱਚ। ਜਿਉਂ ਹੀ ਜਵਾਨੀ ਦਾ ਜਿਹੜਾ ਭਾਵ ਹੈ ਉਹ ਫੁੱਟਦਾ ਸੀ ਤਾਂ ਵਿਆਹ ਬਾਰੇ ਜਿਹੜਾ ਹੈ ਉਹ ਸੋਚਿਆ ਜਾਂਦਾ ਸੀ, ਕਿਉਂਕਿ ਜਿਹੜੇ ਬਾਇਓਲੋਜੀਕਲ ਕਾਰਨ ਹੁੰਦੇ ਆ ਵਿਆਹ ਦੇ ਉਹਨਾਂ ਨੂੰ ਵੱਧ ਤਵੱਜੋ ਦਿੱਤੀ ਜਾਂਦੀ ਸੀ। ਅੱਜ ਇਕਨੋਮਿਕ ਕਾਰਨ ਭਾਰੂ ਨੇ, ਵਿਆਹ ਲੇਟ ਹੁੰਦੇ ਨੇ, ਦੇਰੀ ਨਾਲ ਹੁੰਦੇ ਨੇ। ਤਾਂ ਵਿਆਹ ਹੋਣ ਤੋਂ ਬਾਅਦ 1634 ਈਸਵੀ ਵਿੱਚ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਯੋਧੇ ਦੇ ਰੂਪ ਵਿੱਚ ਸ਼ਿਰਕਤ ਕੀਤੀ। ਇਹ ਗੁਰੂ ਤੇਗ ਬਹਾਦਰ ਦੀ ਸ਼ਖਸੀਅਤ ਦਾ ਇੱਕ ਹੋਰ ਅਮੀਰੀ ਪੱਖ ਹੈ। ਔਰ ਬਹੁਤ ਸਾਰੇ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਪਹਿਲਾ ਜਿਹੜਾ ਨਾਂ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸ਼ਾਇਦ ਤਿਆਗਮੱਲ ਸੀ ਜੀ। ਇਸ ਯੁੱਧ ਵਿੱਚ ਜਦੋਂ ਉਹਨਾਂ ਨੇ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ, ਛੱਕੇ ਛੁਡਾਏ ਮੁਗਲਾਂ ਦੇ, ਨਾਲ ਉਹਨਾਂ ਦੇ ਯੋਧੇ ਹੋਰ ਵੀ ਸੀ, ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ। ਮੋਟੇ ਰੂਪ ਵਿੱਚ ਇਹ ਫਕੀਰ ਯੋਧਿਆਂ ਦੀ ਫੌਜ ਸੀ। ਜਿਹੜਾ ਸਿੱਖ ਇਤਿਹਾਸ ਦੀ ਖਾਸੀਅਤ ਇਹ ਹੈ ਕਿ ਸਾਡੇ ਕੇਵਲ ਯੋਧੇ ਨਹੀਂ ਹੈ, ਸਾਡੇ ਕੇਵਲ ਸਿਪਾਹੀ ਨਹੀਂ ਹੈ, ਸੰਤ ਸਿਪਾਹੀ, ਫਕੀਰ ਯੋਧੇ। ਮਤਲਬ ਯੋਧਾ ਹੋਣ ਲਈ ਜਿਹੜੀ ਐਲੀਜੀਬਿਲਟੀ ਹੈ, ਯੋਗਤਾ ਹੈ, ਉਹ ਫਕੀਰ ਹੋਣਾ। ਜੇ ਕੋਈ ਫਕੀਰ ਹੈ ਤਾਂ ਹੀ ਯੋਧਾ ਹੋ ਸਕਦਾ। ਜੇ ਉਹ ਫਕੀਰ ਨਹੀਂ ਹੈ, ਤਿਆਗੀ ਨਹੀਂ ਹੈ, ਸੰਜਮੀ ਨਹੀਂ ਹੈ, ਫਿਰ ਉਹ ਯੋਧੇ ਦੀ ਕਸਵੱਟੀ ਤੇ ਪੂਰਾ ਹੀ ਨਹੀਂ ਉਤਰਦਾ। ਤੋ ਇਹ ਫਕੀਰ ਯੋਧਿਆਂ ਦੀ ਇਹੀ ਵੱਡਾ ਫਰਕ ਸੀ ਗੁਣਵੱਤਾ ਦੇ ਪੱਧਰ ਤੇ, ਕਿ ਉਹ ਵੱਡੀਆਂ ਵੱਡੀਆਂ ਫੌਜਾਂ ਨਾਲ ਟਾਕਰਾ ਕਰਦੇ ਰਹੇ। 40 ਸਿੰਘ ਮੁਗਲਾਂ ਦੇ ਟਿੱਡੀ ਦਲ ਨਾਲ ਲੜਦੇ ਰਹੇ। ਦਾ ਕਾਰਨ ਕੀ ਸੀਗਾ? ਕਾਰਨ ਇਹ ਸੀ ਕਿ ਗੁਣਵੱਤਾ ਸੀ ਉਹਨਾਂ ਦੇ ਵਿੱਚ। ਜਿਹੜਾ ਸੱਚ ਦਾ ਸੇਕ ਹੈ ਉਹ ਇੰਨੀ ਭਰਵੀਂ ਮਾਤਰਾ ਵਿੱਚ ਸੀ ਕਿ ਜਿਹਦਾ ਟਾਕਰਾ ਜਿਹੜਾ ਹੈ ਉਹ ਦੁਸ਼ਮਣ ਦੀ ਵੱਡੀ ਗਿਣਤੀ ਵੀ ਨਹੀਂ ਸੀ ਕਰ ਸਕਦੀ। ਤੋ ਇਹ ਫਕੀਰ ਯੋਧਿਆਂ ਦੀ ਫੌਜ ਦਾ ਹਿੱਸਾ ਬਣੇ। ਜਦੋਂ ਕਰਤਾਰਪੁਰ ਦੀ ਜੰਗ ਵਿੱਚ ਹਿੱਸਾ ਲਿਆ ਉਦੋਂ ਉਹਨਾਂ ਦੀ ਉਮਰ 13-14 ਸਾਲ ਸੀ। ਵਿਆਹ ਹੋ ਚੁੱਕਾ ਸੀ। 1634 ਈਸਵੀ ਵਿੱਚ ਹੋਈ ਇਹ। ਗੁਰੂ ਹਰਗੋਬਿੰਦ ਸਾਹਿਬ ਨੇ, ਸਿੱਖ ਇਤਿਹਾਸ ਦੱਸਦਾ ਵੀ 4 ਜੰਗਾਂ ਲੜੀਆਂ ਕੁੱਲ ਮਿਲਾ ਕੇ ਮੁਗਲਾਂ ਦੇ ਵਿਰੁੱਧ। ਔਰ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਜ਼ੁਲਮ ਦੇ ਵਿਰੁੱਧ ਜੰਗ ਹੈ ਉਹਦੀ ਖਾਸੀਅਤ ਇਹ ਹੈ ਕਿ ਕਿਤੇ ਵੀ ਹਮਲਾਵਰ ਹੋ ਕੇ ਕੋਈ ਲੜਾਈ ਨਹੀਂ ਲੜੀ ਗਈ, ਇੱਕ ਵੀ ਨਹੀਂ ਲੜਾਈ ਲੜੀ ਗਈ। ਦਸਮ ਪਾਤਸ਼ਾਹ ਨੇ ਵੀ 16 ਦੇ ਕਰੀਬ ਜੰਗਾਂ ਲੜੀਆਂ, 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ। ਕੁੱਲ ਮਿਲਾ ਕੇ 20 ਜੰਗਾਂ ਲੜੀਆਂ ਗਈਆਂ। ਇੱਕ ਵੀ ਜੰਗ ਇਤਿਹਾਸ ਦੱਸਦਾ ਹੈ ਕਿ ਹਮਲਾਵਰ ਹੋ ਕੇ ਨਹੀਂ ਲੜੀ ਗਈ। ਉਹ ਸੁਰੱਖਿਆ, ਸਭ ਸੁਰੱਖਿਆ ਜੀ ਦੇ ਪੈਂਤੜੇ ਤੋਂ ਲੜੀ ਗਈ ਹੈ ਕਿ ਦੁਸ਼ਮਣ ਚੜ੍ਹ ਕੇ ਆ ਗਿਆ ਤੇ ਹੁਣ ਲੜਨਾ ਹੀ ਪਏਗਾ, ਮਜਬੂਰੀ ਹੈ। ਹਥਿਆਰ ਉਠਾਉਣਾ ਜਿਹੜਾ ਹੈ ਕੋਈ ਸ਼ੌਂਕ ਨਹੀਂ ਸੀ ਗੁਰੂ ਸਾਹਿਬ ਦਾ, ਕਿਉਂਕਿ ਗੁਰੂ ਸਾਹਿਬ ਬੇਸਿਕਲੀ ਫਕੀਰ ਨੇ, ਧਾਰਮਿਕ ਸ਼ਖਸ ਨੇ, ਔਰ ਜੰਗਾਂ ਯੁੱਧਾਂ ਲੜਨਾ ਉਹਨਾਂ ਦਾ ਕੋਈ ਕੰਮ ਨਹੀਂ ਸੀਗਾ ਜਾਂ ਮੁੱਖ ਕਾਰਜ ਖੇਤਰ ਨਹੀਂ ਸੀ। ਇਹ ਮਜਬੂਰੀ 'ਚ ਕਰਨਾ ਪਿਆ। ਸਿੱਖ ਇਤਿਹਾਸ ਦੀ ਇੱਕ ਜੰਗ ਹਮਲਾਵਰ ਹੋ ਕੇ ਲੜੀ ਗਈ ਹੈ ਜਿਹੜੀ ਗੁਰੂ ਸਾਹਿਬ ਦੇ ਹੁਕਮ ਨਾਲ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਲੜੀ ਗਈ। ਇਹ ਲੜੀ ਗਈ ਹੈ ਜ਼ਫਰਨਾਮਾ ਦੀ ਸਿਰਜਣਾ ਤੋਂ ਬਾਅਦ। ਉਹ ਜ਼ਫਰਨਾਮਾ ਜਿਹੜਾ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਗੁਰੂ ਦੀ ਵਿਚਾਰਧਾਰਾ ਦੇ ਵਿੱਚ ਆਇਆ ਜਿਹੜਾ ਇੱਕ ਵਿਚਾਰਧਾਰਕ ਪਰਿਵਰਤਨ ਦਾ ਸੰਕੇਤਕ ਵੀ ਹੈ ਕਿ ਚੂੰਕਾ ਰਾਜਾ ਹਮ ਹੀਲ ਤੇ ਦਰਗ ਜਸ਼ਤ ਹਲਾਲ ਅਸਤ ਬੁਰਦਨ ਬਾਸ਼ ਮਸ਼ੀਰ ਦਸਤ। ਵੀ ਜਦੋਂ ਸਾਰੇ ਹੀਲੇ ਵਸੀਲੇ ਤੁਸੀਂ ਅਜਮਾ ਕੇ ਦੇਖ ਲਏ ਉਹ ਕਾਰਗਰ ਸਾਬਤ ਨਹੀਂ ਹੋ ਰਹੇ ਤੇ ਫਿਰ ਆਖਰੀ ਹਥਿਆਰ ਦੇ ਤੌਰ ਤੇ ਤੁਸੀਂ ਹਥਿਆਰ ਉਠਾ ਸਕਦੇ ਹੋ। ਇਹ ਨਹੀਂ ਵੀ ਪਹਿਲੇ ਪੱਧਰ ਤੇ ਤੁਸੀਂ ਹਥਿਆਰ ਚੱਕ ਕੇ ਖੜ ਜਾਓ। ਪਹਿਲੇ ਪੱਧਰ ਤੇ ਕਲਮ, ਉਹ ਜਿਵੇਂ ਸਰਤਾਜ ਦਾ ਗੀਤ ਵੀ ਹੈ ਨਾ, ਪਹਿਲਾ ਵਾਰ ਕਲਮਾਂ ਨਾਲ, ਪਿੱਛੋਂ ਵਾਰ ਖੰਡੇ ਨਾਲ, ਉਹ ਆਖਰੀ ਹੈ। ਹੁਣ ਕਈ ਵਾਰੀ ਜਿਹੜਾ ਨਾ ਸਿੱਖ ਇਤਿਹਾਸ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਵੀ ਗੱਲ ਤੇ ਸ਼ਾਇਦ ਖੰਡਾ ਖੜਕਾ ਦੇਣਾ। ਇੱਦਾਂ ਨਹੀਂ ਹੈ। ਖੰਡਾ ਖੜਕਾਉਣਾ ਹੈ ਜਦੋਂ ਸਭ ਹੀਲੇ ਵਸੀਲੇ ਖਤਮ ਹੋ ਜਾਣ। ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਜਿਹੜੀ ਮੁਰਦਾ ਹੋ ਚੁੱਕੀ ਹਿੰਦੁਸਤਾਨੀ ਕੌਮ ਸੀ ਉਹਦੇ ਵਿੱਚ ਨਵੀਂ ਰੂਹ ਫੂਕੀ। ਡਰ ਸੀ ਜਿਹੜਾ ਮੁਗਲ ਹਕੂਮਤ ਦਾ, ਉਹਨੂੰ ਚੁੱਕਣ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਵੱਡਾ ਯੋਗਦਾਨ ਸੀ। ਔਰ ਉਹ ਜਦੋਂ ਡਰ ਚੁੱਕਿਆ ਗਿਆ ਤਾਂ ਉਹਦੇ ਵਿੱਚੋਂ ਖਾਲਸਾ ਪੈਦਾ ਹੋਇਆ 1699 ਈਸਵੀ ਵਿੱਚ। ਉਹ ਡਰ ਕਦੋਂ ਚੱਕਿਆ ਗਿਆ? 1675 ਈਸਵੀ ਵਿੱਚ, ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਰੇ ਬਾਜ਼ਾਰ ਖੁੱਲੇ ਥਾਂ ਦੇ ਉੱਤੇ ਗੁਰੂ ਸਾਹਿਬ ਨੇ ਜਿਹੜਾ ਅਡੋਲ ਰਹਿ ਕੇ ਬਿਨਾਂ ਕਿਸੇ ਡਰ ਤੋਂ ਉਹ ਸ਼ਹਾਦਤ ਦਿੱਤੀ। ਉਹ ਉਸ ਨਿਡਰਤਾ ਨੇ, ਉਸ ਨਿਰਭੈਤਾ ਨੇ ਸਾਡੇ ਲੋਕਾਂ ਦੇ ਮਨਾਂ ਵਿੱਚੋਂ ਜਿਹੜਾ ਡਰ ਹੈ ਉਹ ਚੁੱਕ ਦਿੱਤਾ। ਜਿਵੇਂ ਤੁਸੀਂ ਹੁਣ ਮੌਜੂਦਾ ਹਾਲਾਤ 'ਚ ਦੇਖਦੇ ਹੋ ਵੀ ਪੰਜਾਬੀਆਂ ਨੇ ਜਾ ਕੇ ਦਿੱਲੀ ਝੰਡਾ ਕੱਢਤਾ ਬਾਰਡਰ 'ਤੇ। ਉਹ ਤੁਸੀਂ ਦੇਖਦੇ ਹੋ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਦੇ ਜੁਰਮਾਂ ਵਿਰੁੱਧ ਲੜਾਈ ਬਹੁਤ ਸਾਰੇ ਲੋਕਾਂ ਨੇ ਲੜਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਸਾਰਿਆਂ ਨੂੰ ਉਹਨਾਂ ਨੇ ਡਰਾ ਡਰੂ ਕੇ ਭਜਾਤਾ। ਇੱਕ ਨਵੀਂ ਰੂਹ ਫੂਕੀ ਗਈ। ਸਾਰੇ ਜਿਹੜੇ ਹਾਲੇ ਤੱਕ ਡਰੇ ਹੋਏ ਸੀ ਉਹ ਵੀ ਤਕੜੇ ਹੋ ਗਏ।
ਕਿ ਕੋਈ ਆਸ ਤਾਂ ਨਜ਼ਰ ਆਉਣ ਲੱਗੀ ਸਭ ਨੂੰ। ਆਸ ਦੀ ਕਿਰਨ ਜਗਾ ਦਿੱਤੀ। ਤਾਂ ਗੁਰੂ ਸਾਹਿਬ ਨੇ ਉਹ ਆਸ ਦਾ ਜੁਗਨੂੰ ਜਿਹੜਾ ਹੈ ਜਗਾਇਆ, ਤੇ ਜਿਸ ਦਾ ਫਿਰ ਲਾਈਟ ਹਾਊਸ ਬਣਿਆ। 1634 ਦੇ ਵਿੱਚ ਜੰਗ ਹੁੰਦੀ ਹੈ ਜਿਹਦੇ ਚ ਗੁਰੂ ਤੇਗ ਬਹਾਦਰ ਜੀ ਹਿੱਸਾ ਲੈਂਦੇ। ਉਸ ਵੇਲੇ ਜਿਹੜਾ ਨਾਂ ਹੈ ਜਿਵੇਂ ਇਤਿਹਾਸ ਦੇ ਵਿੱਚ ਦੱਸਿਆ ਨਾ ਵੀ ਤਿਆਗਮੱਲ, ਤੁਸੀਂ ਵੀ ਜ਼ਿਕਰ ਕੀਤਾ, ਮਤਲਬ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਹਨਾਂ ਦਾ ਨਾਂ ਜਿਹੜਾ ਆ ਤੇਗ ਬਹਾਦਰ, ਵੀ ਤੇਗ ਦੇ ਧਨੀ ਨੇ। ਇਹ ਇਕੱਲੇ ਇਹ ਫਕੀਰ ਨਹੀਂ ਹੈ, ਇਕੱਲੀ ਤਪੱਸਿਆ ਹੀ ਨਹੀਂ ਕਰਦੇ। ਉਹ ਤਪੱਸਿਆ ਤੋਂ ਜਿਹੜਾ ਪ੍ਰਾਪਤ ਹੋਇਆ ਬਲ ਹੈ, ਉਹਦੀ ਜਿਹੜੀ ਵਰਤੋਂ ਹੈ ਉਹ ਕਿਹਦੇ ਲਈ ਹੋ ਰਹੀ ਹੈ? ਸਮਾਜ ਦੀ ਬਿਹਤਰੀ ਲਈ। ਜੇ ਤੁਹਾਡੇ ਕੋਲੇ ਕੋਈ એનર્ਜੀ ਹੈ, ਤੁਹਾਡੇ ਕੋਲ ਕੋਈ ਤਾਕਤ ਹੈ, ਤੁਸੀਂ ਕੋਈ ਸਾਧਨਾ ਕੀਤੀ ਹੈ, ਤੇ ਉਹ ਲੇਖੇ ਕਿਹਦੇ ਲੱਗ ਰਹੀ ਹੈ? ਸਮਾਜ ਦੇ ਲੇਖੇ ਲੱਗੇ, ਸਮੂਹਿਕ ਪੱਧਰ ਤੇ ਉਹਦੀ ਵਰਤੋਂ ਹੋਵੇ। ਇਹ ਨਹੀਂ ਵੀ ਉਹ ਤੁਹਾਡੇ ਨਿੱਜੀ ਪ੍ਰਦਰਸ਼ਨ ਦਾ ਹੀ, ਕਰਾਮਾਤਾਂ ਦਾ ਜਾਂ ਤਮਾਸ਼ੇ ਦਿਖਾਉਣ ਦਾ ਹੀ ਉਹ ਕਾਰਨ ਬਣ ਜਾਏ। ਇਸ ਤਰ੍ਹਾਂ ਨਹੀਂ ਸੀ। ਤੇ ਉਹ ਜਿਹੜੀ ਤਾਕਤ ਹੈ, ਜਿਹੜੀ ਤਪੱਸਿਆ ਤੋਂ ਹਾਸਲ ਹੋਈ, ਉਹਦਾ ਜਿਹੜਾ ਪ੍ਰਗਟਾਵਾ ਹੈ ਉਹ ਯੁੱਧ ਵਿੱਚ ਵੀ ਹੋਇਆ। ਉਸ ਤੋਂ ਅੱਗੇ ਦੀ ਜ਼ਿੰਦਗੀ ਦੀ ਮੈਂ ਚਾਹੂੰਗਾ ਗੱਲਬਾਤ ਆਪਾਂ ਕਰੀਏ ਕਿ ਉਸ ਜੰਗ ਤੋਂ ਬਾਅਦ, ਉਸ ਜੰਗ ਤੋਂ ਬਾਅਦ ਜਿਹੜਾ ਇਤਿਹਾਸ ਦੱਸਦਾ ਕਿ 1635 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਅੰਮ੍ਰਿਤਸਰ ਤੋਂ, ਉਹਨਾਂ ਨੇ ਆਪਣਾ ਕਰਮ ਖੇਤਰ ਬਦਲ ਲਿਆ। ਅੱਛਾ। ਇਹ ਸਤਿਗੁਰਾਂ ਦੀ ਜੰਗੀ ਰਣਨੀਤੀ ਦੀ ਸੂਝ ਦਾ ਜਿਹੜਾ ਨਾ ਉਹ ਸਿੱਧਾ ਪ੍ਰਮਾਣ ਮਿਲਦਾ ਉੱਥੋਂ, ਕਿ ਉਹ ਅੰਮ੍ਰਿਤਸਰ ਵਿੱਚ ਰਹਿ ਕੇ ਮੁਗਲਾਂ ਨਾਲ ਟੱਕਰ ਨਹੀਂ ਸੀ ਲੈ ਸਕਦੇ। ਮੁਗਲਾਂ ਨਾਲ ਟੱਕਰ ਲੈਣ ਲਈ, ਜੰਗ ਲੜਨ ਲਈ ਜੰਗੀ ਪੱਧਰ 'ਤੇ ਜੰਗੀ ਰਣਨੀਤੀ ਦੇ ਪੱਖ ਤੋਂ ਖੁੱਲ੍ਹੇ ਪਹਾੜੀ ਮੈਦਾਨ, ਜਿੱਥੇ ਲੁਕਣਗਾਹਾਂ ਵੀ ਹੋਣ, ਜਿੱਥੇ ਤੁਸੀਂ ਮੋਰਚੇ ਵੀ ਕਰ ਸਕੋ, ਜਿੱਥੇ ਜਿਹੜਾ ਦੁਸ਼ਮਣ ਹੈ ਉਹ ਤੁਹਾਡੇ 'ਤੇ ਸੌਖਿਆਂ ਵਾਰ ਨਾ ਕਰ ਸਕੇ, ਤੁਹਾਨੂੰ ਹਰਾ ਨਾ ਸਕੇ, ਇਹ ਸਾਰੇ ਪੱਖ ਤੋਂ ਜਿਹੜਾ ਇਹ ਨੀਮ ਪਹਾੜੀ ਇਲਾਕਾ ਸੀ ਕੀਰਤਪੁਰ ਦਾ, ਔਰ ਇਹ ਸਤਿਗੁਰਾਂ ਦੇ ਵਿਜ਼ਨ ਦਾ ਹਿੱਸਾ ਸੀ, ਦੂਰ ਦ੍ਰਿਸ਼ਟੀ। ਉਹ ਪਹਿਲਾਂ ਹੀ ਉਹਨਾਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ 1624 ਈਸਵੀ ਵਿੱਚ ਕੀਰਤਪੁਰ ਸਾਹਿਬ ਭੇਜ ਦਿੱਤਾ ਸੀ। ਔਰ ਬਾਬਾ ਗੁਰਦਿੱਤਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਪ੍ਰੇਰਨਾ ਤੇ ਆਸ਼ੀਰਵਾਦ ਨਾਲ, ਕਿਉਂਕਿ ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਵੱਡੇ ਫਰਜ਼ੰਦ ਸੀ ਬਾਬਾ ਸ਼੍ਰੀ ਚੰਦ ਜੀ, ਉਹ ਵੀ ਬੜੇ ਵੱਡੇ ਤਪੱਸਵੀ ਸੀਗੇ। ਔਰ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਨ ਦਾ ਜਿਹੜਾ ਵੱਡਾ ਕਾਰਜ ਹੈ, ਉਹ ਇਤਿਹਾਸ ਦੱਸਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਗਠਨ ਤੋਂ ਪਹਿਲਾਂ ਉਹ ਸਾਰਾ ਉਦਾਸੀ ਮਹਾਤਮਾ ਕਰਿਆ ਕਰਦੇ ਸੀ। ਔਰ ਉਹ ਉਦਾਸੀ ਮਹਾਤਮਾ ਦੀ ਜਿਹੜੀ ਸਾਰੀ ਪਰੰਪਰਾ ਹੈ, ਉਹਦੀ ਸ਼ੁਰੂਆਤ ਬਾਬਾ ਸ਼੍ਰੀ ਚੰਦ ਜੀ ਤੋਂ ਹੁੰਦੀ ਹੈ। ਤੋਂ ਇਹ ਗੁਰਮਤ ਦੇ ਕੁੱਲ ਵਕਤੀ ਜਿਹੜੇ ਆ ਪ੍ਰਚਾਰਕ ਸੀਗੇ। ਹੌਲੀ ਹੌਲੀ ਉਹ ਕੁਝ ਜਿਹੜੇ ਉਦਾਸੀ ਸੰਤ ਸੀ, ਉਹਨਾਂ ਦੇ ਜਿਹੜੀ ਕਿਰਦਾਰ ਹੈ ਉਹਦੇ ਵਿੱਚ ਊਣਤਾਈਆਂ ਵੀ ਆਈਆਂ, ਵਕਾਰ ਵੀ ਆਏ, ਲੇਕਿਨ ਕੁੱਲ ਮਿਲਾ ਕੇ ਜਿਹੜਾ ਇਤਿਹਾਸਕ ਉਹਨਾਂ ਦਾ ਯੋਗਦਾਨ ਹੈ ਉਹ ਬਹੁਤ ਵੱਡਾ ਹੈ। ਉਸ ਪੱਖ ਤੋਂ ਇਤਿਹਾਸ ਦੱਸਦਾ ਹੈ ਕਿ ਇੱਕ ਵਾਰੀ ਜਦੋਂ ਗੁਰੂ ਹਰਗੋਬਿੰਦ ਸਾਹਿਬ, ਬਾਠ ਸਾਹਿਬ ਬਾਬਾ ਸ਼੍ਰੀ ਚੰਦ ਜੀ ਜਿਹੜੇ ਬਿਰਾਜਮਾਨ ਸੀ, ਤਪੱਸਿਆ ਕਰ ਰਹੇ ਸੀ, ਤਾਂ ਉਹਨਾਂ ਦਾ ਦਰਸ਼ਨ ਕਰਨ ਗਏ ਕਿ ਬਾਬਾ ਸ਼੍ਰੀ ਚੰਦ ਜਿਹੜੇ ਗੁਰੂ ਨਾਨਕ ਦੀ ਅੰਸ਼ ਨੇ, ਬਿੰਦੀ ਸੰਤਾਨ ਨੇ। ਇੱਕ ਹੁੰਦੀ ਨਾਦੀ ਸੰਤਾਨ, ਖਾਲਸਾ ਜਿਹੜਾ ਹੈ ਉਹ ਨਾਦੀ ਸੰਤਾਨ ਹੈ, ਤੇ ਬਿੰਦੀ ਸੰਤਾਨ ਸੀਗੇ। ਤਾਂ ਇਸ ਕਰਕੇ ਸਤਿਕਾਰ ਵਜੋਂ ਗਏ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਬਈ ਤੁਹਾਡੇ ਕਿੰਨੇ ਸਪੁੱਤਰ ਨੇ? ਉਹਨਾਂ ਨੇ ਦੱਸਿਆ ਬਈ 5 ਮੇਰੇ ਸਪੁੱਤਰ ਨੇ, 5 ਪੁੱਤਰ ਨੇ। ਉਹ ਕਹਿੰਦੇ ਕੋਈ ਮੇਰੇ ਲਈ ਵੀ ਹੈਗਾ? ਅੱਛਾ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਮੇਰੇ ਲਈ ਵੀ ਹੈਗਾ। ਉਹ ਕਹਿੰਦੇ ਜੀ ਸਾਰੇ ਹੀ ਤੁਹਾਡੇ ਨੇ? ਉਹ ਕਹਿੰਦੇ ਨਹੀਂ, ਸਾਰੇ ਨਹੀਂ ਮੈਨੂੰ ਚਾਹੀਦੇ, ਮੈਨੂੰ ਤੇ ਇੱਕ ਜਿਹੜੇ ਨਾਲ ਹੀ ਸੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ, ਪਰਿਵਾਰ ਸਾਹਿਤ ਗਏ ਸੀ ਦਰਸ਼ਨ ਕਰਨ ਵਾਸਤੇ ਸਤਿਕਾਰ ਵਜੋਂ। ਫਕੀਰ, ਕਿਉਂਕਿ ਵੱਡੇ ਫਕੀਰ ਨੇ, ਫਕੀਰ ਹੀ ਫਕੀਰਾਂ ਦਾ ਸਤਿਕਾਰ ਕਰਦੇ ਆ। ਗੁਰੂ ਹਰਗੋਬਿੰਦ ਸਾਹਿਬ ਵੀ ਬਹੁਤ ਵੱਡੇ ਫਕੀਰ ਸੀਗੇ। ਤਾਂ ਉਹ ਜਦੋਂ ਉਹਨਾਂ ਨੇ ਕਿਹਾ ਵੀ ਆਹ ਦੇ ਦਿਓ ਮੈਨੂੰ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ੀ ਜਿਹੜਾ ਆਪਣਾ ਪੁੱਤਰ ਜਿਹੜਾ ਹੈ ਵੱਡਾ ਬਾਬਾ ਗੁਰਦਿੱਤਾ ਜੀ, ਉਹ ਬਾਬਾ ਸ਼੍ਰੀ ਚੰਦ ਜੀ ਨੂੰ ਸੌਂਪ ਦਿੱਤਾ। ਉਸ ਤੋਂ ਬਾਅਦ ਕੀਰਤਪੁਰ ਨਗਰ ਦੀ ਸਿਰਜਣਾ ਹੁੰਦੀ ਹੈ, ਔਰ ਉਹ ਬਾਬਾ ਸ਼੍ਰੀ ਚੰਦ ਜੀ ਦੇ ਆਸ਼ੀਰਵਾਦ ਨਾਲ ਹੁੰਦੀ ਹੈ। 1624 ਈਸਵੀ ਵਿੱਚ ਉਹਦਾ ਜਿਹੜਾ ਕਹਿ ਲਓ ਮੁੱਢ ਬੰਨ੍ਹਿਆ ਜਾਂਦਾ। 1635 ਤੱਕ ਉੱਥੇ ਪੂਰਾ ਨਗਰ ਆਬਾਦ ਹੋ ਗਿਆ ਸੀ, ਤੇ ਉੱਥੇ ਹੀ ਜਿਹੜਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਕੀਰਤਪੁਰ ਸਾਹਿਬ ਵਿਖੇ। ਕੀਰਤਪੁਰ ਸਾਹਿਬ ਦੀ ਧਰਤੀ ਨੂੰ ਬੜੇ ਸਾਰੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਪ੍ਰਕਾਸ਼ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੀ ਉੱਥੇ ਹੀ, 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਉੱਥੇ ਹੀ ਹੁੰਦਾ ਹੈ। ਬੜੀ ਰਮਣੀਕ ਜਿਹੜੀ ਧਰਤੀ ਹੈ ਕੀਰਤਪੁਰ ਸਾਹਿਬ ਦੀ। ਤਾਂ ਗੁਰੂ ਸਾਹਿਬ ਵੀ ਉੱਥੇ 1635 ਵਿੱਚ ਪੱਕੇ ਤੌਰ 'ਤੇ ਆ ਗਏ ਸੀ। ਤਾਂ ਉੱਥੇ ਜਿਹੜਾ ਪੂਰਾ ਪਹਿਲਾਂ ਤਿਆਰੀ ਹੈ ਉਹ ਬਾਬਾ ਗੁਰਦਿੱਤਾ ਜੀ ਨੇ ਕੀਤੀ, ਉਹਨਾਂ ਦੇ ਸਭ ਤੋਂ ਵੱਡੇ ਸਪੁੱਤਰ ਨੇ ਕੀਤੀ। ਔਰ ਉਸ ਤੋਂ ਬਾਅਦ ਜਦੋਂ ਕਾਫੀ ਤਿਆਰ ਹੋ ਗਿਆ ਤਾਂ ਫਿਰ ਉੱਥੇ ਗੁਰੂ ਹਰਗੋਬਿੰਦ ਸਾਹਿਬ ਆ ਗਏ। 1644 ਤੱਕ ਫਿਰ ਉੱਥੇ ਹੀ ਰਹੇ। ਉੱਥੋਂ ਹੀ ਇੱਕ ਕਹਿ ਲਓ ਕਿ ਸਿੱਖੀ ਦੇ ਪ੍ਰਚਾਰ ਦਾ
ਕੇਂਦਰ ਸਥਾਪਿਤ ਹੋ ਗਿਆ ਕੀਰਤਪੁਰ ਸਾਹਿਬ, ਜਿਹੜਾ ਬਾਅਦ ਵਿੱਚ ਜਿਵੇਂ ਤੁਸੀਂ ਕਿਹਾ ਵੀ ਫਿਰ ਅਨੰਦਪੁਰ ਸਾਹਿਬ ਸ਼ਿਫਟ ਹੁੰਦੀ ਹੈ ਗੱਲ, ਤੇ ਉੱਥੋਂ ਜਿਹੜੀ ਹੈ ਉਹ ਪਟਨਾ ਸਾਹਿਬ ਹੈ ਨਾ, ਪਟਨੇ ਤੋਂ ਫਿਰ ਤੁਸੀਂ ਦੇਖਦੇ ਹੋ ਹਜੂਰ ਸਾਹਿਬ ਵੀ ਦਮਦਮਾ ਸਾਹਿਬ ਤੋਂ ਹੁੰਦੀ ਹੋਈ ਗੱਲ ਜਿਹੜੀ ਹੈ ਉਹ ਹਜੂਰ ਸਾਹਿਬ ਵੀ ਪਹੁੰਚਦੀ ਹੈ। ਕਿ ਗੁਰੂ ਸਾਹਿਬ ਦਾ ਕਰਮ ਖੇਤਰ ਜਿਹੜਾ ਬਹੁਤ ਵਿਸ਼ਾਲ ਹੈ, ਇਕੱਲਾ ਪੰਜਾਬ ਨਹੀਂ ਹੈ, ਹਿੰਦੁਸਤਾਨ ਹੈ, ਇੰਡੀਆ ਹੈ, ਭਾਰਤ ਹੈ, ਉਹ ਭਾਰਤ ਨੂੰ ਸੰਬੋਧਨ ਕਰਦੇ ਆ। ਅਸੀਂ ਕਈ ਵਾਰੀ ਉਹਨਾਂ ਨੂੰ ਪੰਜਾਬ ਤੱਕ ਸੀਮਿਤ ਕਰ ਲੈਂਦੇ ਹਾਂ, ਆਪਣੀ ਨਲਾਇਕੀ ਕਹਿ ਲਓ। ਬਿਲਕੁਲ, ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਸੰਸਾਰ ਪੱਧਰ ਤੱਕ ਲੈ ਕੇ ਜਾਈਏ, ਨਾ ਕਿ ਅਸੀਂ ਉਹਨੂੰ ਭਾਰਤ ਦੇ ਪੱਧਰ ਤੋਂ ਵੀ ਘਟਾ ਕੇ ਤੇ ਪੰਜਾਬ ਦੇ ਪੱਧਰ ਤੱਕ ਹੀ ਲੈ ਆਈਏ। ਕਈ ਤਾਂ ਉਹਨਾਂ ਨੂੰ ਮਾਝੇ ਤੱਕ ਹੀ ਘਟਾ ਦਿੰਦੇ ਆ, ਠੀਕ ਹੈ। ਤਾਂ ਉਹ ਸਾਡੀ ਸਮਝ 'ਤੇ ਨਿਰਭਰ ਕਰਦਾ ਹੈ। ਤਾਂ ਮੋਟੇ ਰੂਪ ਵਿੱਚ ਜਦੋਂ ਜਵਾਨੀ ਦਾ ਦੌਰ ਸੀ ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ, ਤਾਂ ਉਹ ਇੱਕ ਇਕੱਲੇ ਫਕੀਰ ਦੇ ਰੂਪ ਵਿੱਚ ਸਾਹਮਣੇ ਨਹੀਂ ਆਉਂਦੇ, ਉਹ ਇੱਕ ਸੂਰਬੀਰ ਦੇ ਰੂਪ ਵਿੱਚ, ਇੱਕ ਯੋਧੇ ਦੇ ਰੂਪ ਵਿੱਚ ਵੀ ਆਪਣੀ ਜਿਹੜੀ ਧਾਂਕ ਹੈ ਉਹ ਜਮਾਉਂਦੇ ਆ, ਔਰ ਉਸ ਨੂੰ ਜਿਹੜੀ ਮਾਨਤਾ ਹੈ ਉਹ ਗੁਰੂ ਪਿਤਾ ਵੱਲੋਂ ਵੀ ਦਿੱਤੀ ਜਾਂਦੀ ਹੈ, ਔਰ ਉਹ ਇਸ ਸਾਰੇ ਇਤਿਹਾਸ ਦਾ ਗਵਾਹ ਵੀ ਬਣਦੇ ਆ। ਸਾਰਾ ਜਿਹੜੀ ਤਬਦੀਲੀ ਆ ਰਹੀ ਹੈ ਗੁਰੂ ਘਰ ਦੇ ਵਿੱਚ, ਇੱਕ ਤਬਦੀਲੀ ਆ ਰਹੀ ਹੈ। ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਜਿਹੜਾ ਜਾਣਾ ਹੈ ਨਾ, ਉਹ ਵਿਚਾਰਧਾਰਕ ਪੱਧਰ 'ਤੇ ਵੀ ਸ਼ਿਫਟਿੰਗ ਹੈਗੀ ਹੈ। ਉਹ ਇੱਕ ਕੇਂਦਰ ਵੀ ਬਦਲਦਾ ਹੈ, ਬਟ ਹੋਰ ਕੇਂਦਰ ਵੀ ਸਥਾਪਿਤ ਕਰਨੇ, ਇੱਕ ਕੇਂਦਰ ਤੱਕ ਹੀ ਸੀਮਿਤ ਨਹੀਂ ਰਹਿਣਾ। ਪ੍ਰਚਾਰ ਪ੍ਰਸਾਰ ਦੇ ਕੇਂਦਰ ਵਧਾਉਣੇ, ਬਿਲਕੁਲ, ਇਹ ਬਹੁਤ ਜ਼ਰੂਰੀ ਸੀ। ਜੇ ਤੁਸੀਂ ਇੱਕ ਥਾਂ 'ਤੇ ਹੀ ਸੁੰਗੜ ਜਾਓਗੇ, ਔਰ ਫਕੀਰਾਂ ਦੀ ਇਹ ਜਿਹੜੀ ਜੀਵਨ ਵਿਧੀ ਹੁੰਦੀ ਹੈ, ਉਹਦੀ ਇਹ ਖਾਸੀਅਤ ਹੁੰਦੀ ਹੈ ਵੀ ਉਹ ਰਮਤਾਪਣ ਹੁੰਦਾ, ਉਹ ਤੁਰਦੇ ਫਿਰਦੇ ਰਹਿੰਦੇ ਆ, ਚੱਲਦੇ ਰਹਿਣਾ, ਰੁਕਣਾ ਨਹੀਂ, ਇੱਕ ਥਾਂ 'ਤੇ ਡੇਰਾ ਬਣਾ ਕੇ ਹੀ ਨਹੀਂ ਬੈਠ ਜਾਣਾ। ਇਹ ਵੀ ਕਿਹਾ ਜਾਂਦਾ ਨਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਕਿਸੇ ਨੇ ਸਭ ਤੋਂ ਵੱਧ ਸਫ਼ਰ ਕੀਤਾ ਤਾਂ ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਉਹਦੀ ਘਮੱਕੜ ਬਿਰਤੀ ਹੈ ਨਾ, ਉਹਦਾ ਬੀਜ ਤਾਂ ਬਾਬੇ ਨਾਨਕ ਨੇ ਬੀਜਿਆ। ਤੂੰ ਕੁੱਲ ਦੁਨੀਆ ਦਾ ਰਟਨ, ਉਹ ਉਸੇ ਨੂੰ ਹੀ ਹੋਰ ਗੁਰੂ ਸਾਹਿਬਾਨ ਨੇ ਵੀ ਅੱਗੇ ਚੱਲਦਾ ਰੱਖਿਆ। ਵੱਖ-ਵੱਖ ਕੇਂਦਰ ਵੀ ਸਥਾਪਿਤ ਕੀਤੇ ਹੈ, ਵੱਖ-ਵੱਖ ਥਾਵਾਂ 'ਤੇ ਉਹ ਰਹੇ ਵੀ ਹੈ, ਲੇਕਿਨ ਇਸ ਦੇ ਬਾਵਜੂਦ ਉਹਨਾਂ ਦਾ ਜਿਹੜਾ ਰਮਤਾਪਣ ਹੈ, ਚੱਲਦਾ ਰਹਿਣਾ ਹੈ, ਉਹ ਜਾਰੀ ਰਿਹਾ। ਉਹ ਕਿਤੇ ਇੱਕ ਥਾਂ 'ਤੇ ਰੁਕ ਕੇ, ਵੈਸੇ ਵੀ ਅਸੀਂ ਕਹਿੰਦੇ ਨਾ ਰੁਕਿਆ ਪਾਣੀ ਜਿਹੜਾ ਉਹ ਛੱਪੜ ਬਣ ਜਾਂਦਾ, ਚੱਲਦਾ ਹੀ ਹੈ ਜਿਹੜਾ ਉਹ। ਔਰ ਖਾਸ ਕਰਕੇ ਫਕੀਰਾਂ ਦੀ ਜਿਹੜੀ ਹੈ ਵੇ ਆਫ ਲਾਈਫ ਹੁੰਦੀ, ਉਹਦੀ ਉਹ ਖਾਸੀਅਤ ਹੁੰਦੀ ਹੈ ਬਈ ਉਹ ਕਦੇ ਵੀ ਇੱਕ ਥਾਂ 'ਤੇ ਟਿਕ ਕੇ ਗੁਰਿਆਈ ਤੱਕ ਉਹਨਾਂ ਦਾ ਜਿਹੜਾ ਪੜਾਅ ਸੀਗੇ ਜ਼ਿੰਦਗੀ ਦੇ, ਉਹਨਾਂ ਦੇ ਬਾਰੇ ਮੈਂ ਚਾਹੂੰਗਾ ਆਪਾਂ ਥੋੜਾ ਸਭ ਪੱਖ ਨੂੰ ਛੂਈਏ ਨਾਲ ਕਿ ਵਿਆਹ ਤੋਂ ਬਾਅਦ ਕੀਰਤਪੁਰ ਸਾਹਿਬ ਆਉਣਾ, ਫਿਰ ਉਸ ਤੋਂ ਅੱਗੇ ਕਿੱਧਰ ਨੂੰ ਜਾਂਦੀ ਜ਼ਿੰਦਗੀ। ਉਹਦੇ ਵਿੱਚ ਇੱਕ ਸਮਾਂ ਬੜਾ ਟਿਕਾਓ ਵਾਲਾ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਵਿੱਚ, ਜਿਹੜਾ 1635 ਤੋਂ ਲੈ ਕੇ 1644 ਈਸਵੀ ਤੱਕ ਦਾ ਹੈ। 1644 ਈਸਵੀ ਵਿੱਚ ਜਦੋਂ 6ਵੇਂ ਪਾਤਸ਼ਾਹ ਨੇ ਜਿਹੜੀ ਆਪਣੀ ਜੋਤ ਹੈ ਜਾਂ ਗੁਰਿਆਈ ਹੈ, 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਬਣਦੇ ਹੈ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੈ, ਬਾਬਾ ਗੁਰਦਿੱਤਾ ਜੀ ਦੇ ਉਹ ਬੇਟੇ ਹੈ, ਪੁੱਤਰ ਹੈ। ਔਰ ਵੈਸੇ ਵੀ ਦਾਦੇ ਤੇ ਪੋਤੇ ਦਾ ਸਾਡੇ ਸੰਸਾਰਕ ਜੀਵਨ ਵਿੱਚ ਵੀ ਬੜਾ ਜਿਹੜਾ ਨਿੱਘਾ ਰਿਸ਼ਤਾ ਹੈ। ਬਿਲਕੁਲ, ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਪਰ ਉੱਥੇ ਜਿਹੜਾ ਪਿਆਰ ਸੀ ਉਹਦਾ ਵੱਧ ਹੋਣ ਦਾ ਕਾਰਨ ਜਿਹੜਾ ਹੈ ਉਹ ਰੂਹਾਨੀਅਤ ਸੀ। ਉਹ ਰੂਹਾਨੀਅਤ ਦਾ ਮਾਪਦੰਡ ਸੀ ਉਸ ਪੱਧਰ 'ਤੇ। ਇਸ ਤੋਂ ਪਹਿਲਾਂ ਕਿ ਉਹ ਗੁਰੂ ਹਰ ਰਾਏ ਸਾਹਿਬ ਨੂੰ ਗੁਰਿਆਈ ਦਿੰਦੇ, ਇੱਕ ਬੜਾ ਰਮਜਮਈ ਔਰ ਵਿਜ਼ਨਰੀ ਫੈਸਲਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਕਿ ਆਪਣੀ ਸੁਪਤਨੀ ਨਾਨਕੀ ਜੀ ਨੂੰ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਬਕਾਲਾ ਭੇਜ ਦਿੱਤਾ। ਬਾਬਾ ਬਕਾਲਾ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਨੇ, ਤੇ ਨਾਨਕੀ ਜੀ ਦੇ ਉਹ ਪੇਕੇ ਨੇ, ਤਾਂ ਉੱਥੇ ਭੇਜ ਦਿੱਤਾ। ਤੇ ਬਹੁਤ ਸਾਰਿਆਂ ਨੂੰ ਇਸ ਗੱਲ 'ਤੇ ਹੈਰਾਨੀ ਵੀ ਹੋਈ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੀ ਜੀ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹ ਰੂਹਾਨੀਅਤ ਦੇ ਤਲ 'ਤੇ ਇੱਕ ਦੂਜੇ ਦੀਆਂ ਰਮਜ਼ਾਂ ਨੂੰ ਸਮਝਦੇ ਸੀ, ਜਾਣਦੇ ਸੀ, ਕਿਉਂਕਿ ਉਹ ਭਵਿੱਖ ਦੀ ਤਿਆਰੀ ਦਾ ਇੱਕ ਬਹੁਤ ਵੱਡਾ ਹਿੱਸਾ ਸੀ। ਜਿਹੜਾ ਭਵਿੱਖ ਦਾ ਪ੍ਰੋਗਰਾਮ, ਜਿਹਦੇ ਬਾਰੇ ਆਪਾਂ ਪਿਛਲੇ ਐਪੀਸੋਡ ਵਿੱਚ ਗੱਲ ਕੀਤੀ ਹੈ, ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਸੀ ਕਿ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਇੱਕ ਬਹੁਤ ਵੱਡੇ ਸੂਰਬੀਰ ਪੁੱਤਰ ਨੂੰ ਜਨਮ ਦੇਣਾ। ਤਾਂ ਉਹਦੀ ਤਿਆਰੀ ਲਈ ਬਹੁਤ ਵੱਡੀ ਤਪੱਸਿਆ ਸਾਧਨਾ ਦੀ ਜ਼ਰੂਰਤ ਹੈ। ਤਾਂ ਉਸੇ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਬਾ ਬਕਾਲਾ ਭੇਜ ਦਿੱਤਾ ਸੀ। ਔਰ ਇਤਿਹਾਸ ਦੱਸਦਾ ਕਿ ਉੱਥੇ ਲੰਬਾ ਸਮਾਂ, ਇਹ ਇਤਿਹਾਸਕਾਰਾਂ ਵਿੱਚ ਮਤਭੇਦ ਨੇ ਕਿ ਉਹ 20 ਸਾਲ 21 ਸਾਲ ਜਾਂ 19 ਸਾਲ ਜਾਂ 18 ਸਾਲ, ਕੋਈ 26 ਸਾਲ ਵੀ ਦੱਸਦਾ। ਉਹ ਵੱਖ-ਵੱਖ ਨੇ, ਆਪਾਂ ਉਹਦੇ ਵਿੱਚ ਨਹੀਂ ਜਾਂਦੇ, ਕਿਉਂਕਿ ਉਹਦੇ ਵਿੱਚ ਵੱਡੀ ਜਿਹੜੀ ਗੱਲ ਇਹ ਹੈ ਕਿ ਉਹ ਇੱਕ ਤਿਆਰੀ ਦਾ ਹਿੱਸਾ ਸੀ ਕਿ ਇੱਕ ਸੂਰਬੀਰ ਯੋਧੇ ਦੀ ਜਿਹੜੀ ਕੁੱਖ ਹੈ ਉੱਥੇ ਤਿਆਰ ਹੋ ਰਹੀ ਹੈ। ਉੱਥੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ, ਹਲੇ ਉਹਨੂੰ ਗੁਰਿਆਈ ਨਹੀਂ ਮਿਲੀ ਉਹਨਾਂ ਨੂੰ। ਉਹ ਗੁਰਿਆਈ ਤੁਸੀਂ ਦੇਖਦੇ ਹੋ ਕਿ ਪੈਰਲਲੀ
ਉਹ ਗੁਰੂ ਹਰਰਾਏ ਸਾਹਿਬ ਤੋਂ ਹੁੰਦੀ ਹੋਈ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਜਾ ਕੇ ਤੇ ਫਿਰ ਬਾਬਾ ਬਕਾਲਾ। ਉਹ ਗੁਰਿਆਈ ਮਿਲਣ ਦਾ ਵੀ ਇੱਕ ਅਨੋਖਾ ਢੰਗ ਬੜਾ ਬਹੁਤ ਅਨੋਖਾ। ਉਹ ਇਸ ਪੱਖ ਤੋਂ ਹੈ ਕਿ ਜਦੋਂ ਦਿੱਲੀ ਬੜੇ ਰਮਜਮਈ ਢੰਗ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਆ ਕਿ ਹੁਣ ਕਿੱਥੇ ਜਾ ਜੋਤ ਜਗਣੀ ਹੈ, ਬਾਬਾ ਕਿਉਂਕਿ ਰਿਸ਼ਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਉਹ ਬਾਬਾ ਲੱਗਦੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਭਰਾ ਨੇ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਸ੍ਰੀ ਗੁਰੂ ਹਰਰਾਏ ਜੀ 7ਵੇਂ ਪਾਤਸ਼ਾਹ, ਪੋਤਰੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਠੀਕ ਹੈ। ਉਹ ਫਿਰ ਬਾਬੇ। ਇਸ ਪੱਖ ਤੋਂ ਤੁਸੀਂ ਦੇਖੋਗੇ ਕਿ ਇਹ ਬੜਾ ਇੱਕ ਨਾ ਸਿੱਖ ਇਤਿਹਾਸ ਦਾ ਮੀਰੀ ਪੱਖ ਹੈ। ਮੀਰੀ ਪੱਖ ਇਸ ਐਂਗਲ ਤੋਂ ਹੈ ਕਿ ਇੱਥੇ ਉਮਰਾਂ ਔਰ ਜਨਰੇਸ਼ਨ ਦੇ ਜਿਹੜੇ ਗੈਪ ਨੇ ਉਹ ਖਤਮ ਹੋ ਜਾਂਦੇ ਨੇ। ਉਹ ਇਸ ਪੱਖ ਤੋਂ ਤੁਸੀਂ ਦੇਖੋਗੇ ਕਿ ਜਿਹੜੇ ਸਾਹਿਬਜ਼ਾਦੇ ਨੇ, 4 ਸਾਹਿਬਜ਼ਾਦੇ ਨੇ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਉਹ ਗੁਰੂ ਹਰਰਾਏ ਸਾਹਿਬ ਦੇ ਪੁੱਤਰ ਨੇ, ਭਰਾ ਨੇ। ਜਨਰੇਸ਼ਨ ਗੈਪ ਖਤਮ ਹੋ ਗਿਆ। ਹਾਂਜੀ, ਜਿਹੜਾ ਗੁਰੂ ਨਾਨਕ ਸਾਹਿਬ ਵੇਲੇ ਇੱਕ ਥੋੜਾ ਜਿਹਾ ਜਨਰੇਸ਼ਨ ਗੈਪ ਦਿਖਾਈ ਦਿੰਦਾ, ਪੀੜ੍ਹੀ ਪਾੜਾ ਅਸੀਂ ਜਿਹਨੂੰ ਕਹਿੰਦੇ ਆ ਵੀ ਜਿਹੜੀ ਪੁਰਾਣੀ ਪੀੜ੍ਹੀ ਹੈ ਤੇ ਨਵੀਂ ਪੀੜ੍ਹੀ ਹੈ ਉਹਦੀ ਸੋਚ ਵਿੱਚ ਥੋੜਾ ਬਹੁਤਾ ਵਖਰੇਵਾਂ ਹੁੰਦਾ। ਜਿਵੇਂ ਮਹਿਤਾ ਕਾਲੂ ਜੀ ਦੀ ਸੋਚ ਥੋੜੀ ਜੀ ਦੁਨੀਆਦਾਰਾਂ ਵਾਲੀ ਹੈ, ਬਾਬਾ ਨਾਨਕ ਜੀ ਦੀ ਸੋਚ ਥੋੜੀ ਜੀ ਵੱਖਰੀ ਹੈ। ਪਰ ਸਿੱਖ ਇਤਿਹਾਸ ਦੇ ਗੁਰੂ ਘਰ ਦੇ ਇਸ ਪੜਾਅ 'ਤੇ ਆ ਕੇ ਤੁਹਾਨੂੰ ਇਸ ਕਿਸਮ ਦੇ ਵਖਰੇਵੇਂ ਜਿਹੜੇ ਆ ਨਾ ਬਿਲਕੁਲ ਨਜ਼ਰ ਨਹੀਂ ਆਉਣਗੇ। ਉੱਥੇ ਉਮਰਾਂ ਦਾ ਕੋਈ ਮਤਲਬ ਨਹੀਂ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਵੀ ਬਹੁਤ ਛੋਟੀ ਹੈ। ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਕਿਸੇ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਖਾਸ ਕਰਕੇ ਆਪਾਂ ਕਹਿੰਦੇ ਆ ਕਿ ਨਿੱਕੀਆਂ ਜੱਦਾਂ ਵੱਡੇ ਸਾਹਿਬ, ਜੱਦਾਂ ਛੋਟੀਆਂ ਨੇ, ਲੇਕਿਨ ਉਹਨਾਂ ਦਾ ਕਿਰਦਾਰ ਬੜਾ ਵੱਡਾ, ਉਹਨਾਂ ਦੇ ਕਾਰਨਾਮੇ ਬੜੇ ਵੱਡੇ। ਇਸੇ ਕਰਕੇ ਉਹ ਬਾਬੇ ਨੇ, ਉਹ ਵੀ ਬਾਬੇ ਬਣ ਗਏ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਬਾਬੇ ਤਾਂ ਨਹੀਂ ਸੀ ਉਹ, ਉਮਰ ਪੱਖੋਂ ਬਾਬੇ ਨਹੀਂ ਸੀ, ਪਰ ਕਿਰਦਾਰ ਤੇ ਗੁਣਵੱਤਾ ਤੇ ਚਰਿੱਤਰ ਪੱਖੋਂ ਉਹ ਬਾਬੇ ਸੀਗੇ। ਤੋ ਇਸ ਪੱਖ ਤੋਂ ਇਹ ਬਹੁਤ ਅਹਿਮ ਪੱਖ ਹੈ ਕਿ ਇੱਥੇ ਜਿਹੜਾ ਸਾਰਾ ਪੀੜ੍ਹੀ ਪਾੜਾ ਜਿਹੜਾ ਉਮਰਾਂ ਦੇ ਜਿਹੜੇ ਤਕਾਜ਼ੇ ਨੇ ਉਹ ਵੀ ਖਤਮ ਹੋ ਜਾਂਦੇ ਨੇ। ਉਮਰ ਕੋਈ ਮਾਇਨੇ ਨਹੀਂ ਰੱਖਦੀ ਹੈ ਰੂਹਾਨੀਅਤ ਦੇ ਪੱਖ ਤੋਂ, ਕਿ ਉਹ ਜਿਹੜੀ ਰੂਹਾਨੀ ਵਸਤੂ ਹੈ ਉਹ ਘੱਟ ਉਮਰ ਵਾਲੇ ਕੋਲ ਵੀ ਹੋ ਸਕਦੀ ਹੈ। ਉਹ ਪਹਿਲਾਂ ਪੋਤਰੇ ਕੋਲ ਵੀ ਜਾ ਸਕਦੀ ਹੈ, ਪੋਤਰੇ ਤੋਂ ਘੁੰਮ ਕੇ ਫਿਰ ਬਾਬੇ ਕੋਲ ਵੀ ਜਾ ਸਕਦੀ ਹੈ। ਤੁਸੀਂ ਦੇਖੋ ਖਤਮ ਹੋ ਗਿਆ ਸਾਰਾ। ਇਹ ਕਿਹੜੇ ਬਾਰੇ 'ਚ ਆ ਕੇ ਗੁਰਗੱਦੀ ਮਿਲਦੀ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ? ਜਦੋਂ 8ਵੇਂ ਪਾਤਸ਼ਾਹ ਦਿੱਲੀ ਸੀਗੇ ਔਰ ਉਹਨਾਂ ਨੂੰ ਚੇਚਕ ਰੋਗ ਨੇ ਗਰਸ ਲਿਆ। 8 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਨੇ ਜਿਹੜੀ ਗੁਰਿਆਈ ਹੈ, ਗੁਰਿਆਈ ਦਾ ਖਜ਼ਾਨਾ ਹੈ, ਰੂਹਾਨੀ ਖਜ਼ਾਨਾ, ਉਹ ਬੜੇ ਰਮਜਮਈ ਢੰਗ ਨਾਲ ਇਹ ਸੰਦੇਸ਼ ਦਿੱਤਾ ਕਿ ਇਹ ਹੁਣ ਜਿਹੜੀ ਗੁਰਿਆਈ ਦੀ ਜੋਤ ਹੈ ਇਹ ਬਾਬਾ ਬਕਾਲਾ ਜਗੇਗੀ। ਬਾਬਾ ਬਕਾਲੇ ਦਾ ਇੱਕ ਜਿਹੜਾ ਸੰਦੇਸ਼ ਦਿੱਤਾ। ਉਸ ਤੋਂ ਬਾਅਦ ਵਿੱਚ ਕੁਝ ਸਮਾਂ ਗੈਪ ਰਿਹਾ ਕਿਉਂਕਿ ਗੁਰੂ ਦੇ ਪ੍ਰਗਟ ਹੋਣ ਦੇ ਵਿੱਚ ਸਮਾਂ ਲੱਗਿਆ। ਉਹ ਮੱਖਣ ਸ਼ਾਹ ਲਬਾਣੇ ਵਾਲਾ ਜਿਹੜਾ ਪੂਰਾ ਐਪੀਸੋਡ ਹੈ ਉਹ 22 ਮੰਜੀਆਂ ਲੱਗਦੀਆਂ ਨੇ, ਉਹ ਹਿੱਸਾ ਬਣਦਾ। ਪਖੰਡ ਤੇ ਅਡੰਬਰ ਭਾਰੂ ਹੋ ਗਿਆ ਕਿਉਂਕਿ ਧਰਮਾਂ ਦੇ ਨਾਲ ਇਹ ਹੋਣੀ ਵੀ ਵਾਪਰਦੀ ਹੈ ਕਿ ਜਦੋਂ ਉਹਦੇ ਵਿੱਚ ਧਰਮ ਤੇ ਪਖੰਡ ਜਿਹੜਾ ਉਹ ਭਾਰੂ ਹੋ ਜਾਂਦਾ, ਅਸਲੀਅਤ ਕਿਤੇ ਨਾ ਕਿਤੇ ਪਰੇ ਰਹਿ ਜਾਂਦੀ ਹੈ ਤੇ ਫਿਰ ਉਹ ਸੱਚ ਦਾ ਪ੍ਰਕਾਸ਼ ਵੀ ਹੁੰਦਾ। ਤੋ ਸੱਚ ਦੇ ਪ੍ਰਕਾਸ਼ ਦੇ ਪੱਖ ਤੋਂ ਉਹ ਮੱਖਣ ਸ਼ਾਹ ਲਬਾਣਾ ਜਿਹੜਾ ਗੁਰੂ ਘਰ ਦਾ ਬੜਾ ਪੁਰਾਣਾ ਸ਼ਾਗਿਰਦ ਸੀ, ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉਹਦਾ ਇਤਿਹਾਸਕਾਰ ਬਿਆਨ ਕਰਦੇ ਹੈ। ਔਰ ਗੁਰੂ ਮੌਕੇ ਦੇ ਜਿਹੜੇ ਗੁਰੂ ਸੀ ਉਹਨਾਂ ਨਾਲ ਵੀ ਜੁੜੇ ਹੋਏ ਸੀ, ਤਾਂ ਉਹ ਉਹਨਾਂ ਨੂੰ ਲੱਭਦੇ ਉੱਥੇ ਪਹੁੰਚ ਗਏ ਤੇ ਫਿਰ ਉੱਥੋਂ ਜਿਹੜਾ ਹੈ ਉਹ ਗੁਰਿਆਈ ਦਾ ਸਮਾਂ ਉਸੋਂ ਮੰਨਿਆ ਜਾਂਦਾ ਹੈ। 1664 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਮਿਲੀ, ਵਿਧੀਵਤ ਢੰਗ ਨਾਲ ਉਹ ਉਹਨਾਂ ਨੂੰ ਗੁਰਿਆਈ ਦਿੱਤੀ ਗਈ। ਤੇ ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਹੈ ਉਹ 1665 ਈਸਵੀ ਵਿੱਚ ਕੀਰਤਪੁਰ ਸਾਹਿਬ ਆ ਗਏ ਸੀ। ਕੀਰਤਪੁਰ ਨਗਰ ਪਹੁੰਚ ਗਏ ਜਿਹੜਾ ਕਿ ਬਾਬਾ ਸ਼੍ਰੀ ਚੰਦ ਜੀ ਦੇ ਆਸ਼ੀਰਵਾਦ ਨਾਲ ਬਾਬਾ ਗੁਰਦਿੱਤਾ ਜੀ ਦੁਆਰਾ ਵਸਾਇਆ ਗਿਆ ਸੀ। ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਉਹਦੇ ਪਿੱਛੇ ਪ੍ਰੇਰਨਾ ਸੀ ਵੱਡੀ। ਤੇ ਫਿਰ ਜਿਹੜੀ ਹੈ ਕਰਮ ਭੂਮੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਾ ਬਕਾਲਾ ਤੋਂ ਕੀਰਤਪੁਰ ਸਾਹਿਬ ਬਣ ਜਾਂਦੀ ਹੈ। ਇੱਥੋਂ ਅੱਗੇ ਫਿਰ ਉਹ ਅਨੰਦਪੁਰ ਸਾਹਿਬ ਜਿਹੜਾ ਉੱਥੋਂ 8-10 ਕਿਲੋਮੀਟਰ ਦੀ ਦੂਰੀ 'ਤੇ ਹੈ, ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਰਮ ਭੂਮੀ ਬਣਦੀ ਹੈ। ਜਿਹੜਾ ਉਹਦਾ ਪਹਿਲਾ ਨਾਂ ਹੈ ਉਹ ਚੱਕ ਨਾਨਕੀ ਹੈ। ਤਾਂ ਉਹ ਆਪਣੇ ਮਾਤਾ ਜੀ ਦੇ ਨਾਂ ਦੇ ਉੱਤੇ ਇੱਥੇ ਮਾਂ ਦਾ ਰੁਤਬਾ, ਮਾਂ ਦਾ ਸਤਿਕਾਰ ਜਿਹੜਾ ਹੈ ਉਹ ਸਿਰਫ ਔਰਤ ਦੇ ਸਤਿਕਾਰ ਦੀ ਗੱਲ ਸਿਧਾਂਤਕ ਪੱਧਰ 'ਤੇ ਹੀ ਗੁਰੂ ਸਾਹਿਬ ਨੇ ਨਹੀਂ ਕੀਤੀ, ਇਨ ਪ੍ਰੈਕਟਿਸ ਵਿਵਹਾਰ ਦੇ ਵਿੱਚ ਵੀ ਉਹ ਜਿਹੜਾ ਸਤਿਕਾਰ ਹੈ
ਉਹ ਸਮੇਂ-ਸਮੇਂ ਗੁਰੂ ਸਾਹਿਬ ਦੇ ਜੀਵਨ ਵਿੱਚੋਂ, ਉਹਨਾਂ ਦੇ ਕਿਰਦਾਰ ਵਿੱਚੋਂ, ਉਹਨਾਂ ਦੇ ਅਮਲਾਂ ਵਿੱਚੋਂ ਇਹ ਪ੍ਰਗਟ ਹੁੰਦਾ ਰਿਹਾ। ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ ਸਿੱਖ ਸਿਧਾਂਤਾਂ ਦੀ, ਗੁਰਮਤਿ ਵਿਚਾਰਧਾਰਾ ਦੀ, ਕਿ ਇਹਦੇ ਵਿੱਚ ਕਥਨੀ ਤੇ ਕਰਨੀ ਦਾ ਕੋਈ ਪਾੜਾ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ ਵੀ ਕਹੀ ਕੁਝ ਹੋਰ ਜਾ ਰਹੇ ਹੈ, ਕਰੀ ਕੁਝ ਹੋਰ ਜਾ ਰਹੇ ਹੈ, ਇਸ ਤਰ੍ਹਾਂ ਬਿਲਕੁਲ ਹੀ ਨਹੀਂ ਹੈ। ਕਿਤੇ ਵੀ 10 ਗੁਰੂ ਸਾਹਿਬਾਨ ਦਾ ਜਿਹੜਾ ਲਸ਼ਕਾਰੇ ਵਾਲਾ ਜੀਵਨ ਹੈ ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ, ਸਿਧਾਂਤ ਤੇ ਅਮਲ ਵਿੱਚ ਕਿਤੇ ਕੋਈ ਪਾੜਾ ਨਹੀਂ ਹੈ। ਅੱਜ ਜੋ ਸਾਡੇ ਸਮਾਜ ਵਿੱਚ ਸਮੱਸਿਆਵਾਂ ਨੇ, ਉਹ ਸਮੱਸਿਆਵਾਂ ਇਸ ਕਰਕੇ ਨੇ ਕਿ ਪਾੜਾ, ਔਰ ਪਾੜਾ ਵੱਧਦਾ ਜਾ ਰਿਹਾ ਹੈ। ਉਹ ਜਿਹੜੇ ਸਿੱਖੀ ਦੇ ਆਪਣੇ ਆਪ ਨੂੰ ਪਹਿਰੇਦਾਰ ਕਹਾਉਂਦੇ ਆ, ਗੁਰਮਤਿ ਦੇ ਪੈਰੋਕਾਰ ਕਹਾਉਂਦੇ ਆ, ਉਹ ਕਈ ਕੁਝ ਹੋਰ ਜਾਂਦੇ ਆ, ਕਰੀ ਕੁਝ ਹੋਰ ਜਾਂਦੇ ਆ, ਜਿਹਦਾ ਨਤੀਜਾ ਆਪਾਂ ਸਾਰੇ ਦੇਖ ਰਹੇ ਹਾਂ ਕਿ ਉਹਦੇ ਨਤੀਜੇ ਜਿਹੜੇ ਆ ਉਹ ਸਾਡੇ ਸਾਹਮਣੇ ਆ ਰਹੇ ਆ। ਤੋ ਇਸ ਪੱਖ ਤੋਂ ਜਿਹੜਾ ਗੁਰੂ ਸਾਹਿਬ ਦਾ, ਅਨੰਦਪੁਰ ਸਾਹਿਬ ਦਾ ਜਿਹੜਾ ਸਮਾਂ ਹੈ, ਉਹ ਉਹਨਾਂ ਦੀ ਜਿਹੜੀ ਜੀਵਨ ਦੀ ਜਿਹੜਾ ਸਫ਼ਰ ਹੈ ਉਸ ਦੀ ਇੱਕ ਤਰ੍ਹਾਂ ਨਾਲ ਸਿਖਰ ਹੈ। ਦੇਖੋ ਕਿੰਨੀ ਵੱਡੀ ਇੱਕ ਸਿੱਖਿਆ ਆ ਕਿ ਉਸ ਵੇਲੇ ਜਦੋਂ ਹੀਲੇ ਵਸੀਲੇ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਬਹੁਤ ਥੋੜ੍ਹੇ ਹੁੰਦੇ ਹੋਣਗੇ। 1664 ਦੇ ਵਿੱਚ ਬਾਬੇ ਬਕਾਲੇ ਤੋਂ ਕੀਰਤਪੁਰ ਆਉਣਾ 65 ਦੇ ਵਿੱਚ, ਫਿਰ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਤੇ ਉਹ ਜਨਮ ਕਿੱਥੇ ਹੁੰਦਾ? ਪਟਨਾ ਬਿਹਾਰ ਦੇ ਵਿੱਚ। ਮਤਲਬ ਇੱਕ ਸਫ਼ਰ ਜ਼ਿੰਦਗੀ ਦਾ ਜਿਹੜਾ, ਜਿਹਦੇ ਵਿੱਚ ਆਰਾਮ ਨਹੀਂ, ਸਗੋਂ ਲੋਕਾਂ ਨੂੰ ਸੰਦੇਸ਼ ਹੀ ਦਿੰਦੇ ਰਹਿਣਾ। ਬਿਲਕੁਲ। ਫਿਰ ਪੜਾਅ ਦਰ ਪੜਾਅ ਅੱਗੇ ਵਧਣਾ, ਤੇ 75 ਦੇ ਵਿੱਚ ਕਸ਼ਮੀਰੀ ਪੰਡਤ ਜਦੋਂ ਆਉਂਦੇ ਨੇ। ਇਹ ਗੱਲਬਾਤ ਸਾਰੀ ਜਿਹੜੀ ਆਪਾਂ ਅਗਲੇ ਐਪੀਸੋਡ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਕਰਾਂਗੇ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ, ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਸਭ ਕੁਝ ਜਿਹੜਾ ਉਹ ਸ਼ਾਮਲ ਕਰ ਰਹੇ ਹਾਂ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਕੁ ਅਸੀਂ ਤੁਹਾਡੇ ਨਾਲ ਸਾਂਝ ਪਾ ਸਕੀਏ ਉਹ ਇਹਨਾਂ ਐਪੀਸੋਡਸ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਐਪੀਸੋਡ ਜਿਹੜੇ ਡਾਕਟਰ ਜਗਜੀਵਨ ਸਿੰਘ ਹੋਰਾਂ ਨਾਲ ਕਰ ਰਹੇ ਹਾਂ, ਤੇ ਅੱਜ ਗੱਲਬਾਤ ਕਰਾਂਗੇ ਸਮਾਧੀ ਤੋਂ ਸ਼ਹਾਦਤ ਦੇ ਸਫ਼ਰ ਦੀ। ਪਿਛਲੇ ਐਪੀਸੋਡਸ ਦੇ ਵਿੱਚ ਗੱਲਬਾਤ ਬਚਪਨ ਦੀ ਕੀਤੀ, ਗੁਰਿਆਈ ਤੱਕ ਦਾ ਸਫ਼ਰ ਜਿਹੜਾ ਆ ਉਹ ਅਸੀਂ ਜਾਣਿਆ। ਹੁਣ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ, ਅਨੰਦਪੁਰ 'ਚ ਰਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਛੋਟੇ ਨੇ, ਕਸ਼ਮੀਰੀ ਪੰਡਤਾਂ ਦਾ ਆਉਣਾ ਹੁੰਦਾ ਹੈ, ਔਰੰਗਜ਼ੇਬ ਦਾ ਉਹ ਕਾਲ ਸੀ, ਸ਼ਾਸਨ ਸੀ ਉਸ ਵੇਲੇ। ਉਹ ਵਾਕਿਆ ਕੀ ਸੀ, ਉੱਥੋਂ ਸ਼ੁਰੂ ਕਰਦੇ ਹਾਂ। ਆਪਾਂ ਜਿੱਥੇ ਪਿਛਲੀ ਕਿਸ਼ਤ ਦੇ ਵਿੱਚ ਗੱਲਬਾਤ ਛੱਡੀ ਸੀ, ਉੱਥੋਂ ਆਪਾਂ ਅੱਗੇ ਗੱਲ ਸ਼ੁਰੂ ਕਰਦੇ ਹਾਂ ਕਿ ਜਦੋਂ ਗੁਰਿਆਈ ਮਿਲਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਤੋਂ, ਬਾਬਾ ਬਕਾਲਾ ਤੋਂ ਉਹ ਕੀਰਤਪੁਰ ਸਾਹਿਬ ਆ ਗਏ, ਔਰ ਉਸ ਤੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਨੇ ਜੋ ਪੈੜਾਂ ਪਾਈਆਂ ਸੀ, ਉਹਨਾਂ ਪੈੜਾਂ 'ਤੇ ਚੱਲਦਿਆਂ ਫਿਰ ਉਹਨੇ ਯਾਤਰਾਵਾਂ ਸ਼ੁਰੂ ਕੀਤੀਆਂ ਸੱਚ ਦੇ ਪ੍ਰਚਾਰ ਪ੍ਰਸਾਰ ਦੇ ਲਈ, ਕਿਉਂਕਿ ਸੱਚ ਬੋਲਣਾ ਬੜਾ ਔਖਾ ਹੁੰਦਾ। ਤੋ ਸੱਚ ਬੋਲਣ ਲਈ ਜਿਗਰਾ ਚਾਹੀਦਾ। ਉਹ ਜਿਗਰਾ ਸਤਿਗੁਰਾਂ ਕੋਲ ਸੀਗਾ। ਉਸ ਜਿਗਰੇ ਨੂੰ ਨਾਲ ਲੈ ਕੇ ਹੀ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ। ਔਰ ਇਹ ਯਾਤਰਾਵਾਂ ਜਿਹੜੀਆਂ ਨੇ ਨਾ, ਜਿਵੇਂ ਗੁਰੂ ਨਾਨਕ ਸਾਹਿਬ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਆ, ਚੜ੍ਹਿਆ ਸੋਧਣ ਧਰਤ ਲੁਕਾਈ। ਉਹਦੇ ਪਿੱਛੇ ਮਕਸਦ ਇਹ ਸੀ ਕਿ ਜੋ ਸੱਚ ਮੈਨੂੰ ਪ੍ਰਾਪਤ ਹੋਇਆ, ਜੋ ਗਿਆਨ ਮੈਨੂੰ ਪ੍ਰਾਪਤ ਹੋਇਆ, ਉਹ ਮੈਂ ਹੋਰਾਂ ਵਿੱਚ ਵੀ ਵੰਡਾਂ, ਉਹ ਸੱਚ ਦੀ ਜਾਗ ਲੱਗੇ। ਔਰ ਜਦੋਂ ਸੱਚ ਜਿਹੜਾ ਹੈ, ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ, ਤੇ ਸਮੇਂ ਦੀ ਜਿਹੜੀ ਹਕੂਮਤ ਹੁੰਦੀ ਹੈ ਉਹ ਕਦੇ ਸੱਚ ਬਰਦਾਸ਼ਤ ਨਹੀਂ ਕਰਦੀ। ਤੋ ਸਤਿਗੁਰਾਂ ਦੀਆਂ ਜਿਹੜੀਆਂ ਯਾਤਰਾਵਾਂ ਸੀ, ਉਹ ਪਟਨਾ ਸਾਹਿਬ ਹੁੰਦੇ ਹੋਏ, ਬਿਹਾਰ ਤੋਂ ਹੁੰਦੇ ਹੋਏ, ਉਹ ਅਸਾਮ, ਪੱਛਮੀ ਬੰਗਾਲ ਤੱਕ, ਸਿਲੀਗੁੜੀ ਤੱਕ ਦਾ ਜਿਹੜਾ ਇਲਾਕਾ ਹੈ, ਉੱਥੋਂ ਤੱਕ। ਇਹਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਖੀ ਦਾ ਛੱਟਾ ਦਿੱਤਾ ਹੋਇਆ ਸੀ, ਬੜੀ ਦੂਰ ਦੂਰ ਤੱਕ ਦਿੱਤਾ ਹੋਇਆ ਸੀ। ਉਹਨਾਂ ਦੇ ਵਿੱਚ ਇਤਿਹਾਸਕਾਰ ਦੱਸਦੇ ਆ ਕਿ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਗਏ ਹੋਏ ਸੀ। ਅੱਛਾ। ਉਹਨਾਂ ਥਾਵਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੱਥੇ ਜਿਹੜਾ ਉਹ ਸਿੱਖੀ ਦਾ ਬੂਟਾ ਲਾਇਆ ਹੋਇਆ ਸੀ ਗੁਰੂ ਨਾਨਕ ਸਾਹਿਬ ਨੇ, ਉਸ ਨੂੰ ਦੇਖਣ ਲਈ ਗਏ ਹੋ ਕਿ ਹੁਣ ਕੀ ਸਥਿਤੀ ਹੈ। ਤਾਂ ਉਸ ਪੱਖ ਤੋਂ ਇਹ ਯਾਤਰਾਵਾਂ ਬੜੀਆਂ ਮਹੱਤਵਪੂਰਨ ਸੀ। ਔਰ ਇਸ ਦੌਰਾਨ ਪਟਨਾ ਸਾਹਿਬ ਨੂੰ ਫਿਰ ਉਹਨਾਂ ਨੇ ਆਪਣੀ ਕਰਮ ਭੂਮੀ ਬਣਾਇਆ, ਕਹਿ ਲਓ ਕਿ ਉੱਥੇ ਉਹ ਆਪਣੀ ਸੁਪਤਨੀ ਮਾਤਾ ਗੁਜਰੀ ਜੀ ਨੂੰ ਔਰ ਛੱਡ ਕੇ ਚਲੇ ਗਏ। ਅਤੇ ਉੱਥੇ ਹੀ ਮਾਤਾ ਗੁਜਰੀ ਜੀ ਬਾਅਦ ਵਿੱਚ ਜਦੋਂ ਅਸਾਮ ਵਿੱਚ ਯਾਤਰਾ 'ਤੇ ਸੀਗੇ ਗੁਰੂ ਤੇਗ ਬਹਾਦਰ ਸਾਹਿਬ, ਤਾਂ ਉਹਨਾਂ ਨੂੰ ਖਬਰ ਮਿਲੀ ਕਿ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ, ਸਾਹਿਬਜ਼ਾਦੇ ਦਾ ਜਨਮ ਹੋਇਆ, ਗੋਬਿੰਦ ਰਾਏ ਸਾਹਿਬ ਦਾ ਜਨਮ ਹੋਇਆ। ਇਹ ਖਬਰ ਉਹਨਾਂ ਨੂੰ ਅਸਾਮ ਦੇ ਵਿੱਚ ਮਿਲੀ ਸੀ। ਉਸ ਵੇਲੇ ਉਹ ਯਾਤਰਾ 'ਤੇ ਸੀ।
ਉਹ ਗੰਗਾ ਦੇ ਰਮਣੀਕ ਕਿਨਾਰੇ। ਇੱਕ ਸਿੱਖ ਇਤਿਹਾਸ ਦੀ ਇਹ ਬੜੀ ਖਾਸੀਅਤ ਹੈ ਕਿ ਗੁਰੂ ਸਾਹਿਬਾਨ ਨੇ ਆਪਣੇ ਟਿਕਾਣੇ ਜਿਹੜੇ ਆ ਉਹ ਬੜੀਆਂ ਰਮਣੀਕ ਥਾਵਾਂ 'ਤੇ ਰੱਖੇ ਆ। ਉਹ ਦਰਿਆਵਾਂ ਦੇ ਕਿਨਾਰੇ, ਭਾਵੇਂ ਪਾਉਂਟਾ ਸਾਹਿਬ ਹੈ, ਭਾਵੇਂ ਅਨੰਦਪੁਰ ਸਾਹਿਬ ਹੈ, ਭਾਵੇਂ ਕੀਰਤਪੁਰ ਸਾਹਿਬ ਹੈ, ਤੋ ਇੱਥੇ ਵੀ ਆ ਕੇ ਜਿਹੜੇ ਆ ਗੰਗਾ ਦੇ ਕਿਨਾਰੇ ਬੜਾ ਸੁਹਾਵਣਾ ਜਿਹੜਾ ਉੱਥੇ ਦ੍ਰਿਸ਼ ਹੈ, ਦਰਿਆ ਦੇ ਕਿਨਾਰੇ ਉੱਥੇ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨੂੰ ਠਹਿਰਾਇਆ, ਉਹਨਾਂ ਦੀ ਦੇਖਭਾਲ ਲਈ ਲੋੜੀਂਦੇ ਬੰਦੋਬਸਤ ਕੀਤੇ। ਤਾਂ ਉਸ ਤੋਂ ਬਾਅਦ ਉਹ ਯਾਤਰਾਵਾਂ 'ਤੇ ਨਿਕਲ ਗਏ। ਉਸ ਤੋਂ ਬਾਅਦ ਯਾਤਰਾ ਤੋਂ ਬਾਅਦ ਉਹ ਵਾਪਸ ਆਏ। ਫਿਰ ਯਾਤਰਾ ਕਰਦੇ ਕਰਦੇ ਹੀ ਉਹ ਫਿਰ ਜਦੋਂ ਦੁਬਾਰਾ ਕੀਰਤਪੁਰ ਸਾਹਿਬ ਆਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕਰਮ ਭੂਮੀ ਜਿਹੜੀ ਹੈ ਆਨੰਦਪੁਰ ਦੀ ਧਰਤੀ 'ਤੇ ਸਥਾਪਿਤ ਕੀਤੀ। ਉੱਥੇ ਪਿੰਡ ਵਸਾਇਆ ਜਿਹਦਾ ਨਾਂ ਚੱਕ ਨਾਨਕੀ ਰੱਖਿਆ ਗਿਆ, ਆਪਣੇ ਮਾਤਾ ਜੀ ਦੇ ਨਾਂ ਦੇ ਉੱਤੇ ਉਹ ਵਸਾਇਆ ਗਿਆ। ਬਾਅਦ ਵਿੱਚ ਉਹ ਆਨੰਦਪੁਰੀ ਦੇ ਨਾਂ ਨਾਲ ਮਸ਼ਹੂਰ ਹੋਇਆ। ਅੱਜ ਵੀ ਅਸੀਂ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਖਾਲਸੇ ਦੀ ਧਰਤੀ ਹੈ ਜੀ, ਉਹਦੇ ਵੱਲੋਂ ਜਾਣਿਆ ਜਾਂਦਾ ਹੈ। ਔਰ ਇੱਥੇ ਹੀ ਜਿਹੜਾ ਫਿਰ ਉਹਨਾਂ ਦੇ ਜੀਵਨ ਦੀ ਜਿਹੜੀ ਸਭ ਤੋਂ ਨਿਰਣਾਇਕ ਘਟਨਾ ਵਾਪਰਦੀ ਹੈ ਉਹ ਹੈ ਕਸ਼ਮੀਰੀ ਪੰਡਤਾਂ ਦੀ ਆਮਦ। ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਘਰ ਮੁਗਲ ਹਾਕਮਾਂ ਦੀ ਅੱਖਾਂ ਵਿੱਚ ਪਹਿਲਾਂ ਤੋਂ ਹੀ ਰੜਕਦਾ ਰਿਹਾ, ਉਹ ਕੋਈ ਨਵੀਂ ਗੱਲ ਨਹੀਂ ਸੀ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਜਦੋਂ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ, ਸੱਚ ਬੋਲਿਆ ਸੀ, ਤੇ ਫਿਰ ਤੁਹਾਨੂੰ ਪਤਾ ਹੀ ਹੈ ਸੱਚ ਬੋਲਣ ਵਾਲੇ ਨੂੰ ਪਦਮ ਸ਼੍ਰੀ ਤਾਂ ਮਿਲਦਾ ਨਹੀਂ ਹੈ ਜੀ। ਉਹ ਜੇਲ੍ਹ 'ਤੇ ਚੱਕੀ ਪੀਸਣੀ ਪਈ। ਉਹ ਬੜਾ ਇੱਕ ਰੌਚਕ ਜਿਹੜਾ ਹੈ ਬਿਰਤਾਂਤ ਹੈ, ਵਾਰਤਾਲਾਪ ਹੈ ਭਾਈ ਮਰਦਾਨਾ ਜੀ ਨਾਲ। ਭਾਈ ਮਰਦਾਨਾ ਜੀ ਕਿਉਂਕਿ ਬੜੇ ਨਜ਼ਦੀਕੀ ਦੋਸਤ ਨੇ, ਉਹਨਾਂ ਦੇ ਬੜੇ ਪਿਆਰੇ ਸ਼ਾਗਿਰਦ ਨੇ, ਦੋਸਤ ਵੀ ਨੇ। ਜਿਹੜਾ ਬਹੁਤ ਨੇੜਲਾ ਹੁੰਦਾ ਉਹ ਦੋਸਤ ਹੀ ਬਣ ਜਾਂਦਾ ਜੀ, ਨੇੜਤਾ ਬਹੁਤ ਹੁੰਦੀ ਹੈ। ਤਾਂ ਉਹ ਕੋਈ ਵੀ ਸਵਾਲ ਜਵਾਬ ਕਰ ਲੈਂਦੇ ਸੀਗੇ। ਅਤੇ ਉਹ ਕਹਿੰਦੇ ਆ ਵੀ ਬਾਬਾ ਤੂੰ ਪੰਗੇ ਬਹੁਤ ਲੈਣਾ, ਪੰਗੇ ਨਾ ਲਿਆ ਕਰ। ਅਤੇ ਉਹ ਕਹਿੰਦੇ ਆ ਵੀ ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਫਿਰ ਇਹ ਤਾਂ ਤੈਨੂੰ ਸਹਿਣ ਕਰਨਾ ਹੀ ਪੈਣਾ, ਚੱਕੀ ਚਲਾਉਣੀ ਪਏਗੀ, ਜੇਲ੍ਹ 'ਚ ਵੀ ਜਾਣਾ ਪਏਗਾ, ਸੱਚ ਦਾ ਸਾਥ ਮੁੱਲ ਤਾਰਨਾ ਪੈਂਦਾ। ਤੂੰ ਭਾਈ ਮਰਦਾਨਾ ਤਾਂ ਤਿਆਰ ਸੀ, ਤੇਰਾ ਸਾਥ ਨਹੀਂ ਛੱਡਣਾ, ਮੁੱਲ ਤਾਰਾਂਗੇ। ਅਤੇ ਉਹਨਾਂ ਨੇ ਤਾਰਿਆ ਵੀ, ਬਾਬੇ ਨੇ ਵੀ ਤਾਰਿਆ। ਉਹ ਬਾਬਰ ਦੇ ਜੇਲ੍ਹ ਖਾਨੇ ਚੱਕੀ ਪੀਸੀ। ਤੋ ਇਹ ਜਿਹੜੀ ਆ ਸਮੇਂ ਦੇ ਜਾਬਰ ਹਕੂਮਤਾਂ ਨਾਲ ਜਿਹੜੀ ਜੱਦੋ-ਜਹਿਦ ਹੈ ਇਹ ਤਾਂ ਪੁਰਾਣੀ ਸੀ, ਚੱਲਦੀ ਆ ਰਹੀ ਸੀ। ਉਸੇ ਨੂੰ ਅੱਗੇ ਤੋਰਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਸ਼ਰਨ ਦੇ ਵਿੱਚ ਕਸ਼ਮੀਰੀ ਪੰਡਤ, ਇਹ ਇੱਕ ਇਤਿਹਾਸ ਦਾ ਬੜਾ ਅਹਿਮ ਪੱਖ ਹੈ ਕਿ ਕਸ਼ਮੀਰੀ ਉਸ ਸਮੇਂ ਜਿਹੜਾ ਕਸ਼ਮੀਰ ਦਾ ਇਲਾਕਾ ਜਿਹੜਾ ਹੈ ਉਹ ਵਿਦਵਤਾ ਲਈ ਮਸ਼ਹੂਰ ਸੀ। ਉੱਥੋਂ ਦੇ ਵਿਦਵਾਨ, ਇੰਟਲੈਕਟ ਬੜੀ ਮਸ਼ਹੂਰ ਸੀ ਔਰ ਉਹਨਾਂ ਦਾ ਬੜਾ ਦਬਦਬਾ ਸੀ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ। ਵੈਸੇ ਵੀ ਜਿਹੜੀ ਸਾਡੀ ਵਰਨ ਵੰਡ ਹੈ ਹਿੰਦੂ ਧਰਮ ਦੀ, ਉਹਦੇ ਵਿੱਚ ਜਿਹੜਾ ਬ੍ਰਾਹਮਣ ਦਾ ਰੁਤਬਾ ਹੈ ਉਹ ਉੱਚਾ ਹੈ। ਇੱਕ ਇਹ ਤੁਸੀਂ ਜਿਹੜੀ ਗੱਲ ਹੈ ਨਾ ਕਰ ਰਹੇ ਹੋ ਡਿਸਕ੍ਰਾਈਬ, ਬਾਕੀ ਇਹਦੇ ਨਾਲ ਨਾ ਇੱਕ ਸਵਾਲ ਉੱਠਦਾ ਹੀ ਹੈ ਕਿ ਪੰਡਤ ਕਸ਼ਮੀਰੀ ਹੀ ਕਿਉਂ ਸੀਗੇ, ਹੈ ਨਾ, ਵੀ ਬਾਕੀ ਪਾਸੇ ਵੀ ਤਾਂ ਰਹਿੰਦੇ ਸੀਗੇ। ਬਿਲਕੁਲ। ਇੱਕ ਖਾਸ ਸੈਕਟ ਸੀਗਾ ਕਸ਼ਮੀਰ ਦੇ ਪੰਡਤਾਂ ਦਾ, ਜਿਹੜਾ ਕਿ ਜਿਹਦੀ ਕਹਿ ਲਓ ਕਿ ਬਾਕੀ ਵਿਦਵਾਨਾਂ ਦੇ, ਸਕਾਲਰ ਦੇ ਮੁਕਾਬਲੇ ਵੱਧ ਉਹਨਾਂ ਦਾ ਸਿੱਕਾ ਆਪਣੇ ਕਹਿ ਲਓ ਕਿ ਭਾਰਤ ਦੇ ਵਿੱਚ ਉਹਨਾਂ ਦੀ ਧਾਂਕ ਕਹਿ ਲਓ, ਜਾਂ ਕਹਿ ਲਓ ਕਿ ਉਹਨਾਂ ਦੀ ਉੱਥੇ ਇੱਕ ਤਰ੍ਹਾਂ ਨਾਲ ਇੱਕ ਸੰਗਠਿਤ ਰੂਪ ਉੱਥੇ ਉਹਨਾਂ ਦੀ ਕਮਾਂਡ ਸੀ ਬਾਕੀ ਸਾਰਿਆਂ ਤੇ, ਠੀਕ ਹੈ ਨਾ। ਤਾਂ ਉਸ ਪੱਖ ਤੋਂ ਹੀ ਜਦੋਂ ਉਹ ਔਰੰਗਜ਼ੇਬ ਨੇ ਵੀ ਇਸੇ ਕਰਕੇ ਟਾਰਗੇਟ ਕੀਤਾ ਸੀ ਵੀ ਜੇ ਮੈਂ ਇਹਨਾਂ ਨੂੰ ਕਾਬੂ ਕਰ ਲਿਆ ਤਾਂ ਸਾਰੇ ਕਾਬੂ ਆ ਜਾਣੇ। ਕੁਦਰਤੀ ਹੁੰਦਾ ਨਾ, ਜਿਹਦਾ ਪ੍ਰਭਾਵ ਪੂਰੇ ਸਮਾਜ 'ਤੇ ਹੈ, ਜਦੋਂ ਤੁਸੀਂ ਉਹਨੂੰ ਫੜ ਲੈਂਦੇ ਹੋ, ਠੀਕ ਹੈ, ਤਾਂ ਉਹ ਫਿਰ ਬਾਕੀ ਦੇ ਤਾਂ ਆਪਣੇ ਆਪ ਹੀ ਜਿਹੜੇ ਆ ਉਹ ਸਹਿਮਤ ਹੋ ਜਾਂਦੇ ਆ ਵੀ ਜਦੋਂ ਇਹ ਨਹੀਂ ਖਲੋ ਸਕੇ ਤੇ ਆਪਾਂ ਕੀ ਖਲੋਵਾਂਗੇ। ਉਹ ਸਮੇਂ ਦੀ ਜਿਹੜੀ ਕਰੀਮ ਸੀ ਵਿਦਵਾਨ, ਤੇ ਉਹ ਉਸੇ ਤੋਂ ਔਰੰਗਜ਼ੇਬ ਨੇ ਟਾਰਗੇਟ ਕੀਤਾ ਕਿਉਂਕਿ ਉਹਦਾ ਮਕਸਦ ਸੀ ਵੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੈਂ ਮੁਸਲਮਾਨ ਬਣਾ ਦੇਣਾ। ਤਾਂ ਉਹ ਇਕੱਲੇ ਨੂੰ ਬਣਾਉਣ ਦੀ ਥਾਂ 'ਤੇ ਉਹਨੇ ਇਹ ਰਾਹ ਲੱਭਿਆ ਵੀ ਇਹ ਜਿਹੜੇ ਮੋਹਰੀ ਨੇ ਮੈਂ ਇਹਨਾਂ ਨੂੰ ਫੜ ਲਾਂ, ਇਹ ਕਾਬੂ ਕਰ ਲਵਾਂ। ਜੇ ਇਹ ਹੀ ਮੰਨ ਗਏ ਤਾਂ ਸਾਰੇ ਮੰਨ ਜਾਣਗੇ। ਪਰ ਉਹ ਜਿਹੜੇ ਆ ਉਹ ਨਹੀਂ ਮੰਨੇ। ਜਦੋਂ ਨਹੀਂ ਮੰਨੇ, ਉਹਨਾਂ ਨੇ ਕਿਹਾ ਵੀ ਔਰੰਗਜ਼ੇਬ ਨੂੰ ਵੀ ਇਹ ਗਲਤ ਹੈ, ਆਪੋ ਆਪਣਾ ਉਹਨਾਂ ਨੇ ਅਸਰ ਰਸੂਖ ਵੀ ਵਰਤਿਆ। ਉਹਨਾਂ ਦਾ ਅਸਰ ਰਸੂਖ ਸੁਸਾਇਟੀ ਵਿੱਚ ਸੀਗਾ ਜੀ। ਉਸ ਵੇਲੇ ਦਾ ਜਿਹੜਾ ਕਸ਼ਮੀਰ ਦਾ ਹੁਕਮਰਾਨ ਸੀ, ਜੰਮੂ ਦਾ ਹੁਕਮਰਾਨ ਸੀ, ਉਹਦੇ ਰਾਹੀਂ ਉਹਨਾਂ ਨੇ ਗੱਲਬਾਤ ਵੀ ਚਲਾਈ, ਯਤਨ ਕੀਤੇ ਕਿ ਭਾਈ ਇਹ ਜ਼ੁਲਮ ਨਾ ਕੀਤਾ ਜਾਵੇ ਸਾਡੇ 'ਤੇ, ਇਹ ਤੁਸੀਂ ਸਿੱਖੋ ਵਿਦਵਾਨਾਂ ਦੀ ਕਦਰ ਕਰਨੀ, ਵਿਦਵਾਨਾਂ ਨਾਲ ਧੱਕਾ ਨਹੀਂ ਕਰੀਦਾ। ਪਰ ਜਦੋਂ ਹੁਕਮਰਾਨ ਹਉਮੈ ਦੇ ਘੋੜੇ 'ਤੇ ਚੜ੍ਹੇ ਹੁੰਦੇ ਆ, ਉਹ ਤਾਂ ਪਹਿਲਾ ਕੰਮ ਇਹੀ ਕਰਦੇ ਆ ਵੀ ਇਹਨਾਂ ਨੂੰ ਕਾਬੂ ਕਰੋ, ਕਿਉਂਕਿ ਇਹੀ ਬਗਾਵਤ ਦਾ ਜਿਹੜਾ ਉਹ ਝੰਡਾ ਸਮਾਜ ਦੇ ਵਿੱਚ ਉਠਾਉਂਦੇ ਆ, ਅਤੇ ਇਹਨਾਂ ਨੂੰ ਨੱਪੋ, ਬਾਕੀ ਸਾਰੇ ਆਪੇ ਚੁੱਪ ਕਰਕੇ ਬੈਠ ਜਾਣਗੇ। ਤਾਂ ਉਸ ਪ੍ਰਸੰਗ ਦੇ ਵਿੱਚ ਫਿਰ ਉਹ ਜਿਹੜੇ ਕਸ਼ਮੀਰੀ ਪੰਡਤ ਸੀ, ਜਿਨ੍ਹਾਂ ਦਾ ਮੋਹਰੀ ਜਿਹੜਾ ਕਿਰਪਾ ਰਾਮ ਜੀ ਸੀਗੇ, ਉਹ ਗੁਰੂ ਘਰ ਨਾਲ ਉਹਨਾਂ ਦਾ ਪਹਿਲਾਂ ਵੀ ਸੰਬੰਧ ਸੀ, ਕਿਉਂਕਿ ਗੁਰੂ ਘਰ ਹਮੇਸ਼ਾ ਹੀ ਵਿਦਵਾਨਾਂ ਦੀ ਕਦਰ ਕਰਦਾ ਰਿਹਾ। ਦਸਮ ਪਾਤਸ਼ਾਹ ਦੇ ਵੇਲੇ ਵੀ ਤੁਸੀਂ ਦੇਖਦੇ ਹੋ ਕਵੀਆਂ ਦੀ ਬੜੀ
ਕਦਰ ਸੀ। ਜੀ ਠੀਕ ਹੈ ਨਾ, ਭਾਈ ਨੰਦ ਲਾਲ ਜੀ, ਹੋਰ ਕਿਸੇ ਵੀ ਤਬਕੇ ਨਾਲ ਸੰਬੰਧਿਤ ਸਕਾਲਰ ਹੈ ਤੇ ਗੁਰੂ ਸਾਹਿਬ ਜਿਹੜੇ ਆ ਉਹਨੂੰ ਬਹੁਤ ਸਤਿਕਾਰ ਦਿੰਦੇ ਸੀ, ਬੜੀ ਇੱਜ਼ਤ ਦਿੰਦੇ ਸੀ। ਗੁਣਵੱਤਾ ਦੀ ਬੜੀ ਵੱਡੀ ਥਾਂ ਹੈ ਸਿੱਖ ਸਿਧਾਂਤਾਂ ਦੇ ਵਿੱਚ, ਜਿਹੜੀ ਮੈਂ ਅੱਗੇ ਵੀ ਇਹ ਗੱਲ ਦੁਹਰਾਈ ਸੀ ਕਿ ਸਾਂਝ ਕਰੀਜੈ ਗੁਣਾ ਕੇਰੀ, ਗੁਣਾ ਛਾੜ ਅਵਗਣ ਚੱਲੀ। ਆਪਾਂ ਅਵਗਣਾ ਤੋਂ ਕੀ ਲੈਣਾ, ਭਰੀ ਪਈ ਹੈ ਦੁਨੀਆ ਅਵਗਣਾ ਨਾਲ। ਜਿਹਦੇ ਕੋਲ ਕੋਈ ਗੁਣ ਹੈ ਉਹਦੀ ਕਦਰ ਕਰਨੀ ਜਿਹੜੀ ਹੈ ਸਿੱਖ ਫਲਸਫਾ ਸਿਖਾਉਂਦਾ ਹੈ। ਤਾਂ ਉਸ ਕਈ ਵਾਰੀ ਕਹਿੰਦੇ ਆ ਨਾ ਵੀ ਹਿੰਦੂਆਂ ਲਈ ਜਾਂ ਪੰਡਤਾਂ ਲਈ ਸ਼ਹਾਦਤ ਦਿੱਤੀ ਹੈ, ਇਸ ਤਰ੍ਹਾਂ ਨਹੀਂ ਹੈ। ਉਹ ਇੱਕ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਮਨੁੱਖੀ ਕਦਰਾਂ ਕੀਮਤਾਂ ਲਈ, ਮਾਨਵਤਾ ਲਈ, ਮਨੁੱਖੀ ਆਜ਼ਾਦੀ ਲਈ, ਮਨੁੱਖੀ ਸੁਤੰਤਰਤਾ ਲਈ ਉਹ ਸ਼ਹਾਦਤ ਦਿੱਤੀ ਹੈ। ਉਹ ਕਨਸੈਪਟ ਬਹੁਤ ਵੱਡਾ ਹੈ। ਜਿਹੜੀ ਅਸੀਂ ਕਹਿੰਦੇ ਆ ਨਾ ਬਈ ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੇ ਰਾਖੇ ਹੈ। ਅੱਜ ਆਪਾਂ ਦੇਖਦੇ ਹਾਂ ਬੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਗਈਆਂ, ਇੱਥੇ ਉਲੰਘਣਾ ਹੋਊਗੀ, ਉੱਥੇ ਉਲੰਘਣਾ ਹੋਊਗੀ। ਇਹ ਸਭ ਤੋਂ ਵੱਡੀ ਉਲੰਘਣਾ ਸੀ। ਕਿਸੇ ਵੀ ਹੁਕਮਰਾਨ ਨੂੰ ਇਹ ਹੱਕ ਨਹੀਂ ਹੈ ਵੀ ਉਹ ਕਿਸੇ ਮਨੁੱਖ ਦਾ ਜ਼ਬਰਦਸਤੀ ਧਰਮ ਬਦਲੀ ਕਰੇ ਵੀ ਤੁਸੀਂ ਮੁਸਲਮਾਨ ਬਣੋ। ਠੀਕ ਹੈ, ਇਹ ਸਭ ਤੋਂ, ਔਰ ਇਹਦੇ ਵਿਰੁੱਧ ਕੋਈ ਖੜ ਹੀ ਨਹੀਂ ਸੀ ਰਿਹਾ। ਕਸ਼ਮੀਰੀ ਪੰਡਤਾਂ ਨੇ ਥੋੜੀ ਜੁਰਤ ਦਿਖਾਈ ਪਰ ਉਨੀ ਉਹ ਨਹੀਂ ਵਿਖਾ ਸਕੇ। ਤੋਂ ਆਖਰਕਾਰ ਉਹਨਾਂ ਨੂੰ ਕੋਈ ਜਦੋਂ ਰਾਹ ਨਹੀਂ ਲੱਭਿਆ ਵੀ ਹੁਣ ਕਰੀਏ ਤੇ ਕਰੀਏ ਕੀ, ਔਰੰਗਜ਼ੇਬ ਤਾਂ ਹਟਦਾ ਨਹੀਂ, ਤੇ ਜਦੋਂ ਅਸੀਂ ਬਣ ਗਏ ਤੇ ਸਾਰਿਆਂ ਨੇ ਮੁਸਲਮਾਨ ਬਣ ਜਾਣਾ। ਤਾਂ ਉਹ ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ, ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ, ਉਹ ਫਿਰ ਸੰਪਰਕ ਉਹਨਾਂ ਦਾ ਗੁਰੂ ਘਰ ਨਾਲ ਸੀਗਾ। ਆਮ ਤੌਰ 'ਤੇ ਜਿਵੇਂ ਇੱਦਾਂ ਨਹੀਂ ਸੀ ਵੀ ਕੋਈ ਸਪੈਸ਼ਲ ਦੱਸਿਆ ਗਿਆ ਤੇ ਤਾਂ ਹੀ ਆਏ। ਉਹਨਾਂ ਨੂੰ ਲੱਗਿਆ ਵੀ ਉੱਥੇ ਹੀ ਸਾਡੀ ਬਾਂਹ ਫੜੀ ਜਾ ਸਕਦੀ ਹੈ। ਠੀਕ ਹੈ, ਜਦੋਂ ਕੋਈ ਮੁਸੀਬਤ ਵਿੱਚ ਬੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੈਨੂੰ ਕਿੱਥੇ ਮੈਂ ਬਚ ਸਕਦਾ, ਤਾਂ ਉਹਨਾਂ ਨੂੰ ਲੱਗਿਆ ਵੀ ਇੱਥੇ, ਹੋਰ ਸਾਰੇ ਰਾਹ ਉਹਨਾਂ ਨੂੰ ਲੱਗਿਆ ਵੀ ਕਿਤੇ ਨਹੀਂ ਸਾਨੂੰ ਹੁਣ ਕਿਸੇ ਨੇ ਬਚਾਉਣਾ। ਔਰੰਗਜ਼ੇਬ ਦੇ ਤਸ਼ੱਦਦ ਦਾ, ਉਹਦੇ ਧੱਕੇ ਦਾ ਸਾਨੂੰ ਸ਼ਿਕਾਰ ਹੋਣਾ ਪੈਣਾ, ਸਾਨੂੰ ਇਸਲਾਮ ਧਾਰਨ ਕਰਨਾ ਪੈਣਾ। ਇੱਕੋ ਰਾਹ ਹੈਗਾ, ਉਹ ਰਾਹ ਹੈ ਕਿ ਗੁਰੂ ਸਾਹਿਬ ਸਾਡੀ ਬਾਂਹ ਫੜ ਸਕਦੇ ਹੈ, ਉਹ ਸਟੈਂਡ ਲੈ ਸਕਦੇ ਹੈ, ਉਹ ਖੜ ਸਕਦੇ ਹੈ, ਉਹ ਕਮਿਟਡ ਹੈ, ਉਹ ਪ੍ਰਤੀਬੱਧ ਹੈ ਮਨੁੱਖੀ ਕਦਰਾਂ ਕੀਮਤਾਂ ਲਈ, ਕਿਉਂਕਿ ਉਹ ਗੁਰੂ ਨਾਨਕ ਤੋਂ ਲੈ ਕੇ ਦੁਨੀਆ ਨੇ ਦੇਖਿਆ ਸੀਗਾ। ਉਹ ਗੁਰੂ ਸਾਹਿਬ ਤੁਸੀਂ ਦੇਖੋ ਉੱਥੇ ਉਹ ਪਾਂਡੇ ਨੂੰ ਕਹਿੰਦੇ ਆ ਵੀ ਤੂੰ, ਉਹ ਇਹ ਤਾਂ ਨਹੀਂ ਕਹਿੰਦੇ ਵੀ ਜਨੇਊ ਨਾ ਪਾ, ਉਹ ਕਹਿੰਦੇ ਵੀ ਭਾਵੇਂ ਜਨੇਊ ਦੇ ਨਾਂ ਤੇ ਪਖੰਡ ਨਾ ਕਰੋ। ਹਾਂਜੀ, ਅਡੰਬਰ ਨਹੀਂ ਕਰਨਾ। ਠੀਕ ਹੈ, ਇਹ ਜਨੇਊ ਜੇ ਸੱਚਾ ਸੁੱਚਾ ਹੈਗਾ ਤਾਂ ਪਾ ਦਿਓ ਮੇਰੇ। ਤਰਕ ਵਿਤਰਕ ਕਰਦੇ ਉਹਦੇ ਨਾਲ। ਤੇ ਇੱਥੇ ਵੀ ਉਹ ਉਸੇ ਜਨੇਊ ਦੀ ਰਾਖੀ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ, ਇਹ ਕਦਰਾਂ ਕੀਮਤਾਂ ਦਾ ਉਲੰਘਣ ਹੈ। ਜੇ ਉੱਥੇ ਉਹ ਧੱਕੇ ਨਾਲ ਪੰਡਤ ਦਾ ਦਿੱਤਾ ਹੋਇਆ ਜਨੇਊ ਨਹੀਂ ਪਾਉਂਦੇ, ਇੱਥੇ ਉਹ ਧੱਕੇ ਨਾਲ ਜਨੇਊ ਲਾਉਣ ਵੀ ਨਹੀਂ ਦਿੰਦੇ। ਇਕੁਅਲ ਟਰੀਟਮੈਂਟ ਹੈ। ਠੀਕ ਹੈ, ਔਰ ਉੱਥੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਦੂਜੇ ਧਰਮ ਲਈ ਕੁਰਬਾਨੀ ਦਿੱਤੀ ਹੈ, ਦੂਜੇ ਕਮਿਊਨਿਟੀ ਲਈ ਕੁਰਬਾਨੀ ਦਿੱਤੀ ਹੈ। ਨਹੀਂ, ਇਹ ਮਨੁੱਖੀ ਕਦਰਾਂ ਕੀਮਤਾਂ ਲਈ ਕੁਰਬਾਨੀ ਦਿੱਤੀ ਹੈ। ਕੋਈ ਵੀ ਉਹਨਾਂ ਕੋਲ ਚਲਾ ਜਾਂਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਤੇ ਉਹ ਬਾਂਹ ਫੜਦੇ, ਔਰ ਬਾਂਹ ਫੜੀ ਉਹਨਾਂ ਨੇ, ਛੱਡੀ ਨਹੀਂ। ਔਰੰਗਜ਼ੇਬ ਦੀ ਦਹਿਸ਼ਤ ਕਿੰਨੀ ਹੈ, ਟੈਰਰ ਕਿੰਨਾ ਹੈ, ਜ਼ੁਲਮ ਕਿੰਨਾ ਹੈ। ਇਸ ਦੇ ਬਾਵਜੂਦ ਤੁਸੀਂ ਦੇਖੋਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ 3 ਬਹੁਤ ਪਿਆਰੇ ਮੁਰੀਦਾਂ ਨੂੰ ਉਹਨਾਂ ਦੇ ਸਾਹਮਣੇ ਬੜੇ ਦਰਦਨਾਕ ਢੰਗ ਨਾਲ ਮਾਰਿਆ ਗਿਆ। ਉਹ ਪੈਰਾਂ ਥੱਲੋਂ ਜ਼ਮੀਨ ਖਸਕਾਉਣਾ ਮਕਸਦ ਸੀ ਵੀ ਕਿਸੇ ਤਰ੍ਹਾਂ ਇਹ ਇੰਟੈਗਰੇਟਿਡ ਪਰਸਨੈਲਿਟੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹ ਡਿਸਇੰਟੈਗਰੇਟਿਡ ਹੋ ਜਾਣ, ਉਖੜ ਜਾਣ, ਡੀਆਰਗਨਾਈਜ਼ ਹੋ ਜਾਣ। ਬੜੇ ਆਰਗਨਾਈਜ਼ਡ ਨੇ, ਬੜੇ ਸੰਗਠਿਤ ਵਿਅਕਤਿਤਵ ਦੇ ਮਾਲਕ ਨੇ, ਬੜੇ ਸਿਦਕ ਹੈ, ਬੜਾ ਸਬਰ ਹੈ, ਬੜਾ ਸਹਿਣਸ਼ੀਲਤਾ ਹੈ, ਬੜਾ ਜਿਗਰਾ ਹੈ। ਤੇ ਇਹਨਾਂ ਨੂੰ ਜਰਕਾਉਣਾ ਹੈ, ਡਰਾਉਣਾ ਹੈ, ਤਿਲਕਾਉਣਾ ਹੈ। ਉਹਦੇ ਲਈ ਉਹਨਾਂ ਨੇ ਵੱਖ-ਵੱਖ ਹੱਥਕੰਡੇ ਵਰਤੇ। ਉਹਨਾਂ ਹੱਥਕੰਡਿਆਂ ਵਿੱਚੋਂ ਆਪਾਂ ਸਾਰੇ ਜਾਣਦੇ ਹਾਂ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਔਰ ਉਹ ਪਿੰਜਰੇ ਵਿੱਚ ਕੈਦ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ। ਤੁਸੀਂ ਦੇਖੋ ਗੁਰੂ ਸਾਹਿਬ ਕੋਲ ਕੋਈ ਹਥਿਆਰ ਤਾਂ ਨਹੀਂ ਸੀਗਾ, ਲੇਕਿਨ ਇੱਕ ਕਮਿਟਮੈਂਟ ਹੈ, ਇੱਕ ਇੰਟੈਗਰਿਟੀ ਹੈ, ਇੱਕ ਇਕਾਗਰਤਾ ਹੈ ਕਿ ਮੈਂ ਇਹ ਜ਼ੁਲਮ ਨਹੀਂ ਬਰਦਾਸ਼ਤ ਕਰਨਾ, ਮੈਂ ਤੈਨੂੰ ਇਹ ਜ਼ੁਲਮ ਨਹੀਂ ਕਰਨ ਦੇਣਾ। ਜੇ ਤੂੰ ਹੋਰ ਉਹਨਾਂ ਨੂੰ ਮੁਸਲਮਾਨ ਬਣਾਉਣਾ, ਤੈਨੂੰ ਪਹਿਲਾਂ ਮੈਨੂੰ ਮੁਸਲਮਾਨ ਬਣਾਉਣਾ ਪਊਗਾ। ਔਰ ਕਸ਼ਮੀਰੀ ਪੰਡਤਾਂ ਨੇ ਵੀ ਇਹੀ ਕਿਹਾ ਸੀ ਵੀ ਸਾਡੀ ਬਾਂਹ ਫੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇਕਰ ਤੁਸੀਂ ਉਹਨਾਂ ਨੂੰ ਝੁਕਾ ਲਓਗੇ ਤਾਂ ਅਸੀਂ ਆਪੇ ਹੀ ਮੁਸਲਮਾਨ। ਇੱਕ ਤਰ੍ਹਾਂ ਨਾਲ ਉਹਨਾਂ ਨੇ ਅੱਗੇ ਚੈਲੰਜ ਦਿੱਤਾ ਔਰੰਗਜ਼ੇਬ ਨੂੰ, ਕਸ਼ਮੀਰੀ ਪੰਡਤਾਂ ਨੇ। ਹਾਂ, ਕਿਉਂਕਿ ਇਹ ਵੀ ਗੱਲ ਆਪਾਂ ਕਰ ਲਈਏ, ਇਹ ਵੀ ਬਹੁਤ ਬੰਦਿਆਂ ਨੂੰ ਇਹ ਲੱਗਦਾ, ਕਈ ਵਾਰੀ ਨਹੀਂ ਸਮਝਦਾ ਬੰਦਾ, ਉਹ ਸੋਚਦਾ ਕਿ ਗੁਰੂ ਸਾਹਿਬ ਨੇ ਤਾਂ ਸ਼ਹਾਦਤ ਦੇਤੀ, ਵੀ ਉਸ ਤੋਂ ਬਾਅਦ ਔਰੰਗਜ਼ੇਬ ਕਿਉਂ ਰੁਕ ਗਿਆ, ਕਿਉਂ ਉਹਨੇ ਜਬਰੀ ਜਿਹੜੇ ਆ ਉਹ ਮੁਸਲਮਾਨ ਬਣਾਉਣ ਦੀ ਜਿਹੜੀ ਕਵਾਇਦ ਸੀਗੀ ਉਹ ਕਿਵੇਂ ਬੰਦ ਹੋ ਗਈ। ਵੀ ਪੰਡਤਾਂ ਉੱਤੇ ਜ਼ੁਲਮ ਹੋ ਰਿਹਾ ਸੀ, ਗੁਰੂ ਸਾਹਿਬ ਦੇ ਕੋਲ ਆਏ, ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਆ, ਵੀ ਫਿਰ ਉਹ ਸ਼ਹਾਦਤ ਦੇ ਨਾਲ ਮੁਸਲਮਾਨ ਬਣਨੇ ਕਿਵੇਂ ਰੋਕੇ। ਮਤਲਬ ਉਹ ਚੈਲੰਜ ਸੀ ਇੱਕ। ਬਿਲਕੁਲ ਬਿਲਕੁਲ, ਕਿਉਂਕਿ ਉਹਦੇ ਵਿੱਚ ਫਿਰ
ਆਖਰਕਾਰ ਬੇਸ਼ੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸਰੀਰਕ ਮੌਤ ਹੁੰਦੀ ਹੈ, ਸ਼ਹਾਦਤ ਸਰੀਰਕ ਮੌਤ ਹੈ, ਇਖਲਾਕੀ ਮੌਤ ਨਹੀਂ ਹੈ ਉਹਨਾਂ ਦੀ। ਇਖਲਾਕੀ ਤੌਰ ਤੇ ਤਾਂ ਜਿੱਤ ਗਏ ਆ ਸਤਿਗੁਰ ਨਾ। ਜਦੋਂ ਉਹ ਇਖਲਾਕੀ ਤੌਰ ਤੇ ਆਈਡੀਓਲੋਜੀਕਲ ਪੱਧਰ ਤੇ, ਵਿਚਾਰਧਾਰਕ ਪੱਧਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਜਿੱਤ ਸੀ। ਉੱਥੇ ਇਖਲਾਕੀ ਮੌਤ ਕਿਹਦੀ ਹੁੰਦੀ ਹੈ? ਇਖਲਾਕੀ ਮੌਤ ਔਰੰਗਜ਼ੇਬ ਦੀ ਉਦੋਂ ਵੀ ਹੁੰਦੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਇਖਲਾਕੀ ਮੌਤ ਉਦੋਂ ਵੀ ਹੁੰਦੀ ਹੈ ਜਦੋਂ ਦਸਮ ਪਾਤਸ਼ਾਹ ਉਹਨੂੰ ਜ਼ਫਰਨਾਮਾ ਲਿਖ ਕੇ ਭੇਜਦੇ ਆ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਹੈ, ਤੂੰ ਝੂਠੀਆਂ ਸੌਹਾਂ ਖਾਧੀਆਂ ਨੇ ਤੇ ਤੂੰ ਦਗਾ ਕੀਤਾ ਹੈ ਨਾ। ਤਾਂ ਉਸ ਵੇਲੇ ਵੀ ਉਹਨੂੰ ਫਿੱਟ ਲਾਹਨਤਾਂ ਪੈਂਦੀਆਂ ਨੇ। ਉਹ ਕਲਮ ਨਾਲ ਵਾਰ ਸਤਿਗੁਰੂ ਫੇਰ ਕਰਦੇ ਆ। ਤੁਸੀਂ ਦੇਖੋ ਸਤਿਗੁਰਾਂ ਦੀ ਖਾਸੀਅਤ ਕੀ, ਕਲਮ ਨਹੀਂ ਛੱਡੀ ਕਿਤੇ ਵੀ। ਕਲਮ ਦੀ ਤਾਕਤ ਤੋਂ ਗੁਰੂ ਸਾਹਿਬ ਜਾਣੂ ਨੇ ਕਿ ਜਿਹੜੀ ਇਹ ਵਿਚਾਰਧਾਰਾ ਨਾ, ਇਹ ਬੜੀ ਵੱਡੀ ਤਾਕਤ ਹੈ। ਵਿਚਾਰਾਂ ਨਾਲ ਤੁਸੀਂ ਜੋ ਕਿਸੇ ਦੀ ਰੂਹ ਨੂੰ ਤਬਦੀਲ ਕਰ ਸਕਦੇ ਹੋ, ਉਹ ਹਥਿਆਰਾਂ ਨਾਲ ਨਹੀਂ ਕਰ ਸਕਦੇ। ਹਥਿਆਰਾਂ ਨਾਲ ਤਾਂ ਸਰੀਰ ਹੀ ਕਾਬੂ ਕੀਤੇ ਜਾ ਸਕਦੇ ਆ, ਮਨ ਤੇ ਰੂਹ ਨਹੀਂ ਕਾਬੂ ਕੀਤੇ ਜਾ ਸਕਦੇ। ਤੇ ਗੁਰੂ ਸਾਹਿਬ ਨੇ ਉਸ ਨੂੰ ਇੰਨੀਆਂ ਫਿੱਟ ਲਾਹਨਤਾਂ ਪਾਈਆਂ, ਉਹ ਗਲਾਨੀ ਸਵੈ ਗਲਾਨੀ ਨਾਲ ਹੀ ਮਰ ਗਿਆ। ਉਹ ਵੱਡੀ ਮੌਤ ਸੀ। ਸਰੀਰਕ ਤੌਰ ਤੇ ਤਾਂ ਉਹ ਬਚਿਆ ਰਿਹਾ, ਉਹ ਫਿਰ ਮਰ ਗਿਆ। ਜਲਦੀ ਇਤਿਹਾਸ ਦੱਸਦਾ ਕਿ ਉਹ ਫਿਰ ਮਰ ਗਿਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜੀ ਸਤਿਗੁਰਾਂ ਦੀ ਸ਼ਹਾਦਤ ਸੀ ਨਾ, ਇਹ ਇੱਕ ਮਿਸਾਲ ਸੀ ਜਿਸ ਨੇ ਜਿਹੜੀ ਹਿੰਦੁਸਤਾਨ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ, ਜਿਵੇਂ ਅੱਜ ਕੱਲ੍ਹ ਵੀ ਬਣਿਆ ਹੋਇਆ ਹੈ, ਕਰੋਨਾ ਨੂੰ ਵੀ ਇੱਕ ਹਥਿਆਰ ਦੇ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਦਹਿਸ਼ਤ ਪਾਉਣ ਲਈ। ਕਿਉਂਕਿ ਜੋ ਚੰਮਦੀਆਂ ਚਲਾਉਣੀਆਂ ਨੇ ਉਹ ਡਰਾ ਕੇ ਚੱਲਣਗੀਆਂ ਨਾ। ਜੇ ਲੋਕਾਂ ਨੂੰ, ਜੇ ਲੋਕ ਨਿਡਰ ਹੋ ਗਏ, ਉਹ ਤਾਂ ਉੱਠ ਖੜਨਗੇ, ਬਗਾਵਤ ਕਰ ਦੇਣਗੇ। ਫਿਰ ਜਿਹੜਾ ਇਹ ਸਫ਼ਰ ਮਤਲਬ ਅਨੰਦਪੁਰ ਸਾਹਿਬ ਤੋਂ ਦਿੱਲੀ ਚਾਂਦਨੀ ਚੌਕ ਜਾਣਾ, ਸ਼ਹਾਦਤ ਦੇਣਾ, ਇਹਦੇ ਵਿੱਚ ਵੀ ਗੁਰੂ ਸਾਹਿਬ ਰਸਤਿਆਂ ਦੇ ਵਿੱਚ ਰੁਕਦੇ ਗਏ ਨੇ, ਸੰਦੇਸ਼ ਦਿੰਦੇ ਗਏ ਨੇ, ਤੇ ਨਾਲ ਕੌਣ ਕੌਣ ਗਿਆ ਇਹ ਵੀ ਜ਼ਰੂਰ ਸਾਨੂੰ ਦੱਸਿਓ। ਸਿੱਖ ਇਤਿਹਾਸ ਦੇ ਵੱਖ-ਵੱਖ ਸਰੋਤ ਜਿਹੜੇ ਦੱਸਦੇ ਆ ਕਿ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਹੋਏ ਔਰੰਗਜ਼ੇਬ ਵੱਲੋਂ। ਝੂਠ ਦੀ ਦੁਕਾਨ ਦਾ ਜਿਹੜਾ ਲੇਬਲ ਹੈ ਉਹ ਤਾਂ ਪਹਿਲਾਂ ਹੀ ਗੁਰੂ ਘਰ ਤੇ ਲੱਗਿਆ ਹੋਇਆ ਸੀ, ਉਸੇ ਨੂੰ ਹੀ ਕੰਟੀਨਿਊ ਕਰਦਿਆਂ ਉਹ ਹੁਕਮਰਾਨਾਂ ਕੋਲੋਂ ਉਸੇ ਕਿਸਮ ਦੇ ਹੱਥ ਕੰਡੇ ਹੁੰਦੇ ਆ ਜਿਵੇਂ ਅਸੀਂ ਅੱਜ ਕੱਲ੍ਹ ਦੇ ਹੁਕਮਰਾਨਾਂ ਨੂੰ ਵੀ ਦੇਖਦੇ ਹਾਂ। ਉਹ ਵੀ ਕੋਈ ਫਰਕ ਨਹੀਂ ਹੈ। ਤੇ ਉਹ ਪੁਰਾਣੇ ਹੁਕਮਰਾਨ ਵੀ ਇੱਦਾਂ ਹੀ ਕਰਦੇ ਸੀ, ਦੋਸ਼ ਲਾਉਂਦੇ ਸੀ ਤੇ ਫੜ ਕੇ ਲੈ ਜਾਂਦੇ ਸੀ ਵੀ ਇਹ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਨਾ ਤੁਸੀਂ ਜ਼ੁਲਮ ਕਰ ਦਿੱਤਾ ਹੈ ਜਾਂ ਤੁਸੀਂ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੈ। ਤੋ ਸੱਚ ਦੱਸਣਾ, ਸੱਚ ਬੋਲਣਾ ਕੋਈ ਅਪਰਾਧ ਨਹੀਂ ਹੁੰਦਾ, ਪਰ ਹੁਕਮਰਾਨਾਂ ਲਈ ਇਹ ਸਭ ਤੋਂ ਵੱਡਾ ਅਪਰਾਧ ਹੁੰਦਾ ਹੈ। ਉਸ ਨੂੰ ਮੁੱਖ ਰੱਖਦੇ ਹੀ ਤੋ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਨੂੰ ਮੈਨੂੰ ਗ੍ਰਿਫਤਾਰ ਕਰਨ ਦੀ ਲੋੜ ਨਹੀਂ ਹੈ, ਮੈਂ ਹਾਜ਼ਰ ਹਾਂ ਸ਼ਹਾਦਤ ਦੇਣ ਲਈ। ਤੁਸੀਂ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਹਾਜ਼ਰ ਹੋ ਜਾਵਾਂਗਾ। ਤੋ ਉਸ ਗੱਲ ਤੋਂ ਕੁਛ ਇਤਿਹਾਸਕਾਰ ਇਹ ਵੀ ਦੱਸਦੇ ਆ ਕਿ ਬਸੀ ਪਠਾਣਾ ਵੀ ਰਹੇ, ਉਸ ਤੋਂ ਬਾਅਦ ਪੈਦਲ ਯਾਤਰਾ ਹੋਈ। ਠੀਕ ਹੈ, ਉਹ ਵੱਖ-ਵੱਖ ਵਰਸ਼ਨ ਨੇ, ਆਪਾਂ ਉਹਨਾਂ 'ਚ ਨਹੀਂ ਜਾਂਦੇ ਜੀ। ਤਾਂ ਗੁਰੂ ਸਾਹਿਬ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਦਿੱਲੀ ਪਹੁੰਚੇ। ਤੋ ਦਿੱਲੀ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਕੈਦ ਕਰ ਲਿਆ ਗਿਆ, ਜਾਂ ਕੁਛ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਰਸਤੇ ਵਿੱਚ ਦਿੱਲੀ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਆਗਰੇ ਗ੍ਰਿਫਤਾਰ ਕੀਤਾ ਗਿਆ ਜਾਂ ਹੋਰ ਕਿਤੇ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਚਾਂਦਨੀ ਚੌਕ ਜਿਹੜੀ ਹੈ, ਜਿੱਥੇ ਪਹਿਲਾਂ ਕੋਤਵਾਲੀ ਸੀ ਹੁਣ ਗੁਰਦੁਆਰਾ, ਉੱਥੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਇਹ ਨਾਲ ਆਏ ਸੀ ਗੁਰੂ ਸਾਹਿਬ? ਹਾਂ, ਇਹ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਬਹੁਤ ਜਿਹੜੇ ਆ ਨੇੜਲੇ ਮੁਰੀਦ ਸੀ। ਪੀਰ ਤੇ ਮੁਰੀਦ ਦਾ ਰਿਸ਼ਤਾ ਬੜਾ ਪਿਆਰਾ, ਪੀਰ ਮੁਰੀਦਾਂ ਪਿਰਹੜੀ। ਇਕੱਲੇ ਗੁਰੂਆਂ ਦੀ ਕੋਈ ਹੋਂਦ ਨਹੀਂ ਹੈ, ਜਿਵੇਂ ਅਧਿਆਪਕ ਦੀ ਕੋਈ ਹੋਂਦ ਨਹੀਂ ਹੁੰਦੀ ਜੇ ਉਹਦਾ ਵਿਦਿਆਰਥੀ ਕੋਈ ਨਹੀਂ ਗਾ। ਜੇ ਉਹ ਗੁਰੂ ਹੈ ਤਾਂ ਉਹਦਾ ਮੁਰੀਦ ਵੀ ਹੈ ਕੋਈ, ਉਹ ਪੀਰ ਹੈ ਤਾਂ ਮੁਰੀਦ ਵੀ ਹੈ। ਕਹਿੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਤਾਂ ਉਹਨਾਂ ਦੇ ਮੁਰੀਦ ਵੀ ਬੜੇ ਕਮਿਟਡ ਸੀਗੇ ਔਰ ਉਹ ਗੁਰੂ ਸਾਹਿਬ ਦੇ ਨਾਲ ਖੜੇ ਸੀ। ਜਿਵੇਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਖੜ੍ਹਦੇ ਆ, ਇਸੇ ਤਰ੍ਹਾਂ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਇਹ ਗੁਰੂ ਸਾਹਿਬ ਦੇ ਨਾਲ ਖੜ੍ਹੇ, ਗੁਰੂ ਸਾਹਿਬ ਦੇ ਨਾਲ ਨਿਭੇ ਔਰ ਗੁਰੂ ਸਾਹਿਬ ਨੂੰ ਖੌਫਜ਼ਦਾ ਕਰਨ ਲਈ, ਗੁਰੂ ਸਾਹਿਬ ਨੂੰ ਜਰਕਾਉਣ ਦੇ ਲਈ, ਗੁਰੂ ਸਾਹਿਬ ਨੂੰ ਡਰਾਉਣ ਦੇ ਲਈ ਇਹ ਉਸ ਵੇਲੇ ਹੁਕਮਰਾਨਾਂ ਨੂੰ ਇਹ ਸਭ ਤੋਂ ਵਧੀਆ ਹਥਿਆਰ ਲੱਗਾ, ਇਫੈਕਟਿਵ ਹਥਿਆਰ ਲੱਗਾ ਕਿ ਅਸੀਂ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਕੋਹ ਕੇ ਮਾਰੀਏ, ਬਹੁਤ ਬੁਰੀ ਤਰ੍ਹਾਂ ਮਾਰੀਏ, ਦਰਿੰਦਗੀ ਵਾਲੀ ਡਰਾਉਣੀ ਮੌਤ ਦਈਏ, ਜਿਹਨੂੰ ਦੇਖ ਕੇ ਇਹ ਕੰਬ ਜਾਣ, ਡੋਲ ਜਾਣ, ਹਿੱਲ ਜਾਣ, ਡਰ ਜਾਣ, ਜਰਕ ਜਾਣ। ਡਰਾਉਣਾ ਉਹਨਾਂ ਦਾ ਮਕਸਦ ਸੀ। ਹੁਕਮਰਾਨ ਜਦੋਂ ਇਸ ਤਰ੍ਹਾਂ ਹਿੰਸਕ ਹੋ ਜਾਂਦਾ ਹੈ ਤਾਂ ਉਹ ਹਰ ਤਰੀਕਾ ਵਰਤਦਾ ਹੈ ਕਿ ਜਿਹੜਾ ਉਹ ਉਸ ਦੇ ਝੂਠ ਨੂੰ ਬੇਨਕਾਬ ਕਰ ਰਿਹਾ ਹੈ ਉਹਨੂੰ ਉਹ ਖਤਮ ਕਰ ਦੇਵੇ ਕਿਸੇ ਵੀ ਕੀਮਤ 'ਤੇ, ਜਾਂ ਉਹ ਈਨ ਮੰਨ ਲਵੇ, ਜਾਂ ਉਹ ਉਹਦੀ ਅਧੀਨਗੀ ਕਬੂਲ ਕਰ ਲਵੇ, ਉਹਦਾ ਗੁਣਗਾਨ ਕਰਨ ਲੱਗ ਜਾਵੇ। ਤੋ ਇਸ ਪੱਖ ਤੋਂ ਹੀ ਉਹਨਾਂ ਨੇ ਸ਼ਹਾਦਤ ਜਿਹੜੀ ਹੈ ਪਹਿਲਾਂ ਉਹਨਾਂ ਦੇ ਸਾਹਮਣੇ ਜਿਹੜੀ ਆ ਭਾਈ ਮਤੀ ਦਾਸ ਜੀ, ਚੱਲਦਾ ਪਿਆ ਹੈ ਤੇਰੀ ਖੋਪੜੀ ਤੇ ਆਰਾ, ਉਹ ਆਰਾ ਬੜੀ ਜਿਹੜੀ ਆ ਅਸੀਂ ਸੁਣ ਕੇ ਹੀ ਕਈ ਵਾਰੀ ਲੂ ਕੰਡੇ ਖੜੇ ਹੋ ਜਾਂਦੇ ਆ।
ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੱਡਾ ਖੌਫਨਾਕ ਦ੍ਰਿਸ਼ ਹੋਏਗਾ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਉੱਥੇ ਜਿਹੜੇ ਆ ਜਲਾਦ ਨੇ ਉਹਨਾਂ ਨੇ ਇਹ ਪੇਸ਼ ਕੀਤਾ। ਲੇਕਿਨ ਗੁਰੂ ਸਾਹਿਬ ਅਡੋਲ ਇਕਾਗਰ ਚਿੱਤ ਬਿਰਾਜਮਾਨ ਰਹੇ, ਬੈਠੇ ਰਹੇ ਚੌਂਕੜਾ ਮਾਰ ਕੇ। ਔਰ ਉਸ ਤੋਂ ਬਾਅਦ ਉਹਨਾਂ ਨੇ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਤੁਸੀਂ ਦੇਖੋ, ਆਪਾਂ ਦਿੱਲੀ ਦੰਗਿਆਂ ਦੀਆਂ ਦੇਖੀਆਂ ਨੇ ਤਸਵੀਰਾਂ ਕਿ ਕਿਵੇਂ ਟਾਇਰ ਗਲਾਂ 'ਚ ਪਾ ਕੇ ਸਾੜਿਆ ਗਿਆ। ਬੜੀਆਂ ਹਾਲੇ ਵੀ ਉਹ ਜਿਹੜਾ ਨਾ ਸਾਡੇ ਮਨਾਂ ਦੇ ਵਿੱਚ ਜਿਹੜਾ ਡਰ ਅਤੇ ਦਹਿਸ਼ਤ ਪੈਦਾ ਕਰ ਦਿੰਦੀਆਂ ਨੇ ਜੀ। ਤੋ ਇਸ ਕਿਸਮ ਦਾ ਮਾਹੌਲ ਜਿਹੜਾ ਕ੍ਰੀਏਟ, ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ 'ਚ ਉਬਾਲ ਦਿੱਤਾ ਗਿਆ। ਦੇਖੋ ਤੁਸੀਂ ਦੇਖੋ, ਆਲੂ ਉਬਾਲਣਾ ਹੁੰਦਾ ਕਿਵੇਂ, ਮਤਲਬ ਕਿਸੇ ਸਾਡਾ ਹੱਥ ਗਰਮ ਪਾਣੀ 'ਚ ਪੈ ਜੇ, ਚਾਹ ਡੁੱਲ ਜੇ ਤਾਂ ਕੀ ਛਾਲੇ ਪੈ ਜਾਂਦੇ, ਕਿੰਨਾ ਬੁਰਾ ਹਾਲ ਹੋ ਜਾਂਦਾ। ਪਰ ਇਹ ਜਿਹੜੇ ਗੁਰੂ ਸਾਹਿਬ ਦੇ ਮੁਰੀਦ ਵੀ ਸੀਗੇ, ਇਹ ਵੀ ਬ੍ਰਹਮ ਗਿਆਨੀ ਸੀ। ਇਹ ਵੀ ਸਰੀਰ ਦੇ ਤਲ 'ਤੇ ਨਹੀਂ ਸੀ, ਇਹ ਰੂਹ ਦੇ ਤਲ 'ਤੇ ਜਿਉਣ ਵਾਲੇ ਬੰਦੇ ਸੀ। ਉਹ ਜਿਵੇਂ ਗੁਰੂ ਅਰਜਨ ਪਾਤਸ਼ਾਹ ਜਿਹੜੇ ਆ ਸਾਰੇ ਦੁੱਖ ਤਕਲੀਫਾਂ ਜਰ ਜਾਂਦੇ ਆ, ਉਸੇ ਤਰ੍ਹਾਂ ਇਹ ਵੀ ਜਰ ਜਾਂਦੇ ਆ, ਪੀ ਜਾਂਦੇ ਆ ਸਾਰੇ ਦੁੱਖ ਨੂੰ ਦਾਰੂ ਬਣਾ ਲੈਂਦੇ ਆ। ਦੁੱਖ ਦਾਰੂ ਸੁੱਖ ਰੋਗ ਪਿਆ। ਤੋ ਉਹ ਗੁਰੂ ਸਾਹਿਬ ਉਹਨਾਂ ਦੇ ਸਾਹਮਣੇ ਜਿਹੜੇ ਆ ਅਡੋਲ ਕਾਇਮ ਰਹਿੰਦੇ ਆ। ਤੋ ਸਮੇਂ ਦੇ ਜ਼ਾਲਮ ਹੁਕਮਰਾਨਾਂ ਨੂੰ ਹੈਰਾਨੀ ਵੀ ਹੁੰਦੀ ਹੈ ਵੀ ਇਹ ਕਿਸ ਮਿੱਟੀ ਦੇ ਬਣੇ ਆ। ਇੰਨਾ ਕੁਛ ਦੇਖ ਕੇ ਵੀ ਇਹ ਡਰਦੇ ਨਹੀਂ, ਜਰਕਦੇ ਨਹੀਂ। ਤੋ ਅਖੀਰ ਦੇ ਵਿੱਚ ਫਿਰ ਜਿਹੜਾ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੂੰ ਫਿਰ ਚੌਂਕ ਦੇ ਵਿੱਚ ਬਿਠਾ ਕੇ ਉਹਨਾਂ ਦਾ ਜਿਹੜਾ ਸੀਸ ਹੈ ਉਹ ਧੜ ਤੋਂ ਅਲੱਗ ਕਰ ਦਿੱਤਾ ਗਿਆ। ਤੋ ਬਹੁਤ ਹੀ ਜਿਹੜੀ ਹੈ ਖਤਰਨਾਕ ਢੰਗ ਨਾਲ, ਕਹਿ ਲਓ ਕਿ ਬੜੇ ਹਿੰਸਕ ਢੰਗ ਨਾਲ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਮਕਸਦ ਨਾਲ ਇਹ ਸ਼ਹਾਦਤ ਕੀਤੀ ਗਈ ਸਾਰੀਆਂ ਤਿੰਨ ਨਾਲ ਗੁਰੂ ਸਾਹਿਬ ਦੀ। ਲੇਕਿਨ ਉਹਦਾ ਉਲਟਾ ਅਸਰ ਹੋਇਆ। ਉਹਨਾਂ ਨੂੰ ਇਹ ਲੱਗਦਾ ਸੀ ਵੀ ਹੁਣ ਕੋਈ ਸਿਰ ਨਹੀਂ ਚੁੱਕੇਗਾ, ਅਸੀਂ ਸਿਰ ਨੱਪਤੇ ਇਹਨਾਂ ਦੇ, ਠੀਕ ਹੈ। ਪਰ ਹੋਇਆ ਉਲਟਾ ਅਸਰ। ਭਾਈ ਲੱਖੀ ਸ਼ਾਹ ਬਣਜਾਰਾ, ਭਾਈ ਜੈਤਾ ਜੀ, ਗੁਰੂ ਦੇ ਜਿਹੜੇ ਸੂਰਮੇ ਹੈ, ਉਹਨਾਂ ਨੇ ਸਿਦਕ ਨਹੀਂ ਹਾਰਿਆ। ਔਰ ਉਹ ਗੁਰੂ ਸਾਹਿਬ ਦੀ ਦੇਹ ਜਿਹੜੀ ਹੈ, ਇਤਿਹਾਸ ਦੱਸਦਾ ਹੈ ਕਿ ਭਾਈ ਲੱਖੀ ਸ਼ਾਹ ਜੀ ਜਿਹੜੇ ਹੈ, ਕਿਉਂਕਿ ਉਹ ਸਰਕਾਰੀ ਠੇਕੇਦਾਰ ਸੀਗੇ, ਸਰਕਾਰੀ ਦਰਬਾਰੇ ਉਹਨਾਂ ਦਾ ਰਾਬਤਾ ਸੀਗਾ, ਤਾਂ ਉਹ ਉਹਨਾਂ ਨੂੰ ਕਿਸੇ ਢੰਗ ਨਾਲ ਜਿਹੜਾ ਉਹ ਲੈ ਗਏ ਗੱਡੇ 'ਤੇ ਲੱਦ ਕੇ, ਤੇ ਜਾ ਕੇ ਆਪਣੇ ਘਰੇ ਉਹਨਾਂ ਦਾ ਦੇਹ ਦਾ ਸੰਸਕਾਰ ਕਰ ਦਿੱਤਾ। ਬੜੀ ਵੱਡੀ ਕੁਰਬਾਨੀ ਸੀ, ਬੜਾ ਵੱਡਾ ਤਿਆਗ ਸੀ, ਆਪਣਾ ਘਰ ਸਾੜ ਦੇਣਾ। ਔਰ ਉਸ ਵੇਲੇ ਦੀ ਜਿਹੜੀ ਹਕੂਮਤ ਹੈ ਹੱਥ ਧੋ ਕੇ ਮਗਰ ਪਈ ਹੋਈ ਹੈ। ਇੰਨੀ ਦਹਿਸ਼ਤ ਹੈ, ਇੱਕ ਕਮਾਲ ਦੀ ਜਿਹੜੀ ਹੈ ਨਾ ਪ੍ਰਤੀਬੱਧਤਾ ਹੈ। ਗੁਰੂ ਦੇ ਸਿੱਖਾਂ ਦੀ ਮੁਰੀਦੀ ਜਿਹੜੀ ਹੈ ਨਾ ਉਹਨਾਂ ਨੇ ਨਿਭਾਈ ਹੈ ਸਿਰ ਦੇ ਕੇ, ਏਡੇ ਵੱਡੇ ਸੰਕਟ ਸਹੇੜ ਕੇ। ਉੱਥੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ, ਜਿੱਥੇ ਗੁਰੂ ਸਾਹਿਬ ਦੀ ਦੇਹ ਦਾ ਜਿਹੜਾ ਸੰਸਕਾਰ ਕੀਤਾ ਗਿਆ, ਅਗਨ ਭੇਟ ਕੀਤਾ ਗਿਆ ਭਾਈ ਲੱਖੀ ਸ਼ਾਹ ਜੀ ਵੱਲੋਂ। ਇਸੇ ਤਰ੍ਹਾਂ ਭਾਈ ਜੈਤਾ ਜੀ ਦਾ ਇਤਿਹਾਸ ਵਿੱਚ ਬੜਾ ਨਾਂ ਹੈ। ਜੀਵਨ ਸਿੰਘ ਉਹਨਾਂ ਦਾ ਨਾਂ ਹੈ, ਬਾਅਦ 'ਚ ਅੰਮ੍ਰਿਤ ਛਕਣ ਤੋਂ ਬਾਅਦ 1699 ਤੋਂ ਬਾਅਦ। ਇੱਥੇ ਇੱਕ ਇਹ ਵੀ ਗੱਲ ਸਮਝਣ ਵਾਲੀ ਹੈ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਜਿਹੜਾ ਹੈ ਉਹ ਬਲਵਾਨ ਨਹੀਂ ਬਣਾਏ, ਤਕੜੇ ਨਹੀਂ ਬਣਾਏ, ਸਗੋਂ ਜਿਹੜੇ ਤਕੜੇ ਸਨ ਉਹਨਾਂ ਨੂੰ ਹੀ ਸਿੰਘ ਸਜਾਇਆ। ਉਹੀ ਸੂਰਮੇ ਬਣੇ ਆ, ਸ਼ੇਰ ਉਹੀ ਬਣੇ ਆ ਜਿਨ੍ਹਾਂ ਦੇ ਵਿੱਚ ਸ਼ੇਰਾਂ ਵਾਲੇ ਗੁਣ ਸੀ। ਗੁਰੂ ਸਾਹਿਬ ਨੇ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸਰਟੀਫਾਈ ਕੀਤਾ। ਡਾਕਟਰ ਨਰਿੰਦਰ ਸਿੰਘ ਕਪੂਰ ਹੋਰੀ ਲਿਖਦੇ ਨੇ, ਕਹਿੰਦੇ ਵੀ ਕਿਹਾ ਜਾਂਦਾ ਨਾ ਵੀ ਬਹੁਤ ਜਣੇ ਕਹਿ ਦਿੰਦੇ ਨੇ ਕਿ ਅੰਮ੍ਰਿਤ ਛਕ ਕੇ ਬਹਾਦਰ ਬਣ ਗਏ। ਨਹੀਂ, ਵੀ ਬਹਾਦਰ ਲੋਕ ਹੀ ਅੰਮ੍ਰਿਤ ਛਕ। ਬਿਲਕੁਲ ਬਿਲਕੁਲ, ਅੰਮ੍ਰਿਤ ਛਕਿਆ ਹੀ ਉਹਨਾਂ ਨੇ ਜਿਹੜੇ ਬਹਾਦਰ ਸਨ। ਉਹ ਬਹਾਦਰਾਂ ਦੀ ਮੈਂ ਤੁਹਾਨੂੰ ਮਿਸਾਲ ਦੇ ਰਿਹਾ। ਲੱਖੀ ਸ਼ਾਹ, ਭਾਈ ਲੱਖੀ ਸ਼ਾਹ, ਭਾਈ ਜੈਤਾ ਜੀ, ਫਿਰ ਉਹ ਜੀਵਨ ਸਿੰਘ ਟਰਾਂਸਫਾਰਮ ਹੋ ਗਏ ਨਾ। ਉਹ ਯੋਗਤਾ ਉਹਨਾਂ ਦੇ ਵਿੱਚ ਸੀ ਸ਼ੇਰ ਬਣਨ ਦੀ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਕੀ ਕਹਿ ਲਓ ਉਹਨਾਂ ਦੀ ਪੁਸ਼ਟੀ ਕੀਤੀ, ਉਹਨਾਂ ਨੂੰ ਸਰਟੀਫਾਈ ਕੀਤਾ, ਇਟ ਇਜ਼ ਸਰਟੀਫਾਈਡ ਕਿ ਇਹ ਸ਼ੇਰ ਨੇ, ਸ਼ੇਰਾਂ ਦੀ ਕੌਮ ਹੈ, ਠੀਕ ਹੈ। ਤੋ ਅੰਮ੍ਰਿਤ ਛਕਿਆ ਹੀ ਉਹਨਾਂ ਨੇ, ਜਿਹੜੇ ਦਿਲ ਗੁਰਦੇ ਵਾਲੇ ਸੀ, ਜਿਹੜੇ ਜਿਗਰੇ ਵਾਲੇ ਸੀ, ਜਿਨ੍ਹਾਂ ਦੇ ਵਿੱਚ ਸਹਿਣਸ਼ੀਲਤਾ ਸੀ, ਜਿਨ੍ਹਾਂ ਦੇ ਵਿੱਚ ਜਿਗਰਾ ਸੀ। ਡਰਪੋਕ ਆਦਮੀ, ਜੋ ਤਲਵਾਰ ਸਤਿਗੁਰਾਂ ਦੀ ਲਿਸ਼ਕੀ ਅਨੰਦਪੁਰ ਸਾਹਿਬ ਖਾਲਸਾ ਸਾਜਣਾ ਵੇਲੇ, ਤੇ ਮੇਰੇ ਵਰਗੇ ਤਾਂ ਦੌੜ ਗਏ ਸੀਗੇ ਵੀ ਮਾਰੇ ਗਏ, ਠੀਕ ਹੈ ਨਾ। ਤਾਂ ਉੱਥੇ ਸੂਰਮੇ ਹੀ ਦਿਲ ਥਾਮ ਕੇ ਬੈਠੇ ਰਹੇ। ਹੌਲੀ ਹੌਲੀ ਤੁਸੀਂ ਦੇਖਦੇ ਹੋ ਇੱਕ ਸੀਸ ਉੱਠਿਆ। ਸਿਰ ਨਹੀਂ ਸੀ, ਉਹ ਸੀਸ ਸਨ। ਉਹ ਗਿਣਤੀ ਨਹੀਂ ਸੀ, ਗੁਣਵੱਤਾ ਸੀ। ਗੁਣਵੱਤਾ ਅੱਗੇ ਆਈ, ਗਿਣਤੀ ਬੜੀ ਸੀ। ਉਦੋਂ 5 ਸੀਸ ਆਏ, 5 ਗੁਣਵੱਤਾ ਵਾਲੇ, ਜਿਹੜੇ ਬਾਬੇ ਨਾਨਕ ਦੇ ਵੇਲੇ ਤੋਂ ਸਿੱਖੀ ਚੱਲ ਰਹੀ ਸੀ। ਉਸ ਸਿੱਖੀ ਦੀ ਜਿਹੜੀ ਪਨੀਰੀ ਹੈ ਉਹ ਤਿਆਰ ਹੋ ਚੁੱਕੀ ਸੀ। ਮੁਰੀਦ ਵੀ ਗੁਰੂ ਵਰਗੇ ਬਣ ਚੁੱਕੇ ਸੀਗੇ। ਉਹਦੀ ਮਿਸਾਲ ਜਿਹੜੀ ਹੈ, ਜਿੱਥੇ ਆਪਾਂ ਚਰਚਾ ਕਰ ਰਹੇ ਹਾਂ, ਭਾਈ ਲੱਖੀ ਸ਼ਾਹ ਔਰ ਭਾਈ ਜੈਤਾ ਜੀ, ਕੋਈ ਛੋਟੀ ਗੱਲ ਨਹੀਂ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚੋਂ ਦੇਹ ਲੈ ਜਾਣੀ, ਏਡੀ ਸਿਕਿਉਰਿਟੀ ਦੇ ਵਿੱਚ, ਇੰਨੀ ਸੁਰੱਖਿਆ ਦੇ ਵਿੱਚ, ਤੇ ਸੀਸ ਲੈ ਜਾਣਾ ਸਤਿਗੁਰਾਂ ਦਾ ਉਠਾ ਕੇ, ਤੇ ਅਨੰਦਪੁਰ ਸਾਹਿਬ ਲੈ ਜਾਣਾ।
ਤੁਸੀਂ ਦੇਖੋ ਉਸ ਸਮੇਂ ਤੋਂ ਬਾਅਦ ਦਾ ਬਿਰਤਾਂਤ ਹੈ ਕਿ ਕਿਵੇਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਕਿਵੇਂ ਮੁਗਲਾਂ ਦਾ ਅਤੇ ਪਹਾੜੀ ਰਾਜਿਆਂ ਦਾ ਟਿੱਡੀ ਦਲ ਮਗਰ ਪੈ ਗਿਆ, ਚਮਕੌਰ ਸਾਹਿਬ ਆ ਕੇ ਘੇਰ ਲਿਆ, ਕਿੱਥੋਂ ਕਿੱਥੋਂ ਤੱਕ ਪਿੱਛਾ ਕੀਤਾ। ਹਰ ਬੰਦਾ ਸੂਰਬੀਰ ਨਹੀਂ ਹੋ ਸਕਦਾ ਹੁੰਦਾ। ਆਮ ਆਦਮੀ ਡੋਲ ਜਾਂਦਾ, ਡਰ ਜਾਂਦਾ। ਹਕੂਮਤ ਦਾ ਜਿਹੜਾ ਡਰ ਹੈ ਉਹ ਵੱਡਿਆਂ ਵੱਡਿਆਂ ਨੂੰ ਡਰਾ ਦਿੰਦਾ। ਲੇਕਿਨ ਤੁਸੀਂ ਦੇਖੋ ਕਿ ਉਹ ਜਿਹੜਾ ਨਿਡਰਤਾ ਹੈ, ਜਿਹਦਾ ਜਜ਼ਬਾ ਗੁਰੂ ਤੇਗ ਬਹਾਦਰ ਸਾਹਿਬ ਪੈਦਾ ਕਰਨਾ ਚਾਹੁੰਦੇ ਸੀ। ਸ਼ਹਾਦਤ ਪਿੱਛੇ ਇੱਕ ਮਕਸਦ ਸੀ ਕਿ ਭੈ ਕਾਹੂ ਕੋ ਦੇਤ ਨਾ ਪੈਮਾਨਤਾ, ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ। ਤਾਂ ਉਹ ਐਸੇ ਸਿੱਖ ਗੁਰੂ ਸਾਹਿਬ ਨੇ ਪੈਦਾ ਕਰ ਦਿੱਤੇ ਸੀ ਉਦੋਂ ਹੀ, ਜਿਹੜੇ ਹਕੂਮਤ ਤੋਂ ਡਰੇ ਨਹੀਂ। ਔਰ ਉਹਨਾਂ ਨੇ ਗੁਰੂ ਸਾਹਿਬ ਦਾ ਸੀਸ ਵੀ ਚੁੱਕ ਕੇ ਅਨੰਦਪੁਰ ਸਾਹਿਬ ਦਸਮ ਪਾਤਸ਼ਾਹ ਕੋਲ ਪਹੁੰਚਾਇਆ, ਗੁਰੂ ਗੋਬਿੰਦ ਰਾਏ ਜੀ ਕੋਲ ਪਹੁੰਚਾਇਆ। ਔਰ ਮਾਤਾ ਗੁਜਰੀ ਜੀ ਨੇ ਆਪਣੀ ਝੋਲੀ ਪਵਾਇਆ। ਇਹ ਬੜੀ ਵੱਡੀ ਗੱਲ ਸੀ। ਮਾਤਾ ਗੁਜਰੀ ਦਾ ਜਿਗਰਾ, ਮਾਤਾ ਗੁਜਰੀ ਜੀ ਦਾ ਸਿਦਕ ਜਿਹੜਾ ਹੈ, ਉਹਨੂੰ ਵੀ ਅਸੀਂ ਸਿਜਦਾ ਕੀਤੇ ਬਿਨਾਂ ਨਹੀਂ ਰਹਿ ਸਕਦੇ, ਕਿਉਂਕਿ ਇਹ ਸਾਰੇ ਹੀ ਜਿਹੜੇ ਜੈਨੇਟਿਕ ਕੰਪੋਨੈਂਟਸ ਨੇ, ਇਹ ਜਨਨਕ ਅੰਸ਼ ਨੇ, ਇਹੀ ਇੱਕ ਬੁਲੰਦ ਸ਼ਖਸੀਅਤ ਦੇ ਨਿਰਮਾਣ ਦਾ ਹਿੱਸਾ ਹੁੰਦੇ ਆ। ਅਸੀਂ ਆਮ ਕਹਿ ਦਿੰਦੇ ਨਾ ਵੀ ਇਹ ਸ਼ਖਸੀਅਤਾਂ ਕਿਸ ਮਿੱਟੀ ਦੀਆਂ ਬਣੀਆਂ ਨੇ, ਇਹ ਡੋਲਦੇ ਨਹੀਂ। ਭਾਈ ਜੱਤਾ ਜੀ ਕਿਸ ਮਿੱਟੀ ਦੇ ਬਣੇ ਨੇ, ਭਾਈ ਲੱਖੀ ਸ਼ਾਹ ਕਿਸ ਮਿੱਟੀ ਦੇ ਬਣੇ ਨੇ, ਛੋਟੇ ਸਾਹਿਬਜ਼ਾਦੇ ਕਿਸ ਮਿੱਟੀ ਦੇ ਬਣੇ ਨੇ। ਤਾਂ ਇਹ ਗੁਰੂ ਸਾਹਿਬ ਦੀ ਸ਼ਹਾਦਤ ਦਾ ਇਹ ਸਭ ਤੋਂ ਵੱਡਾ ਪ੍ਰਭਾਵ ਸੀ। ਉਸ ਸ਼ਹਾਦਤ ਦੀ ਕੁੱਖ ਵਿੱਚੋਂ ਹੀ ਖਾਲਸੇ ਦੀ ਸਿਰਜਣਾ ਦਾ ਜਿਹੜਾ ਪੂਰਾ ਘਟਨਾਕ੍ਰਮ ਹੈ ਉਹ ਜਨਮ ਲੈਂਦਾ ਹੈ, ਜਿਹੜਾ 1699 ਵਿੱਚ ਅਨੰਦਪੁਰ ਦੀ ਧਰਤੀ 'ਤੇ ਇੱਕ ਕ੍ਰਿਸ਼ਮਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਿਆ ਗਿਆ, ਚਿੜੀਆਂ ਤੋਂ ਖੰਭ, ਖੂਨੀ ਬਾਜਾਂ ਦੇ ਤੜਾ ਗਿਆ, ਪਤਾ ਨਹੀਂ, ਰਹੱਸ ਹੈ ਇੱਕ। ਤਾਂ ਬਹੁਤ ਕੁਝ ਜਿਹੜਾ ਆਪਾਂ ਦੇਖਦੇ ਹਾਂ, ਜੀਵਨ ਹੀ ਇੱਕ ਰਹੱਸ ਹੈ ਜੀ। ਠੀਕ ਹੈ, ਅੱਜ ਵੀ ਆ ਕਰੋਨਾ ਵੀ ਇੱਕ ਰਹੱਸ ਹੀ ਹੈ। ਬਹੁਤ ਸਾਰੇ ਲੱਗੇ ਹੋਏ ਹੈ, ਆਪੋ ਆਪਣੇ ਹਿਸਾਬ ਨਾਲ ਹੱਥ ਪੈਰ ਮਾਰ ਰਹੇ ਹੈ, ਪਰ ਹੈ ਇਹ ਰਹੱਸ ਹੀ ਹੈ, ਕੁਛ ਨਹੀਂ ਸਮਝ ਆ ਰਿਹਾ। ਠੀਕ ਹੈ, ਤਾਂ ਇਸ ਪੱਖ ਤੋਂ ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਹੈ ਉਹ ਆਪਣੀ ਮਿਸਾਲ ਆਪ ਹੈ। ਔਰ ਇਹ ਮਨੁੱਖੀ ਜਿਹੜੇ ਅਧਿਕਾਰ ਨੇ, ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਸੁਤੰਤਰਤਾ ਦੇ ਕਹਿ ਲਓ ਕਿ ਉਹ ਸਭ ਤੋਂ ਪਹਿਲੇ ਕਹਿ ਸਕਦੇ ਹਾਂ ਅਸੀਂ ਪੁਰਾਣੇ ਉਹ ਝੰਡਾ ਬਰਦਾਰ ਨੇ, ਜਿਨ੍ਹਾਂ ਨੇ ਮਨੁੱਖੀ ਸੁਤੰਤਰਤਾ ਦੀ ਖਾਤਰ, ਮਨੁੱਖੀ ਕਦਰਾਂ ਕੀਮਤਾਂ ਦੀ ਖਾਤਰ ਜਿਹੜਾ ਹੈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਔਰ ਉਹ ਦੁਨੀਆ ਦੇ ਵਿੱਚ ਐਸੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਮਿਲਦੀ।